ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਰਮ ਖੰਡ ਕੀ ਬਾਣੀ ਜੋਰ। ਹਾਂਜੀ, ਅੱਜ ਹੁਣ ਮਹਾਰਾਜ ਸੱਚੇ ਪਾਤਸ਼ਾਹ ਕਰਮ ਖੰਡ ਦਾ ਬਿਆਨ ਕਰਨ ਲੱਗੇ ਨੇ। ਕਰਮ ਖੰਡ ਨੂੰ ਨਿਰੂਪਣ ਕਰਕੇ ਸਿੱਧਾਂ ਨੂੰ ਦੱਸ ਰਹੇ ਨੇ ਕਿ ਜ਼ਿੰਦਗੀ ਦਾ ਜਿਹੜੀ ਪੜਾ ਅਵਸਥਾ ਚੌਥੀ ਹੈ, ਜਿਹਦਾ ਨਾਂ ਕਰਮ ਖੰਡ ਕਿਹਾ ਜਾਂਦਾ ਹੈ। ਹਾਂਜੀ, ਚਲੋ ਜੀ ਪੜ੍ਹੋ ਜੀ ਅੱਗੇ। ਹਾਂਜੀ, ਕਰਮ ਖੰਡ ਕੀ, ਕਰਮ ਖੰਡ ਕੀ ਬਾਣੀ ਜੋਰ। ਸੋ ਕਰਮ ਖੰਡ ਦੇ ਬਾਰੇ ਹੁਣ ਮਹਾਰਾਜ ਦੱਸ ਰਹੇ ਨੇ। ਕਰਮ ਨਾਮ ਬਖਸ਼ਿਸ਼ ਦਾ ਹੈ। ਫਾਰਸੀ ਬੋਲੀ ਵਿੱਚ ਕਰਮ ਬਖਸ਼ਿਸ਼ ਨੂੰ ਕਹਿੰਦੇ ਨੇ। ਸੰਸਕ੍ਰਿਤ 'ਚ ਕਰਮ ਨਾਮ ਕਰਮ ਦਾ ਹੈ, ਪਰ ਇੱਥੇ ਬਖਸ਼ਿਸ਼ ਦੇ ਭਾਵਾਂ ਵਿੱਚ ਹੈ। ਜਦੋਂ ਜਗਿਆਸੂ ਜਿਹੜਾ ਹੈ ਕਰਮ ਖੰਡ ਵਿੱਚ ਪਹੁੰਚ ਜਾਂਦਾ ਹੈ, ਇਸ ਅਵਸਥਾ ਦਾ ਮਾਲਕ ਬਣ ਜਾਂਦਾ ਹੈ, ਉਹਦੀ ਜਿਹੜੀ ਬਾਣੀ ਹੈ ਨਾ, ਉਹ ਜ਼ੋਰ ਵਾਲੀ ਹੋ ਜਾਂਦੀ ਹੈ। ਉਹਦੀ ਬਾਣੀ ਵਿੱਚ ਬਲ ਆ ਜਾਂਦਾ, ਤਾਕਤ ਆ ਜਾਂਦੀ ਹੈ, ਸਮਰੱਥਾ ਆ ਜਾਂਦੀ ਹੈ। ਜਿਹੜਾ ਵੀ ਉਹ ਬਚਨ ਬੋਲ ਲੈਂਦਾ ਹੈ, ਉਹ ਸੱਤ ਹੋ ਨਿਬੜਦਾ ਹੈ। ਸੋ ਐਸੀ ਉਹਦੀ ਬਾਣੀ ਜਿਹੜੀ ਹੈ ਤਾਕਤਮਈ ਹੋ ਜਾਂਦੀ ਹੈ, ਬਲਮਈ ਹੋ ਜਾਂਦੀ ਹੈ, ਸਤਮਈ ਹੋ ਜਾਂਦੀ ਹੈ। ਕਦੇ ਮਿਥਿਆ ਨਹੀਂ ਹੁੰਦੀ। ਸੁਖਮਨੀ ਸਾਹਿਬ 'ਚ ਆਪਾਂ ਪੜ੍ਹਦੇ ਹਾਂ, ਮਿਥਿਆ ਨਾਹੀਂ ਰਸਨਾ ਪਰਸ। ਉਹਨਾਂ ਦੀ ਜ਼ੁਬਾਨ ਦੇ ਉੱਤੇ ਕਦੇ ਵੀ ਮਿਥਿਆ ਵਚਨ ਨਹੀਂ ਆਉਂਦਾ। ਸੋ ਉਹਨਾਂ ਦੀ ਬਾਣੀ 'ਤੇ ਆਇਆ ਹੋਇਆ ਵਚਨ ਸਾਧ ਸੰਗ ਸੱਤ ਨਾਲ ਸੰਬੰਧਿਤ ਹੁੰਦਾ ਹੈ। ਸੱਤ ਦਾ ਹੀ ਰੂਪ ਹੋ ਨਿਬੜ ਪੈਂਦਾ ਹੈ। ਬਹੁਤ ਇਤਿਹਾਸਕ ਘਟਨਾਵਾਂ ਨੇ, ਐਵੇਂ ਲਿਖਿਆ ਹੀ ਨਹੀਂ ਮਹਾਰਾਜ ਜੀ ਨੇ। ਜਿਹਨੇ ਇਸ ਅਵਸਥਾ ਦੇ ਮਾਲਕ ਬਣੇ ਨੇ, ਇਤਿਹਾਸ ਨੇ ਉਸ ਅਵਸਥਾ ਨੂੰ ਸਾਂਭ ਕੇ ਉਹਨਾਂ ਦੇ ਨਾਂ, ਉਹਨਾਂ ਦੀ ਅਵਸਥਾ ਦੇ ਬਿਆਨ ਇਤਿਹਾਸ ਵਿੱਚ ਕੀਤੇ ਨੇ। ਭਾਈ ਗੋਦੜੀਆ ਜੀ ਹੋਏ ਨੇ। ਭਾਈ ਭਗਤੂ ਜੀ ਬਾਬੇ ਆਦਮ ਦੀ ਔਲਾਦ, ਚੌਥੇ ਪਾਤਸ਼ਾਹ ਦੇ ਵੇਲੇ ਬਾਬਾ ਆਦਮ ਜੀ ਹੋਏ ਨੇ। ਉਹਨਾਂ ਦੇ ਸੇਵਕ ਸੀ। ਉਹਨਾਂ ਦੇ ਬਚਨਾਂ ਤੋਂ ਉਹਨਾਂ ਦੀ ਔਲਾਦ ਹੋਈ ਹੈ। ਪਹਿਲਾ ਪੁੱਤਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਉਹਨਾਂ ਦੇ ਔਲਾਦ ਨਹੀਂ ਸੀ ਹੁੰਦੀ। 70 ਸਾਲ ਦੀ ਉਮਰ ਵਿੱਚ ਜਿਹੜੀ ਸੀ ਔਲਾਦ ਮਹਾਰਾਜ ਨੇ ਬਖਸ਼ਿਸ਼ ਕੀਤੀ। ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਸੀ। ਲੰਬੀ ਸਾਖੀ ਹੈ, ਆਪਾਂ ਆਪਣੇ ਪ੍ਰਕਰਨ ਵੱਲ ਆਉਣਾ ਹੈ। ਸੋ ਜਿਹੜਾ ਮਹਾਰਾਜ ਨੇ ਕਿਹਾ, ਤੁਹਾਡੇ ਤਾਂ ਕਈ ਜਨਮ ਔਲਾਦ ਨਹੀਂ ਹੈ ਭਾਈ, ਪਰ ਹੁਣ ਤੁਸੀਂ ਸੇਵਾ ਕੀਤੀ ਹੈ ਗੁਰੂ ਕੇ ਸਿੱਖਾਂ ਦੀ ਅੰਮ੍ਰਿਤਸਰ ਸਾਹਿਬ ਵਿਖੇ, ਤੁਹਾਨੂੰ ਔਲਾਦ ਦੀ ਬਖਸ਼ਿਸ਼ ਹੋਣਾ ਆਪਣੀ ਭਗਤੀ ਵਿੱਚੋਂ ਕਰਨ ਲੱਗੇ ਹਾਂ। ਤੁਹਾਡੇ ਕਰਮਾਂ ਵਿੱਚ ਤਾਂ ਨਹੀਂ ਹੈ ਸੀ। ਆਪਣੀ ਭਗਤੀ ਦੀ ਅੰਸ਼ ਵਿੱਚ ਤੁਹਾਨੂੰ ਔਲਾਦ ਦੇਣ ਲੱਗੇ ਹਾਂ। ਅਤੇ ਜਿਹੜਾ ਪੁੱਤਰ ਹੋਵੇਗਾ ਨਾ, ਉਹ ਭਗਤੂ ਰੱਖਿਓ। ਭਗਤੀ 'ਚੋਂ ਪੈਦਾ ਹੋਣ ਕਰਕੇ ਨੌ ਭਗਤੂ ਰਖਾਇਆ। ਬੜਾ ਮਾਰ ਬਖਸ਼ਾਂ ਕੀਤੀਆਂ। ਉਦੋਂ ਬਾਅਦ ਉਹਨਾਂ ਦੀ ਬੰਸ ਚੱਲਦੀ ਆਈ, ਪੀੜ੍ਹੀ ਚੱਲੀ। ਗੁਰੂ ਕਲਗੀਧਰ ਜੀ ਦੇ ਵੇਲੇ ਉਹਨਾਂ ਦੀ ਬੰਸ ਵਿੱਚ ਭਾਈ ਗੌਰਾ ਜੀ ਹੋਏ ਨੇ। ਭਾਈ ਭਗਤੂ ਦੀ ਔਲਾਦ ਵਿੱਚ ਭਾਈ ਗੌਰਾ ਜੀ 10ਵੇਂ ਪਾਤਸ਼ਾਹ ਵੇਲੇ ਬਠਿੰਡੇ ਦੇ ਇਲਾਕੇ ਦੇ ਵਿੱਚ ਉਹਨਾਂ ਦਾ ਪਿੰਡ ਭਾਈ ਕੇ ਚੱਕ ਸਾਧ ਸੰਗਤ ਇਸ ਵੇਲੇ ਮੌਜੂਦ ਹੈ। ਅਤੇ ਉਸ ਪਿੰਡ ਵਿੱਚ ਫਿਰ ਉਹਨਾਂ ਦੀ ਔਲਾਦ ਰਹਿੰਦੀ ਹੈ ਹੁਣ ਵੀ। ਭਾਈ ਭਗਤੂ ਜੀ ਦੇ ਪੁੱਤਰ ਅੱਗੇ ਜਿਹੜੇ ਅੱਗੇ ਸੀ ਜੀਵਨ ਜੀ, ਅਤੇ ਬਾਅਦ ਜਿਹੜੇ ਸੀ ਗੌਰਾ ਜੀ ਹੋਏ ਨੇ। ਜਿਹੜੇ ਗੌਰਾ ਜੀ ਸੀ, ਉਹਨਾਂ ਦੇ ਘਰ ਵਿੱਚ ਇੱਕ ਗੁਰੂ ਦਾ ਸਿੱਖ ਜੀ ਦਾ ਨਾਂ ਸੀ ਗੋਦੜੀਆ। ਉਹ ਸੇਵਾ ਕਰਦਾ ਹੈ ਉਹਨਾਂ ਦੇ ਦਰ ਵਿੱਚ, ਨਿਸ਼ਕਾਮ ਸੇਵਾ ਕਰਦਾ, ਕੋਈ ਤਨਖਾਹ ਨਹੀਂ ਲੈਂਦਾ। ਅਤੇ ਸਤਿਗੁਰਾਂ ਦੇ ਬਚਨਾਂ ਸਦਕਾ ਵੀ ਉਹਨਾਂ ਦੀ ਔਲਾਦ ਪੀੜ੍ਹੀ ਚੱਲੀ ਆ ਰਹੀ ਹੈ ਅਤੇ ਸੇਵਾ ਨਿਭਾ ਰਿਹਾ ਹੈ। ਪਰ ਜੀਵਨ ਕਿੱਡਾ ਵੱਡਾ ਉੱਚਾ ਹੈ। ਸਾਧ ਸੰਗਤ 21 ਪਾਠ ਰੋਜ਼ ਜਪਜੀ ਸਾਹਿਬ ਦੇ ਕਰਦਾ ਭਾਈ ਗੋਦੜੀਆ ਜੀ। ਇਹ ਪਾਠਾਂ ਦੇ ਕਰਕੇ ਉਹਦੀ ਅਵਸਥਾ ਜਿਹੜੀ ਹੈ ਕਰਮ ਖੰਡ 'ਚ ਪਹੁੰਚ ਚੁੱਕਿਆ ਉਹ। ਸੋ ਧਰਮ ਖੰਡ ਤੋਂ ਹੁੰਦਾ ਹੋਇਆ ਗਿਆਨ ਖੰਡ 'ਚ ਆ ਕੇ ਸਰਮ ਖੰਡ ਵਿੱਚ ਹੁੰਦਾ ਹੋਇਆ ਕਰਮ ਖੰਡ ਵਾਲੀ ਅਵਸਥਾ ਉਹਦੀ ਇਹ ਭਜਨ ਬੰਦਗੀ ਦੇ ਸਦਕੇ ਇਹ ਅਵਸਥਾ ਉਹਦੀ ਬਣ ਚੁੱਕੀ ਹੈ। ਬਾਣੀ ਜ਼ੋਰ ਵਾਲੀ ਹੋ ਚੁੱਕੀ ਹੈ। ਕਿਵੇਂ ਹੋਈ, ਕੀ ਘਟਨਾ ਵਾਪਰੀ? ਭਾਈ ਗੌਰਾ ਜੀ ਨੇ ਜਿਹੜਾ ਇੱਕ ਹੋਰ ਨੌਕਰ ਰੱਖਿਆ ਹੋਇਆ ਸੀ, ਕੋਈ ਗਲਤੀ ਹੋਈ ਉਸ ਨੌਕਰ ਤੋਂ, ਉਹਨੂੰ ਬੜੀ ਸਖਤ ਲਹਿਜੇ ਵਿੱਚ ਤਾੜਨਾ ਕੀਤਾ। ਬਹੁਤ ਜ਼ਿਆਦਾ ਤਾੜ ਦਿੱਤਾ। ਅਤੇ ਇਹ ਉਸ ਵੇਲੇ ਭਾਈ ਗੋਦੜੀਆ ਜੀ ਚੱਕੀ ਪੀ ਰਹੇ ਸੀ, ਚੱਕੀ ਪੀਣ ਦੀ ਸੇਵਾ ਕਰ ਰਹੇ ਸੀ ਗੌਰੇ ਦੇ ਘਰੇ। ਜਦੋਂ
उस गरीब की बेइज्जती हुंदी उन्हें वेखी सहार ना सकिया। कहन लगा गौरा जी किसी की गलती हो जाती है गुस्ताखी माफ़ कर देंदी है, तू तैनू इन्ना ताड़ दिता है, उसनू इन्ना लज्जित कर दिता है, योग नहीं है। किसी गरीब का मन दुखाना नहीं चंगा। उन्होंने भी पुट्ठे पै निकले गौरा जी, कहते तू अपनी चक्की वाल ध्यान, चक्की पी चल, तू तैनू इस काम तू की लैना। उन्होंने भी ताड़ना वाले लहजे च बोल दिता। अक्सर गोदड़िया जी ने बचन फिर जोर वाले कह दिते, क्यों आप बड़ा आफरिया कहते, आफरिया ही कहा, बड़ा आफरिया बई। उस वेले साध सिंह फरेमा होया, पीड़ित होया उस दुख नाल, आखन लगा मैनू नहीं सी पता, मैं तो हुण समझदा जी मेरे घर दे चाकरे हो तुसीं, मैनू की पता सी तू एड्डी वड्डी अवस्था का माल खो चुका है। सो भाई गोदड़िया जी क्षमा कर, मैनू माफ़ कर। इस तरह साध संगत जी कहन लगे माफ़ी तां है जे अगे तो किसी गरीब का दिल नहीं दुखाएगा। सो इउं फिर बचन कीते ने, ठीक है तुहाडे बचनों के अनुसार ही मैं जीवन अगला जिहड़ा बसर करांगा। तो क्योंकि बाणी विच भी कहा है ना, जाओ तो प्रिया दी सिक हियाओ ना ठाहे कही दा। जे रब नूं मिलण दी चाह है ना, इच्छा है, किसी का दिल ना तोड़, उस दिल विच वाहिगुरू वसदा है। किसी का दिल तोड़ना वाहिगुरू नाल टकराउणा है। इसलिए कहा कि तू किसी गरीब का क्यों दिल दुखाया है। साध संगत अगे तो उन्हें यह वायदा किया कि ऐसा नहीं होएगा भाई गौरा जी ने। तो इन्हों कहा मैनू ये भी क्षमा करो, मैं तुहानू एक नौकर की तरह रखा हुआ गोदड़िया जी, मैनू नहीं सी पता तू जड़ी भगती के मालक हो, इस अवस्था के मालक हो। हुण तुसीं अपनी आज़ादी नाल विचर सकते हो, चाहे इत्थे रहो जिथे मर्जी है, मेरे अंडर नहीं, हुण तुसीं मैं तुहाडे अंडर हाँ। इउं फिर जिहड़ा सी विचरदे रहे ने खुले, मुड़ के किते घरे आ गए ने गोदड़िया जी। घरदियां ने काम नूं भेज दिता, जाके सरों पट के आ, हुण तक वेला ही रहे, किते किते किसे चल गया, किते किते चल गया, चल कर काम। सरों पट्टन चल गए ने, की कीता है साध संगत ना पानी पुछया, सारा दिन मेहनत, सरों पट्टी गए ने, ना रोटी भेजी ना पानी भेजिया। सो एक कोई राही लंघिया जांदा सी कोल दे, पुछया गोदड़िया नूं जी की करन लगे हो, पटदे तां सरों सी ना, कहंदे घरदियां दी जड़ां पट्टन लग्या होया। सो वो बचन भी सत्य हो गया। सो इस करके वो बाणी जी साध संगत जी वो प्रेमियां दी ऐसी जोर वाली बचन जड़े ने संपूर्णता वाले साध संगत जी निभ जाते हैं। जो कह दिता है ये तो मैनू होर भी चेते आया संत बाबा जरनैल सिंह की अवस्था का, जदों अजे टकसाल के मुखी भी नहीं सी बने, संत पिंडां वाले संत जरनैल सिंह जी खालसे दी, वो पिंड में खेतीबाड़ी कर रहे हैं, हलवाई का बहुत शौक सी, ऊठ रखा होया सी। उन्होंने दिनों उन्होंने पिंडों में ऊठ बहुत होंगे सी, ट्रैक्टर तो बहुत बाद आए ने, तो हलवाई ऊठ के नाल करते, बैलों नाल भी की जाती है, कुदरती जड़े ने इस तरह कर रहे हैं। तो वो रस्ते में हलवाई करद आउंदियां नूं पाठ पता किन्ने कर लेंदे, रोज़ 100 पाठ रोज़ जपजी साहब का कर लेंदे सी। इन्हां उन्हां दी टकसाल दे विच जिहड़ी सी इन्नी उन्हां दी तितिक्षा, इन्नी भगती संत जरनैल सिंह जी उन्हां दी सी। सो वो कोई ब्राह्मण जिहड़ा सी, ये हल वाह के आ रहे ने, एक ब्राह्मण जिहड़ा सी सिगरट पींदा होया आ रहा है। इन्हां नूं थोड़ी याद होंदी है सिੱਖੀ नाल एलर्जी है कईयां नूं, सारे तो नहीं कहांगे, कुछ नूं एलर्जी है। जान के सिगरट का धुआं महापुरखों के मूँह से मारिया, उधर जड़ा धुआं किया, महापुरखों ने कहा ये तू की किया बामना, भाई तू ये धुआं जड़ा मेरे मूँह से मारना किया तैं। सो वो मूँहों पुट्ठा बोलिया, क्यों मैं पीना तेरा की ढिड दुखदा है। बामन मूँहों कहन लगा, संतां ने वचन कह दिते ढिड दुखे तेरा मेरा क्यों। बाजी घरे आया है तो दर्द की पीड़ा ढिड की जी सी शुरू हो गई है, तो नाल चीकां भी शुरू हो गई ने, पुट्ठा हुंदा कदे सीधा हुंदा। सो इउं उहदी हालत होई। घर दे आम हुंदा पिंडां विच भी, चलो कई वारी बीड़ आपां कहना बीड़ा उठ खड़िया भी तां दर्द हुंदा है, वो नाड़ा नूड़ा जिहा दबण लग पए ने, कोई जमैन देण लग पिया है, पर पीड़ा तां कितों होर पासियों है। कर्मखंड की बाणी जिन्हां दी जोर वाली है उन्हां दी कही होई बचन कहे ने। अक्सर वो बामण के मुखों आपे निकलिया, कहंदा वी गल की है ना, कहंदा वी मेरे ही अज संत तां उहदा नहीं ना कोई पिंड का रोटियां का, कहंदे भी संत ने ये, कहंदा भी जोगिंदर सिंह के मुंडे नाल थोड़ा जिहा मेरा खै खविया जिहा हो गया। वो हलवा के आ रहा सी, मेरे तो गलती तो मेरी है, मैं सिगरट का धुआं उहदे मूँह ते मारिया है उस वल नूं, ते उहने आख्या तू ऐसा क्यों कीता है। तो मैं कह दिता भी मैं धुआं जिहड़ा मैं सिगरट मैं पीना
ਤੇ ਤੇਰਾ ਕੀ ਢਿੱਡ ਦੁਖਦਾ ਹੈ? ਅੱਗੋਂ ਨੇ ਪ੍ਰਤੀਰੋਧ ਵਿੱਚ ਕਹਿ ਦਿੱਤਾ ਕਿ ਢਿੱਡ ਦੁਖ ਤੇਰਾ। ਤੇ ਇਹ ਕੰਮ ਉਦੋਂ ਦਾ ਹੀ ਹੋਇਆ ਸ਼ੁਰੂ। ਉਹ ਕੋਈ ਮਾਮੂਲੀ ਜੱਟ ਨਹੀਂ, ਮੈਨੂੰ ਤਾਂ ਲੱਗਦਾ ਕੋਈ ਭਗਤ ਹੈ ਰੱਬ ਦਾ। ਜਾਓ ਜਾ ਕੇ ਉਹਨੂੰ ਕਹੋ ਵੀ ਜਿਹੜਾ ਉਹਦੀ ਗਲਤੀ ਮਾफ़ ਕਰ ਦੇ ਬਈ। ਟੱਬਰ ਦੇ ਕੋਈ ਜੀ ਆਏ ਘਰੇ ਸੰਤਾਂ ਨੂੰ ਆ ਕੇ ਕਹਿਣ ਲੱਗੇ ਉਹ ਤੂੰ ਕੀ ਬਚਨ ਕਰ ਦਿੱਤਾ ਹੈ? ਤੇ ਉਦੋਂ ਦਾ ਹੀ ਜਿਹੜਾ ਸੀ ਤੇਰਾ ਬਚਨ ਇਹੋ ਜਿਹਾ ਬੋਲਿਆ ਤੇ ਢਿੱਡ ਦੀ ਪੀੜਾ ਸ਼ੁਰੂ ਹੋ ਹੋਈ ਆ, ਜਾ ਕੇ ਠੀਕ ਕਰ ਉਹਨੂੰ। ਤੇ ਕਹਿਣ ਲੱਗੇ ਉਹਨੂੰ ਕਹੋ ਵੀ ਜਿਹੜਾ ਹੈਗਾ ਨਾ ਸਿੱਖੀ ਦੀ ਨਿਰਾਦਰੀ ਕੀਤੀ, ਆਪਣਾ ਬਚਨ ਕਰੇ ਵੇ ਕਲਗੀਧਰ ਦੀ ਬਖਸ਼ਿਓ ਸਿੱਖੀ ਦਾ ਕਿ ਮੈਂ ਅਪਮਾਨ ਨਹੀਂ ਕਰੂੰਗਾ, ਇਹ ਵਾਅਦਾ ਕਰੇ। ਕਹਿੰਦੇ ਨਹੀਂ ਤੁਸੀਂ ਜਾ ਕੇ ਉਹਨਾਂ ਨਾਲ ਬਚਨ ਕਰੋ। ਘਰ ਲੈ ਆਉਣਾ ਕੀਤਾ। ਕਹਿੰਦੇ ਕੀ ਹਾਲ ਹੈ ਪੰਡਤ ਜੀ, ਚੜ੍ਹਦੀ ਕਲਾ ਹੈ? ਤੇ ਕਹਿੰਦਾ ਕਲਾ ਕੀ ਹੈ? ਉਦੋਂ ਦਾ ਮੇਰਾ ਪੀੜਾ ਢੱਡੇ ਮੈਨੂੰ ਤੜਫਾਇਆ ਪਿਆ ਤੂੰ। ਹਾਂਜੀ। ਸੋ ਕਹਿਣ ਲੱਗੇ ਮੈਨੂੰ ਤਾਂ ਤੂੰ ਲੱਗਦਾ ਵੀ ਧੰਨਾ ਭਗਤੇ ਹੈ। ਉਹ ਕਹਿਣ ਲੱਗੇ ਤੂੰ ਆਪਣੀ ਬਾਣੀ ਬੰਦ ਰੱਖ, ਹੋਰ ਚੁੱਪ ਕਰ ਰਿਹਾ। ਮਹਾਂਪੁਰ ਕਹਿਣ ਲੱਗੇ ਤੂੰ ਆਪਣੀ ਪੀੜਾ ਦਾ ਹਾਲ ਦੱਸ। ਕਹਿਣ ਲੱਗਾ ਤੂੰ ਹੀ ਠੀਕ ਕਰ ਸਕਦਾ, ਤੂੰ ਹੀ ਸ਼ੁਰੂ ਕੀਤੀ ਹੈ, ਤੂੰ ਹੀ ਠੀਕ ਕਰ ਇਹਨੂੰ। ਉਸ ਵੇਲੇ ਮਹਾਂਪੁਰਖਾਂ ਨੇ ਆਖਿਆ ਇਹ ਠੀਕ ਕਰਨ ਵਾਲਾ ਸਿੱਖੀ ਦੀ ਕੀਤੀ ਹੈ ਤਾਂ ਨਰਾਦਰੀ ਅਪਮਾਨ। ਜਾਂ ਖੜਾ ਹੋ ਕੇ ਹਰਿਮੰਦਰ ਸਾਹਿਬ ਵੱਲ ਕਰ ਮੂੰਹ, ਖੜਾ ਹੋ ਕੇ ਅਰਦਾਸ ਕਰ ਵੀ ਮੈਂ ਅੱਗੇ ਤੋਂ ਤੇਰੇ ਸਿੱਖਾਂ ਨੂੰ ਨਹੀਂ ਮਾਰੀ ਸਤਾਊਂਗਾ। ਇਹ ਰਾਮਦਾਸ ਮਹਾਰਾਜ ਜੀ ਮੇਰੀ ਪੀੜਾ ਠੀਕ ਕਰ ਦਿਓ। ਇਸ ਤਰ੍ਹਾਂ ਫਿਰ ਜਿਹੜਾ ਸੀ ਖੇਮਾ ਕੀਤੀ, ਹਰਿਮੰਦਰ ਸਾਹਿਬ ਵੱਲ ਮੂੰਹ ਕਰਕੇ ਉਹਨੇ ਆਖਿਆ ਇਹ ਆਪਣੀ ਗਲਤੀ ਦਾ ਅਹਿਸਾਸ ਕੀਤਾ, ਪੀੜਾ ਠੀਕ ਹੋਈ ਹੈ। ਇਹ ਸਾਧ ਸੰਗਤ ਹੈ ਕਰਮਖੰਡ ਵਾਲਿਆਂ ਦੀ ਅਵਸਥਾ। ਬਾਣੀ ਉਹਨਾਂ ਦੀ ਕੈਸੀ ਹੁੰਦੀ ਹੈ? ਜ਼ੋਰ ਤਾਕਤ ਹੈ ਉਸ ਬਾਣੀ ਵਿੱਚ, ਕੋਈ ਸ਼ਕਤੀ ਹੈ, ਕੋਈ ਬਲ ਹੈ। ਹਾਂਜੀ, ਜਿਹੜੇ ਕਰਮਖੰਡ ਵਿੱਚ ਪਹੁੰਚ ਜਾਂਦੇ ਨੇ। ਸੋ ਜਪਜੀ ਸਾਹਿਬ ਜੀ ਸ਼ੁਰੂਆਤ ਜਿਹੜੀ ਹੈ ਨਾ, ਹੁਣ ਸਮਾਪਤੀ ਵੱਲ ਆਉਣ ਲੱਗੇ ਹਾਂ। ਅਤੇ ਇਹ ਜਿਉਂ-ਜਿਉਂ ਪਾਠ ਕਰੋਗੇ ਅਵਸਥਾ ਦੇ ਮਾਲਕ ਬਣੀ ਜਾਵਾਂਗੇ। ਇੱਕ ਓਂਕਾਰ ਤੋਂ ਸ਼ੁਰੂ ਹੋਣ ਲੱਗੇ ਹੋ ਨਾ। ਹਾਂਜੀ। ਸੋ ਜਦੋਂ ਇੱਥੇ ਤੱਕ ਆ ਜਾਣਾ, ਜਪਜੀ ਸਾਹਿਬ ਰੋਜ਼ ਪਾਠ ਕਰਦੇ ਹੋ, ਇਹ ਜਪਜੀ ਸਾਹਿਬ ਇਹ ਦਾਤਾਂ ਦੇਈ ਜਾਂਦਾ ਹੈ। ਇਹ ਦਾਤਾਂ ਵੀ ਜਪਜੀ ਸਾਹਿਬ ਵਿੱਚੋਂ ਹੀ ਮਿਲਣੀਆਂ ਨੇ। ਜਿਹੜੀ ਹੈ ਸਾਸਨ ਧਰਮਖੰਡ ਦੀ ਪ੍ਰਾਪਤੀ, ਗਿਆਨਖੰਡ ਦੀ, ਸ਼ਰਮਖੰਡ ਦੀ ਅਤੇ ਕਰਮਖੰਡ ਦੀ ਅਤੇ ਸੱਚਖੰਡ ਦੀ। ਸੋ ਇਸ ਲਈ ਸਤਿਗੁਰੂ ਕਹਿ ਰਹੇ ਨੇ ਕਿ ਭਾਈ ਕਰਮਖੰਡ ਵਾਲਿਆਂ ਦੀ ਬਾਣੀ ਬੜੀ ਜ਼ੋਰ ਵਾਲੀ ਹੈ, ਬਲ ਵਾਲੀ ਹੈ, ਤਾਕਤਵਰ ਹੈ। ਤਿੱਥੈ ਹੋਰ ਨਾ ਕੋਈ ਹੋਰ। ਤੇ ਜ਼ੋਰ ਨਾਮ ਸਾਧ ਸੰਗਤ ਜੀ ਜੋੜਨ ਦਾ ਵੀ ਹੁੰਦਾ ਹੈ। ਜ਼ੋਰ ਨਾਮ ਜੋੜਨ ਦਾ ਵੀ ਅਰਥ ਗੁਰਬਾਣੀ ਵਿੱਚ ਬਹੁਤ ਥਾਈਂ ਜ਼ੋਰ ਦੇ ਹੱਥ ਜੋੜਨਾ ਆਉਂਦਾ ਹੈ। ਕੋਈ ਜਨ ਹਰਸੋਂ ਦੇਵੈ ਜ਼ੋਰ, ਉੱਥੇ ਜ਼ੋਰ ਦਾ ਹੱਥ ਹੈ ਜੋੜਨਾ। ਕੋਈ ਐਸਾ ਜਨ ਹੈ ਜਿਹੜਾ ਮੈਨੂੰ ਰੱਬ ਨਾਲ ਜੋੜ ਦੇਵੇ? ਇਸ ਲਈ ਜ਼ੋਰ ਦਾ ਅਰਥ ਜੋੜਨਾ ਵੀ ਹੈ। ਜਿਹੜੀ ਕਰਮਖੰਡ ਵਾਲਿਆਂ ਦੀ ਅਵਸਥਾ ਹੈ ਨਾ, ਉਹਨਾਂ ਦੀ ਜਿਹੜੀ ਬਾਣੀ ਆ ਨਾ, ਉਹ ਬਾਣੀ ਰੱਬ ਦੇ ਨਾਲ ਜੋੜ ਦਿੰਦੀ ਹੈ। ਉਹਨਾਂ ਦੀ ਜੋ ਵਚਨ ਕਹਿ ਦੇਣ ਕਿਸੇ ਨੂੰ ਰੱਬ ਨੂੰ ਜੋੜਨ ਵਾਸਤੇ, ਸਾਧ ਸੰਗ ਛੱਡ ਕੇ ਸੰਸਾਰ ਨੂੰ ਰੱਬ ਵਾਲੇ ਪਾਸੇ ਜੁੜਨ ਲੱਗ ਜਾਂਦਾ ਹੈ। ਅਤੇ ਮਾਇਆ ਵਾਲੇ ਪਾਸਿਓਂ ਜਿਹੜਾ ਆਪਣਾ ਘਟਾ ਕੇ ਸੰਸਾਰੀ ਅਵਸਥਾ ਵਿੱਚ ਰਹਿੰਦਾ ਹੋਇਆ ਆਪਣੇ ਆਪ ਨੂੰ ਰੱਬ ਨਾਲ ਜੋੜਨ ਵਾਲਾ ਹੋ ਜਾਂਦਾ ਹੈ। ਇਸ ਗੱਲ ਦਾ ਵੀ ਉਹ ਸਮਰੱਥ ਹੁੰਦੇ ਨੇ। ਤਿੱਥੈ ਹੋਰ ਨਾ ਕੋਈ ਹੋਰ। ਹਾਂ, ਕਿੱਥੇ ਵਿਸਰਾਮ ਹੈ ਜੀ ਇਹਦਾ? ਤਿੱਥੈ ਹਾਂ ਨਾ ਕੋਈ ਹੋਰ। ਸੋ ਪਕਾਈ ਜਾਓ ਨਾਲ ਵਿਸਰਾਮ। ਜਿੱਥੇ ਉੱਥੇ ਉਸ ਅਵਸਥਾ ਵਾਲਿਆਂ ਦੇ ਦ੍ਰਿਸ਼ਟੀ ਵਿੱਚ ਸਾਧ ਸੰਗਤ ਰੱਬ ਤੋਂ ਬਿਨਾਂ ਕੋਈ ਹੋਰ ਨਹੀਂ ਉਹਨਾਂ ਦਾ ਦ੍ਰਿਸ਼ਟੀ 'ਚ ਕੋਈ ਆਉਂਦਾ। ਕੇਵਲ ਅਤੇ ਕੇਵਲ ਉਹਨਾਂ ਦੀ ਦ੍ਰਿਸ਼ਟੀ ਵਿੱਚ ਬ੍ਰਹਮ ਹੀ ਹੁੰਦਾ ਹੈ। ਬ੍ਰਹਮ ਦੀ ਫਿਰ ਉਪਾਸਕ ਹੋ ਚੁੱਕੇ ਹੁੰਦੇ ਨੇ, ਕਿਸੇ ਦੇਵੀ ਦੇਵਤੇ ਨੂੰ ਮਨ 'ਚ ਨਹੀਂ ਲਿਆਉਂਦੇ। ਜਿਵੇਂ ਸਵਈਏ 'ਚ ਮਹਾਰਾਜ ਕਲਗੀਧਰ ਜੀ ਨੇ ਕਿਹਾ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਸੋ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ। ਜਿਸ ਕਰਕੇ ਸਾਧ ਸੰਗਤ ਉਹ ਕਿਸੇ ਨੂੰ ਹੋਰ ਦੇ ਫਿਰ ਜਿਹੜੇ ਨੇ ਮੰਨਣੀਆਂ ਨਹੀਂ ਹੁੰਦੇ। ਕੇਵਲ ਅਤੇ ਕੇਵਲ ਉਹਨਾਂ ਦੀ ਉਪਾਸਨਾ ਜਿਹੜੀ ਹੈ ਪ੍ਰਭੂ ਦੇ ਨਾਲ ਹੀ ਹੁੰਦੀ ਹੈ। ਉਹ ਉਹਨਾਂ ਦਾ ਇਸ਼ਟ ਕੇਵਲ ਅਕਾਲ ਪੁਰਖ ਹੀ ਹੁੰਦਾ ਹੈ। ਉਹਦੇ ਹੀ ਉਪਾਸਕ ਹੁੰਦੇ ਨੇ। ਉਹ ਉਹਨਾਂ ਦੀ ਉਪਾਸਨਾ ਕਰਦੇ ਨੇ, ਕਿਸੇ ਹੋਰ ਨੂੰ ਨਹੀਂ ਭਾਈਓ ਪੂਜਣਾ ਕਰਦੇ। ਉਹਨਾਂ ਨੂੰ ਦ੍ਰਿਸ਼ਟੀ ਵਿੱਚ ਕੇਵਲ ਬ੍ਰਹਮ ਹੀ ਹੁੰਦਾ ਹੈ। ਜਿਵੇਂ ਗੁਰਬਾਣੀ ਵਿੱਚ ਆਉਂਦਾ ਹੈ ਬ੍ਰਹਮ ਦਿਸੈ, ਬ੍ਰਹਮ ਸੁਣੀਐ। ਉਹਨਾਂ ਨੂੰ ਸਾਰਿਆਂ 'ਚ ਬ੍ਰਹਮ ਹੀ ਦਿੰਦਾ ਹੈ। ਜੋ ਸੁਣਦਾ ਕੰਨਾਂ ਵਿੱਚ ਉਹਨੂੰ ਬ੍ਰਹਮ ਹੀ ਸੁਣਦਾ ਹੈ। ਸੋ ਬ੍ਰਹਮ ਹੋ ਚੁੱਕੇ ਹੁੰਦੇ ਨੇ। ਬ੍ਰਹਮ ਦਿਸੈ, ਬ੍ਰਹਮ ਸੁਣੀਐ, ਏਕ ਏਕ ਵਖਾਣੀ ਹੈ। ਸੋ ਇੱਕ ਨੂੰ ਹੀ ਉਹ ਕਥਨ ਕਰਦੇ ਨੇ, ਇੱਕ ਬ੍ਰਹਮ ਨੂੰ ਹੀ ਵੇਖਦੇ ਨੇ। ਸੋ ਉਹ ਜਿਹੜੇ ਨੇ ਦ੍ਰਿਸ਼ਟਾ ਜਿਹੜਾ ਬ੍ਰਹਮ ਹੈ, ਸੋ ਸੰਸਾਰ ਦ੍ਰਿਸ਼ ਨੂੰ ਛੱਡ ਕੇ ਦ੍ਰਿਸ਼ਟਾ ਜਿਹੜਾ ਬ੍ਰਹਮ ਹੈ ਉਹਨੂੰ ਹੀ ਵੇਖਣਾ ਕਰਦੇ ਨੇ। ਉਹ ਤੋਂ ਬਿਨਾਂ ਉਹਨਾਂ ਨੂੰ ਕੋਈ ਹੋਰ ਨਹੀਂ ਹੈ। ਜੋ ਬੋਲਤ ਹੈ ਮਿਰਗਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਹਾਂਜੀ। ਤਿੱਥੈ ਜੋਧ ਮਹਾ ਬਲਸੂਰ। ਉਸ ਅਵਸਥਾ ਵਿੱਚ ਸਾਧ ਸੰਗਤ ਇਹ ਅਵਸਥਾ ਦਾ ਜਿਹੜਾ ਮਾਲਕ ਹੁੰਦਾ ਹੈ, ਇਸ ਅਵਸਥਾ ਦੇ ਵਿੱਚ ਜੋਧਾਪਣ, ਮਹਾਬਲੀ, ਸੂਰਮੇ,
ਸੋ ਐਸੇ ਗੁਣ ਉਹ 'ਚ ਆ ਜਾਂਦੇ ਨੇ। ਤੁਹਾਨੂੰ ਅੱਗੇ ਲਿਖਾਏ ਨਾ ਵੀ 4 ਤਰ੍ਹਾਂ ਦੇ ਯੋਧੇ ਹੁੰਦੇ ਨੇ। ਜਿਹੜਾ ਸੂਰਮਾ ਹੁੰਦਾ ਇਕੱਲੇ ਇਕੱਲੇ ਨਾਲ ਲੜੇ। ਦੂਜਾ ਤੁਹਾਨੂੰ ਲਿਖਾਇਆ ਸੀ ਰਥੀ ਸੂਰਮਾ, ਜਿਹੜਾ ਸੈਂਕੜਿਆਂ ਨਾਲ ਲੜੇ। ਤੁਹਾਨੂੰ ਤੀਜਾ ਲਿਖਾਇਆ ਸੀ ਮਹਾਰਥੀ ਸੂਰਮਾ, ਜਿਹੜਾ ਹਜ਼ਾਰਾਂ ਨਾਲ ਯੁੱਧ ਕਰ ਸਕੇ। ਚੌਥਾ ਤੁਹਾਨੂੰ ਲਿਖਾਇਆ ਸੀ ਅਤਰਥੀ ਸੂਰਮਾ, ਜਿਹੜਾ ਲੱਖਾਂ ਨਾਲ ਯੁੱਧ ਕਰੇ। ਜਿਵੇਂ ਹੁਣ ਆਪਾਂ ਅਜੀਤ ਸਿੰਘ ਜੀ ਮਹਾਰਾਜ ਸਾਹਿਬਜ਼ਾਦੇ, ਜੁਝਾਰ ਸਿੰਘ ਜੀ ਚਮਕੌਰ ਦੇ ਯੁੱਧ ਵਿੱਚ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲੱਗਾ, ਸ਼ਹੀਦੀ ਦਿਹਾੜਾ ਆਪਾਂ ਮਨਾਉਣ ਲੱਗੇ ਹਾਂ ਇੱਥੇ। ਸੋ ਉਹਨਾਂ ਨੇ 1.25 ਲੱਖ ਨਾਲ ਲੜਾਈ ਕੀਤੀ ਹੈ ਚਮਕੌਰ ਦੇ ਯੁੱਧ ਵਿੱਚ। ਇਸ ਕਰਕੇ ਜਿਹੜੇ ਕਰਮਖੰਡੀ ਹੁੰਦੇ ਨੇ, ਇਸ ਖੰਡ ਵਿੱਚ ਪਹੁੰਚ ਚੁੱਕੇ ਹੁੰਦੇ ਨੇ, ਸਾਧ ਸੰਗਤ ਇੱਦਾਂ ਦੇ ਯੋਧੇ ਰਥੀ ਸੂਰਮੇ, ਮਹਾਰਥੀ ਸੂਰਮੇ ਅਤੇ ਰਥੀ ਸੂਰਮੇ ਹੁੰਦੇ ਨੇ। ਬਾਹਰਲੇ ਦੁਸ਼ਮਣਾਂ ਨਾਲ ਲੜਨ ਵਾਸਤੇ ਵੀ ਉਹਨਾਂ ਕੋਲ ਇੰਨੀ ਤਾਕਤ ਹੁੰਦੀ ਹੈ। ਜਿਹੜੇ ਅੰਦਰਲੇ ਦੁਸ਼ਮਣ ਨੇ ਕਾਮ, ਕ੍ਰੋਧ, ਲੋਭ, ਹੰਕਾਰ, ਉਹਨਾਂ ਨਾਲ ਯੁੱਧ ਕਰਨ ਵਾਸਤੇ ਵੀ ਇੱਦਾਂ ਦੀ ਉਹਨਾਂ ਅੰਦਰ ਜਿਹੜਾ ਜੁਝਾਰੂਪਣ ਹੁੰਦਾ ਹੈ। ਉਹ ਕਾਮ ਨੂੰ ਸਾਧ ਸੰਗਤ ਦਲਣ ਵਾਸਤੇ ਜਿਹੜੇ ਨੇ ਅਤਰਥੀ ਸੂਰਮੇ ਹੁੰਦੇ ਨੇ। ਮੋਹ ਜਿਹੜਾ ਸਾਰਿਆਂ ਤੋਂ ਬਲੀ ਹੈ, ਬੜੇ ਬੜਿਆਂ ਨੂੰ ਦਲ ਦਿੱਤਾ ਹੈ, ਉਹਨਾਂ ਨੂੰ ਦਲਣ ਵਾਸਤੇ ਸਾਧ ਸੰਗਤ ਇਹ ਜਿਹੜੇ ਨੇ ਅਤਰਥੀ ਸੂਰਮੇ ਹੁੰਦੇ ਨੇ। ਐਸੇ ਬਹਾਦਰ ਹੁੰਦੇ ਨੇ ਜਿਨ੍ਹਾਂ ਦੀ ਅਵਸਥਾ ਕਰਮਖੰਡ ਤੱਕ ਪਹੁੰਚ ਚੁੱਕੀ ਹੁੰਦੀ ਹੈ। ਕਿਉਂਕਿ ਇਹ ਜਿਹੜੇ ਪੰਜੇ ਮਹਾਬਲੀ ਸੂਰਮੇ ਨੇ, ਬਾਣੀ ਚਾਹੁੰਦਾ ਜਿਨ ਮਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀ ਰੇ। ਜਿਨ੍ਹਾਂ ਨੇ 5 ਮਾਰ ਲਏ ਨਾ, ਐਦਾਂ ਵੱਡਾ ਬਲੀ ਹੋਰ ਕੋਈ ਨਹੀਂ, ਉਹ ਅਤਰਥੀ ਸੂਰਮਾ ਹੈ। ਸੋ ਇਸ ਕਰ ਜਿਹੜੇ ਕਰਮਖੰਡ ਵਿੱਚ ਪਹੁੰਚ ਚੁੱਕੇ ਅਵਸਥਾ ਵਾਲੇ ਨੇ, ਬਾਕੀ ਸੰਸਾਰ ਨੂੰ ਪੰਜੇ ਮਾਰੀ ਜਾ ਰਹੇ ਨੇ। ਸੋ ਜਿਹੜਾ ਕਰਮਖੰਡੀ ਯੋਧਾ ਹੁੰਦਾ ਹੈ, ਉਹਨੇ ਇਹਨੇ ਪੰਜਾਂ ਨੂੰ ਮਾਰ ਲਿਆ ਹੁੰਦਾ ਹੈ, ਆਪਣੇ ਵਸੀਕਾਰ ਕੀਤਾ ਹੁੰਦਾ ਹੈ, ਕੰਟਰੋਲ 'ਚ ਕੀਤਾ ਹੁੰਦਾ ਹੈ। ਆਮ ਜਿਹੜੇ ਉਹ ਆਪਣੇ ਕੰਟਰੋਲ 'ਚ ਚਲਾਉਂਦੇ ਨੇ, ਮੋਹ ਆਪਣੇ ਕੰਟਰੋਲ 'ਚ ਚਲਾ ਰਿਹਾ ਸਾਰਿਆਂ ਨੂੰ, ਪਰ ਉਹ ਸਾਧ ਸੰਗਤ ਇਹਨਾਂ ਦੇ ਅਧੀਨ ਹੋ ਜਾਂਦੇ ਨੇ। ਸੋ ਕਰਮਖੰਡੀ ਉਹਨਾਂ ਨੂੰ ਚਲਾਉਂਦੇ ਨੇ, ਨਾ ਕਿ ਉਹਨਾਂ ਦੀ ਮਗਰ ਲੱਗਦੇ ਨੇ। ਹਾਂਜੀ। ਤਿੰਨ ਮਹਿ ਰਾਮ ਰਹਿਆ ਭਰਪੂਰ। ਹਾਂ, ਭਰਪੂਰ। ਭਰਪੂਰ। ਹਾਂਜੀ। ਸੋ ਇਹਨੂੰ ਕਈ ਭਰਪੂਰ ਪੜ੍ਹਦੇ ਨੇ ਜੀ। ਭਰਪੂਰਤਾ ਤਾਂ ਹੈ ਜੇ ਪਿੱਛੇ ਵੀ ਪੱਪੇ ਦੀ ਬਜਾਏ ਭੱਬਾ ਹੀ ਹੋਵੇ, ਫਿਰ ਕਹਾਂਗੇ ਭਰਪੂਰ। ਪਰ ਪਾਠ ਤਾਂ ਇੱਥੇ ਪੱਪੇ ਨਾਲ ਹੈ ਨਾ, ਪੜਾਂਗੇ ਭਰਪੂਰ। ਹਾਂ, ਭਰਪੂਰ ਵੀ ਨਹੀਂ ਕਰਨਾ, ਭਰਪੂਰ। ਹਾਂ। ਤਿੰਨ ਮਹਿ ਰਾਮ ਰਹਿਆ ਭਰਪੂਰ। ਇਹਨੂੰ ਰਿਹਾ ਪੜ੍ਹ ਜਾਂਦੇ ਨੇ ਕਈ, ਰਾਮ ਰਿਹਾ। ਰਿਹਾ ਥੋੜ੍ਹਾ ਪਾਠ ਹੈ, ਕੀ ਹੈ? ਫਿਰ ਪੜ੍ਹ ਲਓ ਸਾਰੀ ਲਾਈਨ। ਰਾਮ ਰਹਿਆ ਭਰਪੂਰ। ਉਹਨਾਂ ਦੇ ਮਹਿਮੇ ਨੇ ਵਿੱਚ, ਉਹਨਾਂ ਦੇ ਅੰਤਸਕਰਨ ਦੇ ਵਿੱਚ ਰਾਮ ਜਿਹੜਾ ਵਿਆਪਕ ਪਰਮੇਸ਼ਰ ਹੈ, ਰਮਿਆ ਹੋਇਆ। ਜਿਹਨੂੰ ਰਾਮ ਉਹਨੂੰ ਕਹਿੰਦੇ ਰਮਿਆ ਹੋਇਆ ਹੈ। ਕਹਿੰਦੇ ਨੇ ਏਕ ਰਾਮ ਦਸ਼ਰਥ ਕਾ ਬੇਟਾ, ਇੱਕ ਤਾਂ ਦਸ਼ਰਥ ਦਾ ਪੁੱਤਰ ਹੈ, ਰਾਮ ਚੰਦਰ ਹੋਇਆ ਹੈ। ਏਕ ਰਾਮ ਘਟ ਘਟ ਮੈਂ ਲੇਟਾ, ਇੱਕ ਰਾਮ ਹੈ ਜਿਹੜਾ ਸਾਰੇ ਹਿਰਦੇ 'ਚ ਬੈਠਾ ਹੈ। ਏਕ ਰਾਮ ਕਾ ਸਗਲ ਪਸਾਰਾ, ਇੱਕ ਉਹ ਰਾਮ ਹੈ ਜਿਹੜਾ ਸਾਰਾ ਪਸਾਰਾ ਵਾਹਿਗੁਰੂ ਨੇ ਕੀਤਾ ਹੈ। ਏਕ ਰਾਮ ਸਭ ਹੂੰ ਤੇ ਨਿਆਰਾ, ਇਹ ਉਹ ਰਾਮ ਹੈ ਜਿਹੜਾ ਭਾਈ ਸਾਰਿਆਂ 'ਚ ਵਿਆਪਕ ਹੈ। ਉਹ ਉਹਨਾਂ ਦੇ ਹਿਰਦੇ ਦੇ ਵਿੱਚ ਉਹ ਰਾਮ ਜਿਹੜਾ ਹੈ ਭਾਈ ਭਰਪੂਰ ਹੈ, ਮੌਜੂਦ ਹੈ। ਉਹਨੇ ਉਸ ਕਰਮਖੰਡੀਆਂ ਨੇ ਉਸ ਰਾਮ ਨੂੰ ਪਾ ਲਿਆ ਹੁੰਦਾ ਹੈ, ਸਾਖਸ਼ਾਤ ਕਰ ਲਿਆ ਹੁੰਦਾ ਹੈ। ਹਿਰਦੇ ਵਿੱਚ ਉਹਨਾਂ ਨੇ ਉਹਨੂੰ ਵੇਖ ਲਿਆ ਹੁੰਦਾ, ਭਰਪੂਰ ਜਾਣ ਲੈਂਦੇ ਨੇ। ਤਿੱਥੈ ਕੀ ਹੈ? ਸੀਤੋ ਸੀਤਾ ਮਹਿਮਾ ਮਾਹ। ਇਹਨਾਂ ਨੂੰ ਇੱਦਾਂ ਹੀ ਪੜ੍ਹਨਾ, ਸੀਤੋ ਭਾਰਾ ਕਰਕੇ ਨਾ, ਸੀਤੋ। ਹਾਂ, ਸੀਤੋ ਨਹੀਂ ਕਹਿਣਾ। ਸੀਤੋ ਤਾਂ ਕਿਸੇ ਚਲੋ ਨਾ ਹੋ ਜਾਂਦਾ ਕਈ ਵਾਰੀ ਬੀਬੀਆਂ ਦੇ, ਸੀਤੋ ਰੱਖ ਲੈਂਦੇ ਨੇ। ਸੋ ਪਰ ਇੱਥੇ ਸੀਤੋ ਸਿਉਣ ਦਾ ਅਰਥ ਹੈ, ਸੀਤੋ। ਹਾਂ, ਸੀਤੋ ਪੜ੍ਹਨਾ, ਸੀਤੋ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ। ਸੀਤੋ ਸੀਤਾ ਮਹਿਮਾ ਮਾਹ। ਮਹਿਮਾ ਵਡਿਆਈ, ਉਹਨਾਂ ਨੇ ਰੱਬ ਦੀ ਵਡਿਆਈ, ਬ੍ਰਹਮ ਦੀ ਜਿਹੜੀ ਮਹਿਮਾ ਵਾ, ਉਹਦੇ ਵਿੱਚ ਮਾਹਿਮੇ ਨੇ ਵਿੱਚ ਆਪਣੇ ਮਨ ਨੂੰ ਸਾਸੰਗ ਸੀਤਾ ਸਿਉਂਤਾ ਹੋਇਆ ਹੈ, ਸੀ ਲਿਆ ਹੋਇਆ ਹੈ। ਆਪਣਾ ਮਨ ਵਾਹਿਗੁਰੂ ਦੀ ਵਡਿਆਈ ਵਿੱਚ ਉਹਨਾਂ ਨੇ ਸੀ ਲਿਆ ਹੁੰਦਾ ਹੈ। ਜਿਸ ਕਰਕੇ ਸੀਤਾ ਹੀ ਗਿਆ, ਪੱਕਾ ਸੀਤਾ ਗਿਆ। ਜਿਹੜਾ ਕਿ ਵਾਰੀ ਕਿਸੇ ਚੀਜ਼ ਨਾਲ ਸੀ ਦਈਏ ਨਾ, ਵੱਖਰਾ ਨਹੀਂ ਹੁੰਦਾ। ਹੁਣ ਆ ਵੇਖੋ, ਜਿਹੜਾ ਰਗ ਹੈ ਆਪਣੀ, ਇਹਦੇ ਵਿੱਚ ਇੱਕ ਤਾਣਾ ਹੈ, ਇੱਕ ਉੱਪਰ ਪੇਟਾ ਹੈ, ਦੋ ਚੀਜ਼ਾਂ ਨੇ। ਸੋ ਇੰਨਾ ਸੀਤਾ ਗਿਆ, ਪਤਾ ਨਹੀਂ ਲੱਗਦਾ ਵੀ ਤਾਣਾ ਕਿੱਥੇ ਹੈ ਅਤੇ ਪੇਟਾ ਕਿੱਥੇ ਹੈ। ਸੋ ਸਾਰਾ ਇੱਕ ਮੁੱਖ ਹੋ ਚੁੱਕੇ ਨੇ, ਓਤ ਪੋਤ। ਉਹਨੂੰ ਕਹਿੰਦੇ ਨੇ ਓਤ ਪੋਤ।
ਤਾਣੇ ਪੇਟੇ ਵਾਂਗੂ ਮਿਲ ਜਾਣਾ। ਇਉਂ ਸੀਤਾ ਗਿਆ ਉਹਨਾਂ ਦਾ ਮਨ ਜਿਹੜਾ ਸੀ ਪ੍ਰਭੂ ਦੀ ਵਡਿਆਈ ਵਿੱਚ। ਅਤੇ ਨਾਲ ਨਾਲ ਸਾਧ ਸੰਗਤ ਜੀ ਸੀਤਾ ਦਾ ਅਰਥ ਵੀ ਸੀਤਾ ਕਰ ਲਿਆ ਜਾਂਦਾ ਹੈ। ਦੋਵੇਂ ਜਿਹੜੇ ਨੇ ਸੀਤੋ ਸੀਤਾ ਕਹਿੰਦੇ ਨੇ, ਘਰ ਘੁਰ ਕਹਿ ਦਿੰਦੇ ਆ। ਇੱਕ ਤਾਂ ਉਹਦਾ ਕਾਮਨ ਨਾਮ ਮੰਨ ਲਿਆ ਜਾਂਦਾ ਹੈ, ਪਰ ਇੱਥੇ ਜਿਹੜਾ ਨਾਲ ਨਾਲ ਮੇਰਾ ਕਾਮਨ ਹੀ ਨਹੀਂ, ਮਨ ਸੀਤਾ ਗਿਆ, ਸੀਤੋ ਮਨ ਸੀਤਾ ਗਿਆ ਉਹਨਾਂ ਦੀ ਵਡਿਆਈ ਵਿੱਚ। ਜਿਵੇਂ ਸੀਤਾ ਦਾ ਮਨ ਜਿਹੜਾ ਸੀ ਰਾਮਚੰਦਰ ਦੇ ਨਾਲ ਸੀਤਾ ਗਿਆ ਸੀ, ਉਹਨਾਂ ਦੀ ਵਡਿਆਈ ਵਿੱਚ, ਉਹਨਾਂ ਦੇ ਜਸ ਵਿੱਚ। ਸੋ ਉਹਦੇ ਬਾਰੇ ਹਨੂਮਾਨ ਨਾਟਕ ਗ੍ਰੰਥ ਵਿੱਚ ਲਿਖਿਆ ਹੈ ਕਿਵੇਂ ਸੀਤਾ ਹੋਇਆ ਸੀ। ਉਹ ਗ੍ਰੰਥ ਵਿੱਚ ਕਮਾਲ ਦਾ ਗ੍ਰੰਥ ਹੈ, ਦਮਨੀ ਟਕਸਾਲ ਵਿੱਚ ਸਾਤਸੰਗ ਪੜ੍ਹਾਇਆ ਜਾਂਦਾ ਹੈ, ਮੌਜੂਦ। ਹਾਂ, ਜਿਹੜਾ ਹਰ ਵੇਲੇ ਰਵੇ, ਭਰਪੂਰ ਰਵੇ, ਭਰਿਆ ਹੋਵੇ, ਖਾਲੀ ਨਾ ਹੋਵੇ ਕਦੇ। ਆਹ ਚੀਜ਼ ਭਰਪੂਰ ਹੋ ਗਈ, ਭਰ ਗਈ ਹੈ। ਹਾਂ, ਇਸ ਲਈ ਉਸ ਗ੍ਰੰਥ ਵਿੱਚ ਲਿਖਿਆ ਹੈ, ਰਾਮਚੰਦਰ ਨੇ ਕਹਿੰਦੇ ਪੁੱਛਿਆ ਹੈ, ਜਦੋਂ ਸੀਤਾ ਦਾ ਹਰਨ ਹੋਇਆ ਨਾ, ਰਾਵਣ ਚੁਰਾ ਕੇ ਲੈ ਗਿਆ, ਅਤੇ ਹਨੂਮਾਨ ਨੂੰ ਪੁੱਛਦੇ ਨੇ, ਓ ਹਨੂਮਾਨ, ਉਸ ਗ੍ਰੰਥ ਵਿੱਚ ਲਿਖਿਆ ਹੈ, ਓ ਹਨੂਮਾਨ ਕਹਿਓ ਰਘਵੀਰ ਕੋ ਸ਼ੁੱਧ ਹੋਵੈ ਸੀ ਕੀ ਛਿਤ ਮਾਹੀ। ਛਿਤ ਨਾਮ ਧਰਤੀ ਦਾ ਹੈ। ਉਹ ਹਨੂਮਾਨ ਤੈਨੂੰ ਪਤਾ ਹੈ ਕਿ ਧਰਤੀ ਦੇ ਕਿਹੜੇ ਕਿਸੇ ਹਿੱਸੇ ਦੇ ਉੱਤੇ ਸੀਤਾ ਹੋ ਸਕਦੀ ਹੈ। ਫਿਰ ਉਸ ਵੇਲੇ ਹਨੂਮਾਨ ਨੇ ਆਖਿਆ ਹੈ ਪ੍ਰਭ, ਕਹਿੰਦੇ ਹੈਗੀ ਵਾ, ਇਹ ਪ੍ਰਭੂ ਹੈਗੀ ਹੈ, ਕਿੱਥੇ ਹੈ ਪ੍ਰਭ ਲੰਕਾ ਵਿੱਚ ਹੈ। ਸੋ ਹੈ ਪ੍ਰਭ ਲੰਕ ਕਲੰਕ ਬਿਨਾ, ਕਹਿੰਦੇ ਕਿਤੇ ਕਲੰਕਤ ਤਾਂ ਨਹੀਂ ਹੋ ਗਈ, ਕਹਿੰਦੇ ਨਹੀਂ, ਅਜੇ ਨਿਸ਼ਕਲੰਕ ਹੀ ਹੈ ਪ੍ਰਭ ਲੰਕ ਕਲੰਕ ਬਨਾ। ਸੋ ਬਸੈ ਤੇ ਰਾਵਣ ਬਾਗ ਕੀ ਛਾਹੀ, ਰਾਵਣ ਦੇ ਸ਼ੋਕ ਬਾਗ ਦੇ ਵਿੱਚ ਬਸ ਰਹੀ ਹੈ। ਫਿਰ ਰਾਮਚੰਦਰ ਜੀ ਫਿਰ ਪੁੱਛਦੇ ਨੇ, ਜੀਵਤ ਹੈ, ਮੈਤੋਂ ਵਿਸਰ ਕੇ ਜਿਉਂਦੀ ਆ ਜੇ ਉਹ? ਜੀਵਤ ਹੈ, ਕਹਿੰਦੇ ਜੀਂਦੀ ਤਾਂ ਹੈ, ਕਹਿ ਵੇ ਹੀ ਕੋ ਨਾਥ, ਕਹਿਣ ਮਾਤਰੇ ਜਿਉਂਦੀ ਹੈ। ਅੱਗੇ ਫਿਰ ਕਹਿ ਦਿੱਤਾ ਰਾਮਚੰਦਰ ਜੀ ਨੇ, ਕਿਉਂ ਨਾ ਮਰੀ ਹਮ ਤੇ ਵਿਸਰਾਹੀ, ਮੈਤੋਂ ਵਿਸਰ ਕੇ ਮਰ ਕਿਉਂ ਨਾ ਗਈ, ਕਿਵੇਂ ਜਿੰਦੀ ਹੈ। ਅਗਲੀ ਤੁਕ 'ਚ ਹਨੂਮਾਨ ਨੇ ਬੜਾ ਸੋਹਣਾ ਜਵਾਬ ਦਿੱਤਾ ਹੈ। ਕਹਿੰਦੇ ਨੇ, ਪ੍ਰਾਣ ਵਸੈ ਪਦ ਪੰਕਜ ਮੈਂ, ਜਮ ਆਵਤ ਹੈ ਪਰ ਪਾਵਤ ਨਾਹੀ। ਉਹਦੇ ਪ੍ਰਾਣ ਤਾਂ ਤੁਹਾਡੇ ਚਰਨਾਂ ਕਮਲਾਂ 'ਚ ਵਸੇ ਹੋਏ ਨੇ, ਉੱਥੇ ਲੀਨ ਹੋ ਚੁੱਕੀ ਹੈ। ਜਮ ਲੈਣ ਵਾਸਤੇ ਆਉਂਦਾ, ਉੱਥੇ ਪ੍ਰਾਣ ਹੁੰਦੇ ਹੀ ਨਹੀਂ, ਕਿਵੇਂ ਮਰੇ। ਇਉਂ ਉੱਤਰ ਸੋਹਣਾ ਉਹਨਾਂ ਨੇ ਜਿਹੜਾ ਅਸੀਂ ਦਿੱਤਾ ਸੀ। ਇਸ ਲਈ ਸੀਤਾ ਦੀ ਨਿਆਈ, ਜਿਨ੍ਹਾਂ ਦਾ ਮਨ ਭਾਈ ਬ੍ਰਹਮ ਦੇ ਨਾਲ ਸੀਤਾ ਗਿਆ, ਉਹ ਐਸੀ ਫਿਰ ਜਿਨ੍ਹਾਂ ਦੀ ਜਿਹੜੀ ਮਹਿਮਾ ਕਰਦੇ ਨੇ, ਵਡਿਆਈ ਕਰਦੇ ਨੇ, ਉਹਨਾਂ ਦਾ ਹੀ ਮਨ ਜਿਹੜਾ ਸੀਤਾ ਦੀ ਨਿਆਈ ਪਰਮੇਸ਼ਰ ਦੇ ਨਾਲ ਸੀਤਾ ਜਾਂਦਾ ਹੈ, ਵੱਖਰਾ ਨਹੀਂ ਹੁੰਦਾ। ਹਾਂਜੀ, ਤਾਂ ਕੇ ਰੂਪ ਨਾ ਕਥਨੇ ਜਾਹੇ। ਇਹ ਤਾਂ ਕੇ ਪਾਠ ਦੇਖੋ ਇਕੱਠਾ ਕਰ ਡਾਡਾ ਵਾਗਰੂ ਜੀ, ਵੱਖਰਾ। ਹਾਂ, ਕਿਉਂ ਵੱਖਰਾ ਕਿਵੇਂ ਨਹੀਂ ਨਾ ਤੁਹਾਨੂੰ ਇਹ? ਹਾਂ, ਤੱਤਾ ਨੀਲਾ ਰੰਗ ਤਾਂ ਵੱਖਰਾ ਦੱਸ ਰਿਹਾ ਅਤੇ ਕਿ ਕਾਲਾ ਰੰਗ ਵੱਖਰਾ ਦੱਸ ਰਿਹਾ। ਇਸ ਕਰਕੇ ਵੱਖਰੇ ਪਾਠ ਨੇ, ਤਾਂ ਕੇ ਨਹੀਂ ਕਹਿਣਾ। ਠੀਕ ਪੜ੍ਹਿਆ ਤੁਸੀਂ? ਤਾਂ ਕੇ ਰੂਪ ਨਾ ਕਥਨੇ ਜਾਹੇ, ਨਾ ਕਥਨੇ ਜਾਹੇ। ਉਹਨਾਂ ਦਾ ਜਿਹੜਾ ਭਾਈ ਸਰੂਪ ਹੁੰਦਾ ਨਾ, ਸੋ ਉਹ ਜਿਹੜਾ ਅੰਤਰੀਵ ਸਰੂਪ ਹੋ ਚੁੱਕੇ ਹੁੰਦੇ ਨੇ, ਅਤੇ ਬਾਹਰੀ ਵੀ ਸੰਸਾਰੀ ਲੋਕਾਂ ਨਾਲ ਫਰਕ ਹੁੰਦਾ ਉਹਨਾਂ ਦਾ। ਅੰਤਰਾਤਮੀ ਜਿਹੜੀ ਅਵਸਥਾ ਬਣ ਗਈ, ਸੰਸਾਰੀ ਲੋਕਾਂ ਨਾਲ ਬਹੁਤ ਡਰੀ ਹੈ। ਬਾਹਰਾ ਜਿਹੜਾ ਰੂਪ ਆ ਉਹਨਾਂ ਦਾ, ਉਹ ਬਾਹਰਲੇ ਰੂਪ 'ਤੇ ਵੀ ਕੋਈ ਰੌਣਕ ਆ ਜਾਂਦੀ ਹੈ। ਉਹ ਚਿਹਰੇ, ਬਹੁਤ ਵਾਰੀ ਕਈ ਮਨੁੱਖ ਚਿਹਰੇ ਤੋਂ ਪੜ੍ਹੇ ਜਾਂਦੇ ਨੇ। ਤੁਸੀਂ ਦੇਖੋ, ਚਿੰਤਤ ਹੋਵੋ, ਚਿਹਰੇ ਤੋਂ ਪਤਾ ਲੱਗ ਜਾਂਦਾ, ਪੁੱਛ ਲੈਂਦਾ ਕੀ ਗੱਲ ਵੀ ਅੱਜ ਬੜਾ ਫਿਕਰਮੰਦ ਦਿਨ ਹੈ। ਉਹ ਕਿਹਨੇ ਦੱਸਿਆ? ਚਿਹਰੇ ਨੇ ਦੱਸਿਆ ਨਾ। ਚਿਹਰਾ ਤੋਂ ਬਹੁਤ ਕੁਝ ਪੜ੍ਹ ਲਿਆ ਜਾਂਦਾ ਹੈ। ਜੇ ਕਿਤੇ ਬਹੁਤ ਹੀ ਖੁਸ਼ੀ ਹੋਈ ਹੋਵੇ, ਉਹ ਤੋਂ ਵੀ ਚਿਹਰੇ ਤੋਂ ਪੜ੍ਹ ਲਿਆ ਜਾਂਦਾ ਹੈ, ਬੜਾ ਅੱਜ ਖੁਸ਼ ਦਿਸ ਰਿਹਾ ਬਈ। ਕੋਈ ਮਰ ਗਿਆ ਹੋਵੇ ਘਰ ਵਿੱਚ, ਸਾਤਸੰਗ ਸੋਗ ਹੋਵੇ, ਉਹ ਵੀ ਚਿਹਰਾ ਇੱਕ ਦਰਪਣ ਹੈ, ਤਾਂ ਚਿਹਰਾ ਵੀ ਦੱਸ ਦਿੰਦਾ ਹੈ ਕਿ ਕਿਸ ਅਵਸਥਾ ਵਿੱਚ ਬੈਠਾ ਹੈ। ਸੋ ਇਸ ਕਰਕੇ ਜਿਹੜੇ ਪਾਪੀ ਆਦਮੀ ਹੁੰਦੇ ਨੇ, ਉਹਨਾਂ ਦਾ ਚਿਹਰਾ ਵੱਖਰਾ ਹੁੰਦਾ ਹੈ। ਉਹਨਾਂ ਦੇ ਚਿਹਰੇ 'ਤੇ ਰੌਣਕ ਨਹੀਂ ਹੁੰਦੀ। ਉਹ ਚਿਹਰੇ ਤੋਂ ਐਂ ਲੱਗਦਾ ਜਿਵੇਂ ਕੋਈ ਰਾਖਸ਼ ਹੁੰਦੇ ਨੇ। ਇਹ ਕਈ ਵਾਰੀ ਜਿਨ੍ਹਾਂ ਨੇ ਬਹੁਤ ਸਿੰਘਾਂ ਨੂੰ ਸ਼ਹੀਦ ਕੀਤਾ ਨਾ, ਪੁਲਿਸ ਵਾਲਿਆਂ ਨੇ ਇੰਡੀਆ 'ਚ, ਪੰਜਾਬ 'ਚ, ਉਹਨਾਂ ਦੇ ਚਿਹਰੇ ਇੱਦਾਂ ਹੀ ਲੱਗਦੇ ਨੇ ਜਿਵੇਂ ਸਾਰੇ ਰਾਖਸ਼ ਹੁੰਦੇ ਆ, ਇਹ ਭੂਤ ਜਿਹੇ ਲੱਗਦੇ ਆ ਉਹ। ਅਤੇ ਗੁਰਮੁਖ ਚਿਹਰਾ ਵੱਖਰਾ ਹੁੰਦਾ ਹੈ। ਚਿਹਰੇ 'ਤੇ ਲਾਲੀ ਹੁੰਦੀ ਹੈ, ਚਿਹਰੇ 'ਤੇ ਰੌਣਕ ਹੁੰਦੀ ਹੈ, ਆਬਾਦਾਨ ਹੁੰਦਾ ਉਹਨਾਂ ਦਾ ਚਿਹਰਾ। ਸੋ ਇਸ ਕਰਕੇ ਐਸਾ ਜਿਹੜਾ ਉਹਨਾਂ ਦਾ ਰੂਪ ਹੈ ਸਾਧ ਸੰਗਤ, ਸੋ ਉਹ ਕਥਨ ਵਿੱਚ ਨਹੀਂ ਆਉਂਦਾ। ਕਿਹੋ ਜਿਹਾ ਕੋਈ ਕਥਨ ਕਰੀਏ, ਕਿੰਨਾ ਦਾ ਸੋਹਣਾ ਉਹਨਾਂ ਦਾ ਚਿਹਰਾ ਹੁੰਦਾ ਹੈ। ਅੰਤਰ ਵੀ, ਅੰਦਰਲਾ ਰੂਪ ਵੀ ਉਹਨਾਂ ਦਾ ਬਹੁਤ ਮਹਾਨ ਹੁੰਦਾ। ਹਾਂਜੀ, ਨਾ ਉਹ ਮਰਹਿ
ਨਾ ਠਾਗੇ ਜਾਹਿ। ਹਾਂ ਮਰੈ ਨਹੀਂ ਪੜ੍ਹਨੇ ਜਿਹਨੂੰ ਹਾਏ ਨੂੰ ਸਿਆਰੀ ਆ ਨਾ ਮਰ ਹੈ। ਮੰਮਾ ਛੱਡ ਕੇ ਰਾਰਾ ਹਾਏ ਨੂੰ ਸਿਆਰੀ ਕੀ ਪੜੋਗੇ? ਰਹਿ। ਮੰਮਾ ਨਾਲ ਲਾ ਦੋ ਮਰਹਿ। ਪਾਠ ਹੋ ਗਿਆ ਨਾ। ਨਾ ਉਹ ਮਰਹਿ ਨਾ ਉਹ ਮਰੈ। ਨਾ ਠਾਗੇ ਜਾਹੇ। ਨਾ ਠਾਗੇ ਜਾਹਿ। ਭਾਈ ਉਹ ਜਿਹੜੇ ਨੇ ਸੰਸਾਰੀ ਲੋਕਾਂ ਵਾਂਗੂ ਉਹਨਾਂ ਦਾ ਮਰਨਾ ਨਹੀਂ ਹੁੰਦਾ। ਉਹਨਾਂ ਦਾ ਮਰਨਾ ਵੀ ਮੌਜ ਵਿੱਚ ਮਰਨਾ, ਮੌਜ ਵਿੱਚ ਜੰਮਣਾ ਆਉਣਾ ਜਾਣਾ। ਗੁਰਮੁਖ ਆਵੈ ਜਾਏ ਨਿਸੰਗ, ਮਰਜ਼ੀ ਨਾਲ ਆਉਂਦੇ ਨੇ, ਮਰਜ਼ੀ ਨਾਲ ਸਾਹ ਜਦੋਂ ਚਾਹੁਣ ਚਲੇ ਜਾਂਦੇ ਨੇ। ਸੰਸਾਰੀਆਂ ਵਾਲਾ ਉਹਨਾਂ ਦਾ ਐਸਾ ਮਰਨਾ ਨਹੀਂ ਹੁੰਦਾ। ਆਤਮਿਕ ਮੌਤ ਨਹੀਂ ਮਰਦੇ ਉਹ। ਅਤੇ ਨਾ ਠਾਗੇ ਜਾਹੇ। ਸੋ ਸੰਤ ਮਹਾਂਪੁਰਖ ਕਹਿੰਦੇ ਹੁੰਦੇ ਨਾ ਪਿੰਡਰਾਂ ਵਾਲੇ, ਸਿੱਖ ਦੀ ਮੌਤ ਕਦੋਂ ਹੈ? ਸਾਸੰਗ ਜਿਸਮਾਨੀ ਤੌਰ 'ਤੇ ਮਰਨਾ ਸਿੱਖ ਦੀ ਮੌਤ ਨਹੀਂ, ਰੂਹਾਨੀ ਤੌਰ 'ਤੇ ਮਰਨਾ ਸਿੱਖ ਦੀ ਮੌਤ ਹੈ। ਜੇ ਉਹਦੀ ਰੂਹਾਨੀ ਤੌਰ 'ਤੇ ਕਮਜ਼ੋਰੀ ਹੈ, ਰੂਹਾਨੀਅਤ ਵਿੱਚ ਸਾਸੰਗ ਜੋ ਗਰੀਬ ਹੈ, ਕੰਗਾਲ ਹੈ, ਕੁਝ ਵੀ ਨਹੀਂ ਉਹਦੇ ਕੋਲ ਰੂਹਾਨੀਅਤ ਵਿੱਚ, ਤਾਂ ਉਹਦੀ ਮੌਤ ਹੈ, ਉਹ ਮੁਰਦਾ ਤੁਰਿਆ ਫਿਰਦਾ। ਮਰਨ ਬਾਣੀ ਵਿੱਚ ਕਿਹਾ ਮਰਨੰ ਵਿਸਰਨ ਗੋਵਿੰਦਾ ਹੈ, ਜੀਵਨੰ ਨਾਮ ਧਿਆਵਣ ਹੈ। ਸਿੱਖ ਦਾ ਜੀਣਾ ਜਦੋਂ ਨਾਮ ਤੇ ਆਉਂਦਾ, ਸਿੱਖ ਦੀ ਜ਼ਿੰਦਗੀ ਹੈ। ਸਿੱਖ ਦੀ ਮੌਤ ਹੈ ਵਿਸਰਨ ਗੋਬਿੰਦਾ ਹੈ, ਜਦੋਂ ਰੱਬ ਵਿਸਰ ਜਾਵੇ ਸਿੱਖ ਦੀ ਮੌਤ ਹੈ। ਇਹ ਜੀ ਮੌਤ ਉਹਨਾਂ ਦੀ ਨਹੀਂ ਹੁੰਦੀ ਜਿਵੇਂ ਰਹਿਰਾਸ ਰੋਜ਼ ਪੜ੍ਹਦੇ ਹੋ, ਆਖਾਂ ਜੀਵਾਂ ਵਿਸਰਾਏ ਮਰ ਜਾਓ। ਜੇ ਨਾਮ ਆਖਦੇ ਹਾਂ ਤਾਂ ਜੀਵਨ ਹੈ, ਜੀਵਨ ਦੀ ਸ਼ੁਰੂਆਤ ਹੈ, ਜੀਵਨ ਦਾ ਕੋਈ ਪੜਾ ਉਹਨੇ ਜਿਹੜਾ ਸ਼ੁਰੂ ਕੀਤਾ ਹੋਇਆ ਜੀਵਨ ਹੈ। ਸੋ ਜਿੱਥੇ ਬੰਦਗੀ ਨਹੀਂ, ਭਜਨ ਨਹੀਂ, ਉਹ ਸਾਸੰਗ ਮੌਤ ਹੁੰਦੀ ਹੈ। ਇਹੋ ਜਿਹੀ ਮੌਤ ਨਹੀਂ ਉਹਨਾਂ ਦੀ ਹੁੰਦੀ। ਨਾ ਠਾਗੇ ਜਾਏ, ਨਾ ਸਾਸੰਗ ਜਿਹੜੇ ਕਾਮ ਕ੍ਰੋਧ ਲੋਭ ਆਦਿਕ ਨੇ, ਇਹ ਠੱਗ ਜਿਹੜੇ ਨੇ, ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇਹ ਜਿਹੜੇ ਪੰਜ ਠੱਗ ਨੇ, ਇਹ ਉਹਨਾਂ ਨੂੰ ਠੱਗ ਨਹੀਂ ਸਕਦੇ। ਇਹ ਨਹੀਂ ਠੱਗੀ ਜਾ ਕੇ ਠੱਗਿਆ ਕਿਹਨਾਂ ਨਾਲ ਰੱਖੀ ਲੱਜ। ਸੋ ਪਰ ਇਹਨਾਂ ਨੂੰ ਨਹੀਂ ਭਾਈ ਠੱਗਦੇ, ਬਾਕੀ ਸਾਰੇ ਸੰਸਾਰ ਨੂੰ ਇਹ ਚਾਰ ਪੰਜੇ ਚੀਜ਼ਾਂ ਜਿਹੜੀਆਂ ਠੱਗੀ ਜਾਂਦੇ। ਰਾਜ ਮਾਲ ਰੂਪ ਜਾਤ। ਰਾਜ ਦਾ ਮਾਣ ਉਹ ਠੱਗੀ ਜਾ ਰਿਹਾ ਹੈ, ਮਾਲ ਮੇਰੇ ਕੋਲ ਇੰਨਾ ਮਾਲ ਧਨ ਹੈ, ਠੱਗੀ ਜਾ ਰਿਹਾ, ਹੰਕਾਰ ਹੈ। ਰੂਪ ਦਾ ਮੇਰੇ ਵਰਗਾ ਸੋਹਣਾ ਕੋਈ ਨਹੀਂ। ਅਤੇ ਇਸ ਤਰ੍ਹਾਂ ਦੇ ਜਿਹੜੇ ਹੰਕਾਰ ਨੇ, ਰਾਜ ਮਾਲ ਰੂਪ ਜਾਤ, ਉੱਚੀ ਜਾਤੀ ਦਾ ਹੰਕਾਰ, ਜੋਬਨ ਜਵਾਨੀ ਦਾ ਮਾਣ, ਬੁੱਢਿਆਂ ਦਾ ਧੱਕੇ ਦੇ ਛੱਡਦੇ ਹੈ। ਜਾਂ ਕਹਿੰਦੇ ਇਹ ਭਾਈ ਜੀ ਕਰਦੇ ਅਰਦਾਸ, ਕਿਤੇ ਤੁਰਦਾ ਹੋਵੇ ਇਹ ਐਵੇਂ ਤੰਗ ਕਰਿਆ ਹੋਇਆ, ਰੋਜ਼ ਖੋਂ ਖੋਂ ਕਰੀ ਜਾਂਦਾ ਹੈ, ਜੋਬਾਂ ਵੀ ਨਹੀਂ ਕਰਨ ਦਿੰਦਾ। ਜਾਂ ਉੱਥੇ ਛੱਡਿਆ ਉਹਨੇ ਜਿੱਥੇ ਇਹਨਾਂ ਦੇ ਬਣਾਏ ਨੇ ਆਸ਼ਰਮ, ਜੇ ਚੱਲ ਉੱਥੇ ਦਾਖਲ ਕਰੀਏ ਇਹਨੂੰ, ਕਿਤੇ 2-4 ਸਾਲ ਬਾਅਦ ਮਿਲ ਆਵਾਂਗੇ। ਇਸ ਕਰਕੇ ਇਹ ਜਿਹੜੇ ਨੇ ਜਾਤੀ ਦਾ ਹੰਕਾਰ, ਰੂਪ ਦਾ ਹੰਕਾਰ, ਜੋਬਨ ਦਾ ਹੰਕਾਰ, ਇਹ ਉਹਨਾਂ ਨੂੰ ਨਹੀਂ ਠੱਗ ਸਕਦਾ। ਇਹਨਾਂ ਠੱਗਾਂ ਤੋਂ ਉਹ ਉੱਚੇ ਚਿਹਰੇ ਗਏ ਹੁੰਦੇ ਨੇ, ਸਗੋਂ ਇਹਨਾਂ ਨੂੰ ਉਹਨਾਂ ਨੇ ਠੱਗ ਲਿਆ ਹੁੰਦਾ ਹੈ। ਜਾਂ ਸੰਸਾਰੀ ਲੋਕ ਪ੍ਰਤੱਖ ਵੀ ਜਿਵੇਂ ਕਿ ਕਹਿੰਦੇ ਠੱਗੀ ਮਾਰ ਜਾਂਦੇ ਨੇ, ਕਿ ਕੁਝ ਇਹਨਾਂ ਮਨੁੱਖ ਠੱਗੀ ਮਨੁੱਖ ਨਾਲ ਮਾਰ ਜਾਂਦਾ ਨਾ, ਪਰ ਜਿਹੜੇ ਕਰਮਖੰਡੀ ਨੇ ਭਾਈ, ਉਹਨਾਂ ਨਾਲ ਠੱਗੀ ਨਹੀਂ ਲੱਗ ਸਕਦੀ। ਹਾਂਜੀ ਅੱਗੇ ਜਿਨ ਕੈ ਰਾਮ ਵਸੈ ਮਨ ਮਾਹੇ। ਹਾਂ ਠੀਕ ਹੈ। ਸਿੰਘ ਟਕਸਾਲ 'ਚ ਰਹਿ ਕੇ ਆਇਆ, ਵੇਖੋ ਕਰਦਾ ਨਾ ਪਾਠ ਕੋਈ ਨਾ, ਠੀਕ ਮੈਂ ਤੇ ਰਹਿ ਕੇ ਆਇਆ ਤਾਂ ਕਿਉਂਕਿ ਜੇ ਇੱਥੇ ਆ ਗਿਆ, ਅਤੇ ਪਰ ਫਿਰ ਵੀ ਉਹ ਗੁਣ ਹੈਗੇ ਨੇ ਕੋਲ। ਪੜ੍ਹਦੇ ਦੁਬਾਰੇ ਸੁਣਾ ਦੇ ਫਿਰ। ਜਿਨ ਕੈ ਰਾਮ ਵਸੈ ਮਨ ਮਾਹੇ। ਹਾਂ ਜਿਨ੍ਹਾਂ ਦੇ ਭਾਈ ਰਾਮ ਜਿਹੜਾ ਵਿਆਪਕ ਪਰਮੇਸ਼ਵਰ ਹੈ, ਮਾਹੇ ਮੈਨੇ ਵਿੱਚ, ਕਿਹਦੇ ਵਿੱਚ? ਮਨ ਦੇ ਵਿੱਚ। ਦੇਖੋ ਨਾ ਕਿੰਨਾ ਲਿਖਣ ਦਾ ਜੋ ਸਿਸਟਮ ਜਿਹੜਾ ਸੀ ਗੁਰਬਾਣੀ ਦਾ। ਜੇ ਮਾਹੇ ਸ਼ਬਦ ਨਾ ਹੁੰਦਾ, ਮਾਹੇ ਦਾ ਅਰਥ ਕੀ ਹੈ? ਵਿੱਚ। ਜੇ ਮਾਹੇ ਨਾ ਹੁੰਦਾ ਫਿਰ ਮਨ ਦੇ ਨੰਨੇ ਨੂੰ ਸਿਆਰੀ ਹੁੰਦੀ ਹੈ ਨਾ। ਸੋ ਹੁਣ ਇੱਥੇ ਮਾਹੇ ਵਿੱਚ ਦਾ ਆ ਹੀ ਗਿਆ, ਅਤੇ ਇਸ ਕਰਕੇ ਮਨ ਨੂੰ ਸਿਆਰੀ ਹੈ ਨਹੀਂ। ਉਹਨਾਂ ਦੇ ਮਨ ਦੇ ਵਿੱਚ ਭਾਈ ਰਾਮ ਵਸਿਆ ਹੋਇਆ ਹੈ। ਨਾ ਉਹ ਫਿਰ ਜਿਨ੍ਹਾਂ ਦੇ ਵਸ ਗਿਆ, ਨਾ ਉਹ ਮਰਦੇ ਨੇ, ਨਾ ਸਾਧ ਸੰਗੀ ਠੱਗੇ ਜਾਂਦੇ ਨੇ। ਸੋ ਉਹ ਨੇ ਜਿਨ੍ਹਾਂ ਦੇ ਰਾਮ ਜਿਹੜਾ ਵਾਹਿਗੁਰੂ ਮਨ ਵਿੱਚ ਵਸ ਗਿਆ। ਹਾਂਜੀ ਇਹ ਕਰਮਖੰਡ ਦੀ ਅਵਸਥਾ ਹੈ। ਅੱਗੇ ਤਿੱਥੈ ਭਗਤ ਵਸੈ ਕੇ ਲੋਕ। ਠੀਕ ਹੈ, ਹਾਂ ਐੜਾ ਲੱਗ ਗਿਆ। ਉੱਥੇ ਫਿਰ ਭਾਈ ਲੋ ਦੇ ਦੋ ਅਰਥ ਨੇ। ਲੋ ਨਾਮ ਲੋਕਾਂ ਦਾ, ਲੋ ਨਾਮ ਲੋ ਦਾ ਪ੍ਰਕਾਸ਼ ਦਾ। ਉਹਨਾਂ ਦੇ ਹਿਰਦੇ ਵਿੱਚ ਭਾਈ ਫਿਰ ਪ੍ਰਕਾਸ਼ ਹੀ ਪ੍ਰਕਾਸ਼ ਹੁੰਦਾ ਹੈ, ਪ੍ਰਕਾਸ਼ ਵਸ ਗਿਆ ਹੁੰਦਾ ਹੈ। ਅਤੇ ਜਾਂ ਤਿੱਥੈ ਭਗਤ ਵਸ ਹੈ ਕੇ ਲੋ। ਸੋ ਕਿਤਨੇ ਹੀ ਲੋਕਾਂ ਦੇ, ਕੇ ਦਾ ਅਰਥ ਕਿਤਨੇ, ਲੋ ਮੈਨੇ ਲੋਕ, ਕਿਤਨੇ ਹੀ ਲੋਕਾਂ ਦੇ ਭਗਤ ਜਿਹੜੇ ਨੇ ਇਸ ਖੰਡ ਵਿੱਚ ਵਸ ਰਹੇ ਹੁੰਦੇ ਨੇ। ਇਹ ਨਹੀਂ ਕਿ ਇੱਕ ਦੇਸ਼ ਦਾ ਕੋਈ ਕਰਮਖੰਡੀ ਹੋ ਸਕਦਾ ਹੈ। ਕਿਸੇ ਵੀ ਦੇਸ਼ ਦਾ ਕੋਈ ਭਗਤੀ ਕਰੇ
तो वो भी जिहड़ा है इस खंड का मालक बन सकता है। सो किसी भी जाति का होवे, किसी फिरके का होवे, किसी मजहब का होवे, किसी भी लोक विचों होवे, साध संगत वो भगत इस खंड विच, इस अवस्था विच बसै, होर भी बसदे ने। जिहड़ा भी कोई भगती करेगा इस खंड का वासी हो सकता है, कर्मखंडी बन सकता है। हाँ, बख्शिश का खंड है। भगत अरदास मार जाति वित्तों सी। हाँ जी, पंडित सूर छत्रपत दाता, भगत बराबर और न कोई। सो पंडित विद्या का विद्वान कोई किड्डा वड्डा होवे, सूरमा होवे, साध संगत जी राजा होवे, तां भगत के बराबर नहीं पहुँच सकता। सो चमार जाति विचों सन, वो भी इस अवस्था के मालक बने। कर है आनंद, करह आनंद सच्चा मन सोए। देखो हुण माहे है नहीं सी मंनदे, नैनो सियारी आ गई ना इत्थे। उत्थे माहे विच पहलां हैगा सी लिखिया होया, हुण उत्थे विच दा कोई है नहीं संबंधक, ते इस करके नैनो नूं सियारी ला दित्ती है। मन दे विच, नैनो दी सियारी की अर्थ दे रही है? विच। हाँ, सोए बने वो जिहड़ा परमेश्वर है, किहड़ा वो परमेश्वर जिहड़ा सच्चा है, उन्हां दे मन दे विच सत्संग वासा होण करके कर है आनंद, वो आनंद ही आनंद करते हैं, मौज ही मौज करते हैं। फिर तो उत्थे आनंद आनंद सब को कहे, आनंद गुरु ते जानिया, वो आनंद के मालक बन चुके ने भाई। हाँ, खा के जड़ियाँ ने 32 जोटे रोटियां दे पूड़ियां पाड़ियां खा के कहते आनंद आ गया। कहता आनंद आया, मुड़ के ढिड ਜਿਹੜਾ है से डूमा के ढोल वांगू बाहर नूं आ रहा है, इसलिए वो कोई आनंद नहीं जे है। मुड़ के ਜਿਹੜਾ ਅਸੀਂ टॉयलेट गंदा करिया ਜਿਹੜਾ ਅਸੀਂ ਕਾਹਦਾ आनंद है, ये ਜਿਹੜਾ बंदगी का आनंद है, ये वखरा ही है। सचखंड वसै निरंकार। ਹੁਣ ਇਹ ਜਿਹੜਾ अगली अवस्था पाई सचखंडियां ਦੀ है, कर्मखंड की अवस्था जी संपूर्ण हो करके अगले खंड में जोड़ा है, जोड़ा सिख धर्म की अखीरली मंजिल है। पहले मंजिल सी धर्म, जिहदे कर्म करना सी, निष्काम कर्मां तो शुरू हो करके सत्संग जी ज्ञान खंड च आउंदे होए, फिर अपना पैर अगले पड़ाव च रखिया, सर्मखंडी बनिया। सर्मखंडी के बाद बख्शिश हुई, कर्मखंड की प्राप्ति हो गई। हुण आखिरी मंजिल है सिक्खी की, शुरुआत धर्म तो होके आखिरी पड़ाव जोड़ा सत्संग सचखंड वासी बनना है। कई जोड़े बेचारे कोई ना जिंदगी बंदगी, ना कोई कमाई, ना कोई गुरमुख जीवन, तो एवं संसारी जीवन बताया, उन्होंने कहते सचखंड वासी हो गया। तो की पता नरखंड वासी है, जून खंड वासी है, 84 लाख जूना के खंड का वासी है। ला उन्होंने भी आप दिने, कहे उन्होंने भी दिने। गुरमुख जन्म सवार दरगाह चले, सारी उम्र शराब पी गया, जुआ खेडी गया, अरदास वेले गुरमुख जन्म सवार। सवार कि नहीं गया, वो सवार तो उन्होंने दिया जिन्होंने भाई आ पढ़ाते आए ने, जोड़े सचखंड वसा है उन्हों का वासा। फिर भाई सचखंड जिथे कौन वसदा है? निरंकार। इस खंड विच ये खंड उस मालक का आप है, निरंकार अकाल वाहिगुरू का ये स्थान है। ये उन्हों का ही वासा हो जाता है, वो लीन हो जाते ने। हाँ जी, कर कर वेखै नदर निहाल। हाँ जी, कर कर वेखै नदर निहाल। नदरी परमेश्वर जोड़ा है भाई, उन्होंने जिन्हों ने करया की है, धर्मखंड किया जिन्हों ने पहला, फिर कर लिया जिन्हों ने जोड़ा से ज्ञान खंड प्राप्त कर लिया जिन्हों ने सर्मखंड प्राप्त, तो कर लिया जिन्हों ने कर्मखंड प्राप्त, तो उन्होंने भाई नदर हो गई अकाल पुरख वाहिगुरू दे। नदरी ने करती नदर, नदर तो की कर दिता? निहाल। निहाल का अर्थ होंगे जिथे कोई फिर दुख ना रह जाए। हाँ जी, ऐसा जोड़ा उन्होंने फिर वाहिगुरू जोड़ा है उन्होंने इदा भाई फिर कर करके इन्होंने पड़ावां में लंघा करके निहाल करके नदर करके वेख लेंदा है। पहला नदर करता है, नदर नाल फिर वेखदा, उस दृष्टि नाल निहाल कर दिंदा है। ये सतगुरु गुरु नानक साहब जी के वेले की एक शासन इतिहासक साखी है, इतिहासक घटना है। गुरु नानक साहब सच्चे पातशाह मरदाने बाले दे सहायत एक पिंड में प्रवेश हो गए ने। उस नगर दे विच एक कोई गरीब बेचारा अपना गुजारा करता है सौदा बेच के। एक गठड़ी जी बन्नी हुई है, पिंडा च आपां पिंडा चों आया ना, पिंडा च सौदा बेचण वाले आ जाते सी, गठड़ी बद्धी हुंदी सी। वो भी इदां दा बेचण वाला है, वो गठड़ी विच कुछ सौदे पाए हुए ने, होका दे रहा है जी साबण लै लो,
ਨੂਣ ਲੈ ਲਓ, ਤੇਲ ਲੈ ਲਓ, ਦਾਣਾ ਲੈ ਲਓ। ਹੋਕਾ ਦੇ ਰਿਹਾ। ਸਤਿਗੁਰੂ ਉਸ ਪਿੰਡ ਵਿੱਚ ਪ੍ਰਵੇਸ਼ ਹੋ ਗਏ ਨੇ। ਇਹਨੂੰ ਸਾਹਮਣੇ ਹੋਏ, ਕਹਿਣ ਲੱਗਾ ਆ ਕੀ ਹੋਕਾ ਦਿੱਤਾ ਜਾ ਰਿਹਾ ਬਈ। ਪਰ ਉਹ ਨਹੀਂ ਸੀ ਪਤਾ ਵੀ ਗੁਰੂ ਨਾਨਕ ਸਾਹਿਬ ਨੇ। ਉਹਨੇ ਵੇਖਿਆ ਕੋਈ ਫਕੀਰ ਨੇ। ਕਹਿਣ ਲੱਗਾ ਸਾਈਂ ਫਕੀਰ, ਮੈਂ ਆਪਣੀ ਰੋਜੀ ਦਾ ਵਸੀਲਾ ਬਣਾਇਆ ਹੋਇਆ, ਇਹ ਸੌਦਾ ਵੇਚ ਕੇ ਗੁਜ਼ਰਾਨ ਕਰਦਾ। ਆਖਣ ਲੱਗੇ ਗਠੜੀ ਖੋਲ੍ਹ ਕੇ ਵਿਖਾ। ਸਤਿਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਗਠੜੀ ਖੋਲ੍ਹ ਬੈਠਾ। ਕਹਿਣ ਲੱਗੇ ਕੀ ਆ ਬਈ। ਕਹਿੰਦਾ ਜੀ ਆਹ ਦਾਲਾਂ ਨੇ, ਆਹ ਹਲਦੀ ਵਗੈਰਾ ਸੌਦਾ ਹੈ। ਬੱਟੇ ਵੀ ਪਏ ਹੋਏ ਸੀ। ਆਹ ਕੀ ਆ ਬਈ। ਉਦੋਂ ਪੱਥਰ ਦੇ ਬੱਟੇ ਘੜ ਲੈਂਦੇ ਸੀ। ਅਤੇ ਕਹਿਣ ਲੱਗਾ ਜੀ ਆਹ 2 ਸੇਰ ਦਾ ਵੱਟਾ ਹੈ, ਆਹ 1 ਸੇਰ ਦਾ ਵੱਟਾ ਹੈ, ਅੱਧ ਸੇਰ ਦਾ ਹੈ, ਸਭ ਤੋਂ ਛੋਟਾ ਸੀ ਪਾਈਏ ਦਾ। ਕਹਿੰਦਾ ਜੀ ਆਹ ਪਾਈਏ ਦਾ ਵੱਟਾ ਹੈ। ਸਤਿਗੁਰੂ ਨੇ ਪਾਈਏ ਵਾਲਾ ਚੱਕ ਲਿਆ। ਪਾਈਏ ਵਾਲਾ ਚੱਕ ਕੇ ਕਹਿਣ ਲੱਗੇ ਧੰਨ ਹੈ ਤੂੰ ਪਾਈਆ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਪਾਈਆ ਤੂੰ ਧੰਨ, ਜਿਹਨੇ ਆਪਣਾ ਸਾਰਿਆਂ ਤੋਂ ਛੋਟਾ ਨਾਂ ਰਖਾਇਆ, ਤੂੰ ਧੰਨ ਹੈ। ਤੇਰੇ ਅੰਦਰ ਨਿਮਰਤਾ, ਤੇਰੇ ਅੰਦਰ ਵੱਡਾਪਣ ਨਹੀਂ ਹੈ। ਆਪਸ ਕਹੋ ਜੋ ਜਾਣੇ ਨੀਚਾ, ਸੋ ਗਣੀ ਹੈ ਉੱਚਾ। ਤੂੰ ਧੰਨ ਹੈ ਵੀ ਪਾਈਆ। ਅਤੇ ਕਦੇ ਇੱਕ ਇੱਧਰਲੇ ਹੱਥ 'ਤੇ ਰੱਖ ਲੈਂਦੇ ਨੇ ਪਾਈਏ ਨੂੰ, ਕਦੇ ਇੱਧਰਲੇ 'ਤੇ। ਸੋ ਕਹਿੰਦੇ ਜਿਹੜਾ ਭਾਈ ਛੋਟਾ ਹੁੰਦਾ ਉਹੀ ਪਾਈਆ ਉਹੀ ਪਾ ਲੈਂਦਾ, ਛੋਟਾ ਹੀ ਪਾ ਲੈਂਦਾ, ਛੋਟਾ ਹੀ ਪਾਊਗਾ। ਜਿਹੜਾ ਆਪਣੇ ਆਪ ਵੱਡਾ ਬਣ ਕੇ ਬੈਠਾ ਹੈ ਉਹਨੇ ਕਦੇ ਨਹੀਂ ਪਾਇਆ। ਪਾਈਆ ਜਿਹੜਾ ਉਹੀ ਪਾ ਲੈਂਦਾ ਜਿਹੜਾ ਛੋਟਾ ਹੈ। ਫਿਰ ਨਾਲ ਬਚਨ ਵਾਲੇ ਨੇ ਕਰ ਦਿੱਤੇ। ਅਤੇ ਆਪਣੀ ਕਿਰਪਾ ਪਰਿਆ ਕਹਿੰਦੇ ਨਜ਼ਰ ਨਿਹਾਲ। ਉਹ ਨਜ਼ਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਆਪਣੀ ਕਿਰਪਾ ਪਰੀ ਉਹਦੀ ਨਿਗਾਹ ਵਿੱਚ ਵੇਖਿਆ ਨਾ, ਉਹਦੀ ਨਿਗਾਹ ਵਿੱਚ ਪਾ ਦਿੱਤੀ। ਅਤੇ 3 ਲੋਕਾਂ ਦੀ ਸੋਝੀ ਹੋ ਆਈ ਉਸ ਵੇਚਣ ਵਾਲੇ ਨੂੰ। ਮਹਾਰਾਜ ਸੱਚੇ ਪਾਤਸ਼ਾਹ ਜੀ ਕੌਣ ਹੋ ਤੁਸੀਂ? ਮੈਨੂੰ ਤਾਂ ਸਾਰੀ ਜਿਹੜੀਆਂ ਰਿਧੀਆਂ ਸਿੱਧੀਆਂ ਕਹਿ ਰਹੀਆਂ ਨੇ, ਦੱਸ ਵੀ ਗੁਰਮੁਖਾ ਕੋਈ ਸੇਵਾ। ਸਾਰੀਆਂ ਸ਼ਕਤੀਆਂ ਆ ਗਈਆਂ ਮੇਰੇ ਕੋਲ। ਤੇ 3 ਲੋਕਾਂ ਦੀ ਮਾਇਆ ਖੜੀ ਆ, ਉਹ ਕਹਿ ਰਹੀ ਹੈ ਦੱਸ ਵੀ ਸੇਵਾ। ਮੈਨੂੰ ਤਾਂ ਨਿਹਾਲ ਕਰ ਦਿੱਤਾ ਤੁਸੀਂ, ਕਹਿ ਉੱਠਿਆ। ਮੈਨੂੰ 3 ਲੋਕਾਂ ਦੀ ਗਿਆਤ ਹੋ ਰਹੀ ਹੈ। ਸੋ ਮਰਦਾਨਾ ਗੁੱਸੇ ਹੋਇਆ, ਆਖਣ ਲੱਗਾ ਮਹਾਰਾਜ ਜੀ 2 ਘੜੀਆਂ ਵਿੱਚ ਬ੍ਰਹਮ ਗਿਆਨ ਕਰਾ ਦਿੱਤਾ। ਸਾਈਂ ਜੀ ਤੇਰੇ ਨਾਲ ਕਿੰਨਾ ਚਿਰ ਰਹਿੰਦਿਆਂ ਨੂੰ ਹੋ ਗਿਆ। ਕਦੇ ਭੁੱਖੇ ਮਾਰ ਦਿੰਦਾ, ਕਦੇ ਪਹਾੜਾਂ 'ਤੇ ਲੈ ਜਾਂਦਾ, ਕਦੇ ਜਿਹੜਾ ਹੈ ਕੌਡੇ ਰਕਸ ਦੇ ਮੂੰਹ 'ਚ ਪਾ ਦਿੰਦਾ। ਅਜੇ ਤੱਕ ਨਹੀਂ ਉਹ ਕੁਝ ਦਿੱਤਾ, ਅਤੇ ਇਹਨੂੰ ਕਿਸੇ ਨੇ ਵਿੱਚ ਸਾਰਾ ਕੁਛ ਕਰਾ ਦਿੱਤਾ। ਗਿਲਾ ਗੁੱਸਾ ਤਾਂ ਠੀਕ ਵੀ ਸੀ। ਸਤਿਗੁਰੂ ਕਹਿਣ ਲੱਗੇ ਇਹਦੇ ਵਾਲਾ ਕਰਮ ਜਾਗ ਚੁੱਕਿਆ ਹੈ। ਜਦੋਂ ਤੇਰੇ ਵਾਲਾ ਜਾਗਣਾ ਨਾ ਅਦਰ ਤੇਰੇ 'ਤੇ ਵੀ ਕਰਾਂਗੇ, ਘਬਰਾ ਨਾ। ਪਰ ਹਾਲੇ ਕੋਈ ਟਾਈਮ ਲੱਗ ਰਿਹਾ ਉਹ ਜਾਗਣ ਲਈ। ਪੂਰਵ ਕਰਮ ਅੰਕੁਰ ਜਗ ਪ੍ਰਗਟਿਓ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਜਾਗ ਪੈਂਦਾ ਜਨਮਾਂ ਜਨਮਾਂ ਦਾ। ਸਾਧੂ ਕਹਿਣ ਕਿ ਗੁੱਸਾ ਨਾ ਕਰ ਮਰਦਾਨਿਆਂ। ਦੀਵਾ ਵੀ ਹੈ, ਅੰਦਰ ਤੇਲ ਵੀ ਇਹਦੇ 'ਚ ਹੈਗਾ, ਬੱਤੀ ਵੀ ਹੈਗੀ ਸੀ। ਪਿਛਲੇ ਜਨਮਾਂ ਦੀ ਬਹੁਤ ਕਮਾਈ ਸੀ ਇਹਦੀ। ਸਾਨੂੰ ਤਾਂ ਤੀਲੀ ਲਾਉਣ ਦੀ ਲੋੜ ਸੀ, ਜਗਾ ਦਿੱਤਾ। ਉਹ ਨਜ਼ਰ ਦੇ ਨਾਲ ਨਿਹਾਲ ਕਰ ਦਿੱਤਾ। ਇਸ ਕਰਕੇ ਜਦੋਂ ਪਾਈ ਪੈ ਜਾਂਦੀ ਹੈ ਨਾ ਨਜ਼ਰ, ਫਿਰ ਨਿਹਾਲ ਹੋ ਜਾਂਦਾ। ਹਾਂਜੀ। ਤਿੱਥੈ ਖੰਡ ਮੰਡਲ ਵਰ ਭੰਡ। ਹਾਂ, ਵਰ ਭੰਡ ਠੀਕ ਪੜਿਆ। ਹੁਣ ਇੱਥੇ ਤਿੱਥਾ 'ਤੇ ਵਿਸਰਾਮ ਨਹੀਂ ਕਰਨਾ, ਮੰਡਲ 'ਤੇ ਵਿਸਰਾਮ ਹੈ। ਪਿੱਛੇ ਆਪਾਂ ਤਿੱਥਾ 'ਤੇ ਕੀਤਾ ਸੀ ਨਾ, ਪਰ ਹੁਣ ਹਰ ਥਾਂ ਨਹੀਂ ਉੱਥੇ ਹੋਣਾ ਨਾ। ਤਿੱਥੈ ਖੰਡ ਮੰਡਲ, ਥੈ ਖੰਡ ਮੰਡਲ ਸੋ ਵਰ ਭੰਡ। ਜਿਹੜਾ ਸੱਚਖੰਡ ਦੀ ਅਵਸਥਾ ਦਾ ਮਾਲਕ ਹੋ ਗਿਆ ਨਾ, ਸੱਚਖੰਡ ਵਾਸੀ ਹੋ ਗਿਆ, ਉੱਥੇ ਫਿਰ ਸਾਧ ਸੰਗਤ ਜੀ 9 ਖੰਡ ਜਿਹੜੀ ਪ੍ਰਿਥਵੀ ਹੈ, 9 ਖੰਡ ਮਿਲੇ ਨੇ ਨਾ, ਤੁਹਾਨੂੰ ਲਿਖਾਏ ਹੋਏ ਨੇ ਸਾਰੇ। ਇਲਾ ਬਰਾਤਾਦਿਕ ਜਿਹੜੇ ਖੰਡ ਨੇ, ਹਿਰਣਵਰਖ ਖੰਡ, ਹਰਨਿਆ ਖੰਡ ਸਾਰੇ ਲਿਖਾਏ ਨੇ। ਗੁਰੂ ਖੰਡ, ਕਿੰਗਪੁਰ ਖੰਡ ਤੁਹਾਨੂੰ ਲਿਖਾਏ ਨੇ। ਯਾਦ ਪਤਾ ਨਹੀਂ ਕਿੰਨੇ ਕੁ ਨੂੰ ਨੇ ਜਿਹੜੇ ਲਿਖਾਏ ਹੋਏ ਨੇ। ਹਾਂਜੀ, ਚਲੋ ਕਹਿੰਦੇ ਜਦੋਂ ਸੱਚਖੰਡ ਜਾਵਾਂਗੇ ਉਦੋਂ ਯਾਦ ਕਰਾਂਗੇ। ਇਹ ਜਿਹੜੇ ਨੇ 9 ਖੰਡ ਅਤੇ ਮੰਡਲ ਕਿਹਨੂੰ ਕਹਿੰਦੇ ਨੇ? 400 ਕੋਹ ਦਾ ਜਿਹੜਾ ਏਰੀਆ ਹੁੰਦਾ ਉਹਨੂੰ ਮੰਡਲ ਕਿਹਾ ਜਾਂਦਾ। 800 ਮੀਲ ਲਾ ਲਓ। ਸੋ ਐਸੇ ਜਿਹੜੇ ਖੰਡ ਨੇ 9, ਅਤੇ ਮੰਡਲ ਜਿਹੜੇ ਨੇ ਵਰ ਭੰਡ ਦਾ ਅਰਥ ਹੈ ਸਮੁੱਚਾ ਆਲਮ, ਸਮੁੱਚਾ ਸੰਸਾਰ। ਇਹ ਜਿਹੜਾ ਹੈ ਸਾਰਾ ਹੀ ਜਿੰਨੇ 9 ਖੰਡ ਅਤੇ ਮੰਡਲ, ਸਮੁੱਚਾ ਸਾਰਾ ਸੰਸਾਰ ਜਿੰਨਾ ਹੈ, ਯੂਨੀਵਰਸਲ ਕਹਿੰਦੇ ਹੋ ਤੁਸੀਂ ਅੰਗਰੇਜ਼ੀ। ਇਹ ਹਾਂ, ਉਹ ਜਿੰਨਾ ਵੀ ਹੈ ਇਹ ਉਹਨਾਂ ਦੀ ਦ੍ਰਿਸ਼ਟੀ ਵਿੱਚ ਸਾਧ ਸੰਗਤ ਉਹਨਾਂ ਨੂੰ ਪਤਾ ਹੁੰਦਾ ਹੈ 9 ਖੰਡਾਂ ਵਿੱਚ ਕੀ ਹੋ ਰਿਹਾ ਹੈ। ਹਾਂਜੀ, ਮੰਡਲ 'ਚ ਕੀ ਹੋ ਰਿਹਾ ਹੈ, ਬ੍ਰਹਮੰਡ ਵਿੱਚ ਕੀ ਹੋ ਰਿਹਾ ਹੈ, ਇਹ ਉਹਨਾਂ ਦੀ ਅਵਸਥਾ ਦੇ ਸਾਧ ਸੰਗਤ ਉਹਨਾਂ ਨੂੰ ਗਿਆਤ ਹੁੰਦੀ ਹੈ। ਉਹਨਾਂ ਨੂੰ ਇਹ ਪਤਾ ਵੀ ਕਿੰਨੇ ਖੰਡ ਨੇ, ਕਿੰਨੇ ਮੰਡਲ ਨੇ, ਕਿੰਨੇ ਬ੍ਰਹਮੰਡ ਨੇ। ਹਾਂਜੀ। ਜੇ ਕੋ ਕਥੈ ਤਾਂ ਅੰਤ ਨ ਅੰਤ।
ਨਾ ਤੇ ਰੁਕਣਾ ਸੀ। ਔਰ ਹਰਾ ਰੰਗ ਜਮਕੀ ਉੱਥੇ ਲਾਉਣੀ ਸੀ ਟਕਸਾਲ ਵਾਲੀ। ਜੇ ਕੋ ਕਥੈ ਤਾਂ ਅੰਤ ਨ ਅੰਤ। ਹਾਂ ਹੁਣ ਠੀਕ ਹੋਇਆ, ਕਿਉਂ ਪੁਰਾਣੇ ਜੇ ਪੱਕ ਜਾਣ ਤਾਂ ਉਦੋਂ ਹੀ ਹੋ ਜਾਂਦਾ ਹੈ। ਸੋ ਕਿੱਥੇ ਰੁਕਣਾ ਜੀ, ਤੱਕ ਕਥਾ ਦੇ ਤਾਂ ਵਿਸਰਾਮ ਹੋ ਗਿਆ। ਨੰਨੇ ਦੇ ਨਾ ਦੇ ਕਿੰਨਾ ਸੋਹਣਾ ਕਥਨ ਕੀਤਾ ਸਾਰਿਆਂ ਨੇ। ਮਜਾਲ ਹੈ ਕੋਈ ਇੱਧਰ ਉੱਧਰ ਹੋ ਜਾਏ। ਇਕੱਠੇ ਇੱਕ ਸੁਰ ਚ ਬੋਲੇ ਨੇ, ਦੇਖੋ ਇਕੱਠੇ ਬੋਲੋ। ਜੇ ਕੋ ਕਥੈ ਤਾਂ ਅੰਤ ਨ ਅੰਤ। ਕਈ ਅੰਤ ਤੇ ਫੇਰ ਹੋ ਗਏ ਪੁਰਾਣੇ ਪੱਕੇ ਮੁਤਾਬਕ। ਉਹ ਹਰਾ ਰੰਗ ਕਹਿ ਰਿਹਾ, ਇੱਥੇ ਬ੍ਰੇਕ ਮਾਰ ਕੇ ਥੋੜਾ ਜਿਹਾ ਲਾ ਜਮਕੀ ਹਲਾਰਾ ਮਾਰ। ਜੇ ਕੋ ਕਥਾ ਕਥੈ ਤਾਂ ਅੰਤ ਨ ਅੰਤ। ਤੁਸੀਂ ਨਾ ਉਦੋਂ ਲਾ ਦਿੰਦੇ ਅੰਤ, ਅੰਤ ਨਾ ਤਨਾ ਕਥਾ ਤੱਕ ਤਾਂ ਠੀਕ ਮਾਰਦੇ ਹੋ ਸਾਲ, ਅੱਗੇ ਥੋੜੀ ਜਿਹੀ ਫਿਰ ਗੜਬੜ ਹੋ ਜਾਂਦੀ ਹੈ। ਜੇ ਕੋ ਕਥਾ ਹੈ ਜੇ ਕੋ ਕਥੈ ਤਾਂ ਅੰਤ ਨਾ ਤਾਂ ਅੰਤ ਨ ਅੰਤ, ਅੰਤ। ਫਿਰ ਅਰਥ ਬਣੇਗਾ। ਜੇ ਕੋਈ ਉਹਨਾਂ ਦਾ ਕੋਈ ਕਥਨ ਕਰੇ, ਸੱਚਖੰਡ ਜਿਹੜੇ ਹੋ ਗਏ ਨੇ, ਸੱਚਖੰਡ ਦੀ ਅਵਸਥਾ ਦੇ ਮਾਲਕ ਹੋ ਗਏ ਨੇ, ਤਾਂ ਉਸ ਅਵਸਥਾ ਦਾ ਭਾਈ ਅੰਤ ਨਾ ਨਹੀਂ ਹੈਗਾ ਉਹਨਾਂ ਦਾ ਅੰਤ, ਉਸ ਅਵਸਥਾ ਦਾ ਅੰਤ ਨਹੀਂ। ਕਿਹਨਾਂ ਦਾ ਅੰਤ ਹੈ? ਜਿਹੜੇ ਕਹਿਣ ਮੈਂ ਅੰਤ ਲੈ ਲਿਆ, ਉਹਨਾਂ ਦਾ ਅੰਤ ਹੋ ਜਾਂਦਾ ਹੈ। ਹਾਂਜੀ, ਸੋ ਜਿਹੜੀ ਕਿਰਤ ਹੈ, ਸੋ ਕਿਰਤ ਕਰਤੇ ਦਾ ਅੰਤ ਕਿਵੇਂ ਲੈ ਸਕਦੀ ਹੈ? ਕਰਤਾ ਕਿਰਤ ਦਾ ਅੰਤ ਲੈ ਸਕਦਾ ਹੈ, ਕਿਰਤ ਜਿਹੜੀ ਹੈ ਕਰਤੇ ਨੂੰ ਅੰਤ ਨਹੀਂ ਲੈ ਸਕਦੀ। ਇਸ ਲਈ ਉਹ ਜਿਹੜੇ ਕਹਿ ਸਕਦੇ ਆ ਵੀ ਅਸੀਂ ਅੰਤ ਲੈ ਲਾਂਗੇ, ਉਹਨਾਂ ਦਾ ਹੀ ਅੰਤ ਹੋ ਜਾਂਦਾ ਹੈ। ਕਿਰਤ ਤਾਂ ਸਾਰੀ ਅੰਤ ਵਾਲੀ ਹੈ, ਸੋ ਕਰਤਾ ਅੰਤ ਵਾਲਾ ਨਹੀਂ। ਹਾਂਜੀ, ਲਾਲ ਤੇ ਹਰੇ ਦਾ ਗੁਰਦੁਆਰਾ ਦੱਸ ਦੋਗੇ? ਹਾਂਜੀ, ਲਾਲ ਤੇ ਹਰੇ ਦਾ ਦੁਆਰਾ। ਲਾਲ ਰੰਗ ਜਿਹੜਾ ਨਾ, ਇਹ ਵਿਸ਼ਰਾਮ ਦਾ ਹੈ। ਤੁਸੀਂ ਉਦੋਂ ਆਏ ਨਹੀਂ ਸੀ। ਇਹਨਾਂ ਨੂੰ ਲਿਖਾਏ ਹੋਏ ਨੇ 3 ਤਰ੍ਹਾਂ ਦੇ ਵਿਸ਼ਰਾਮ ਹੁੰਦੇ ਨੇ ਗੁਰਬਾਣੀ 'ਚ। ਇੱਕ ਅਲਪ ਵਿਸ਼ਰਾਮ, ਜਿਹੜਾ ਹਰਾ ਰੰਗ ਹੈ ਅਲਪ ਵਿਸ਼ਰਾਮ ਕਹਿੰਦੇ ਉਹਨੂੰ। ਅਲਪ ਦਾ ਕੀ ਭਾਵ ਹੈ? ਥੋੜ੍ਹਾ ਹੀ ਰੁਕਣਾ। ਟਕਸਾਲ 'ਚ ਉਹਨੂੰ ਜਮਕ ਕਹਿੰਦੇ, ਜਮਕ ਲਾਉਣੀ। ਅਤੇ ਲਿਖਤ ਵਿੱਚ ਉਹਨੂੰ ਕਹਿੰਦੇ ਆਪਾਂ ਕੌਮਾ, ਉਹਦਾ ਸਿੰਬਲ ਹੈ ਕੌਮਾ। ਲਾਲ ਰੰਗ ਜਿਹੜਾ ਹੈ ਉਹ ਹੈ ਅਰਧ ਵਿਸ਼ਰਾਮ। ਅਰਧ ਨਾਮ ਅੱਧਾ ਰੁਕਣਾ ਕਿਸੇ ਲਾਈਨ ਵਿੱਚ, ਉਹਦਾ ਸਿੰਬਲ ਹੈ ਸੈਮੀਕੋਲਨ। ਹਾਂ, ਅਤੇ ਪੂਰਨ ਵਿਸ਼ਰਾਮ 2 ਡੰਡੀਆਂ ਲੱਗੀਆਂ ਹੋਈਆਂ ਨੇ, ਉਹਨੂੰ ਕਹਿੰਦੇ ਪੂਰਨ ਵਿਸ਼ਰਾਮ। ਸੋ ਗੁਰੂ ਗ੍ਰੰਥ ਸਾਹਿਬ ਵਿੱਚ 3 ਤਰ੍ਹਾਂ ਦੇ ਵਿਸ਼ਰਾਮ ਆਉਂਦੇ ਨੇ। ਅਲਪ ਵਿਸ਼ਰਾਮ, ਅੱਗੇ ਜੀ ਬੋਲਿਓ, ਅੱਗੇ ਪੂਰਨ ਵਿਸ਼ਰਾਮ। ਸੋ ਅਲਪ ਵਿਸ਼ਰਾਮ ਦਾ ਦੂਜਾ ਕੀ ਨਾਂ ਹੈ? ਜਮਕੀ ਵੀ ਕਹਿੰਦੇ। ਉੱਥੇ ਥੋੜ੍ਹਾ ਹੀ ਰੁਕਣਾ ਹੁੰਦਾ, ਬਹੁਤਾ ਨਹੀਂ। ਇਹ ਨਹੀਂ ਵੀ ਉੱਥੇ ਖੜ੍ਹੇ ਰਹਿਣਾ। ਫਿਰ ਸੇ ਕਿਵੇਂ ਰੁਕਾਂਗੇ? ਦੇਖੋ ਬੋਲੋ ਫਿਰ ਇਹਨੂੰ। ਉਹ ਪਿਛਲੀ ਲੰਗ ਦੁਬਾਰੇ ਲਿਆ। ਤੇ ਜੇ ਕੋ ਕਥਾ ਹੈ, ਇੱਥੇ ਸਾਹ ਆ ਜਾਂਦਾ ਹੈ ਅਰਧ ਵਿਸ਼ਰਾਮ ਤੇ। ਜੇ ਕੋ ਕਥਾ ਹੈ ਤਾਂ ਅੰਤ ਨਾ ਅੰਤ, ਇਉਂ ਜਮਕ ਲੱਗਦੀ ਹੈ। ਤਾਂ ਅੰਤ ਨਾ ਅੰਤ, ਇਹ ਨਹੀਂ ਕਿ ਨਾ ਤੇ ਖੜੇ ਰਹੋ। ਤਾਂ ਅੰਤ ਨਾ ਤੇ ਮੁੜ ਕੇ ਫੇਰ ਕਹੋ ਅੰਤ। ਉਹਨੂੰ ਥੋੜਾ ਕੌਮਾ ਹੀ ਦੇਣਾ ਹੁੰਦਾ ਹੈ, ਹਲਾਰਾ ਹੀ ਮਾਰਨਾ ਹੁੰਦਾ। ਅੰਤ ਨਾ ਅੰਤ, ਆ ਲੱਗੀ ਜਮਕੋ। ਜੇ ਕੋ ਕਥੈ ਤਾਂ ਅੰਤ ਨਾ ਅੰਤ। ਠੀਕ ਹੈ, ਹੁਣ ਅਗਲੀ ਨਾਲ ਪੜੋ। ਤਿੱਥੈ ਲੋ ਲੋ ਐੜੇ ਪੂਰੇ ਲਾ ਕੇ। ਲੋ ਲੋ, ਤਿੱਥੈ ਲੋ, ਤਿੱਥੈ ਲੋ ਲੋ ਆਕਾਰ। ਆਕਾਰ, ਆਕਾਰ। ਐੜੇ ਕੰਨਾ ਪੂਰਾ ਲਾ ਕੇ ਪੜਿਓ ਸਾਰਾ ਪੰਥ। ਤਿੱਥੈ ਲੋ ਲੋ ਆਕਾਰ। ਲੋ ਲੋ ਹੀ ਹੁੰਦਾ, ਲੋ ਹੀ ਪਾਈ ਬੈਠਿਆ ਸਾਨੂੰ। ਤਿੱਥੈ ਲੋ, ਕੋਈ ਸੁਰਮਾ ਪਾਈ ਬੈਠਾ, ਕੋਈ ਨੋ ਪਾਈ ਬੈਠਾ। ਆਕਾਰ। ਇਹ ਲੋ ਨਾਮ ਪ੍ਰਕਾਸ਼ ਦਾ ਹੈ, ਲੋ ਨਾਮ ਲੋਕਾਂ ਦਾ ਹੈ। ਤਿੱਥੈ ਲੋ ਲੋ, ਤਿੱਥੈ ਲੋ ਲੋ ਆਕਾਰ। ਹਾਂ, ਹੁਣ ਐੜੇ ਨੂੰ ਕੰਨਾ ਵੀ ਲੱਗ ਗਿਆ ਤੇ ਐੜੇ ਵੀ ਲੱਗ ਗਏ ਉਹਦੇ ਨਾਲ। ਹੁਣ ਹੋਇਆ ਪਾਠ। ਉੱਥੇ ਜਿਹੜਾ ਸੱਚਖੰਡ ਹੈ ਭਾਈ, ਉੱਥੇ ਤਾਂ ਪ੍ਰਕਾਸ਼ ਹੈ, ਪ੍ਰਕਾਸ਼ ਹੈ। ਲੋ ਨਾਮ ਪ੍ਰਕਾਸ਼ ਦਾ ਹੈ। ਇੱਥੇ ਤਾਂ ਜੇ ਬਿਜਲੀ ਨਾਲ ਹਨੇਰਾ ਹੀ ਹਨੇਰਾ ਹੈ ਨਾ। ਸੋ ਇਹ ਆਰਟੀਫਿਸ਼ਲ ਪ੍ਰਕਾਸ਼ ਹੈ। ਉੱਥੇ ਬਿਜਲੀ ਦੀ ਲੋੜ ਨਹੀਂ, ਉੱਥੇ ਦੀਵਿਆਂ ਦੀ ਲੋੜ ਨਹੀਂ। ਉਸ ਖੰਡ ਵਿੱਚ ਤਾਂ ਪ੍ਰਕਾਸ਼ ਹੈ, ਪ੍ਰਕਾਸ਼ ਹੈ। ਥੋੜ੍ਹੇ ਮਾਤਰ ਵੀ ਉੱਥੇ ਹਨੇਰਾ ਹੈ ਹੀ ਨਹੀਂ। ਸੋ ਨਾ ਉੱਥੇ ਅਗਿਆਨਤਾ ਦਾ ਹਨੇਰਾ, ਨਾ ਅਵਿਦਿਆ ਦਾ ਹਨੇਰਾ, ਨਾ ਪ੍ਰਤੱਖ ਹਨੇਰਾ। ਉਸ ਖੰਡ ਵਿੱਚ ਤਾਂ ਸਾਧ ਸੰਗਤ ਪ੍ਰਕਾਸ਼ ਹੀ ਪ੍ਰਕਾਸ਼ ਹੈ। ਉੱਥੇ ਤਾਂ ਆਕਾਰ ਵੀ ਜਿਹੜਾ ਹੈ ਪ੍ਰਕਾਸ਼ਮਈ ਹੈ। ਜਿਹੜਾ ਉੱਥੇ ਦਾ ਚੀਜ਼ਾਂ ਦਾ ਆਕਾਰ ਹੈ ਉਹ ਵੀ ਲੋ ਵਿੱਚ ਹੀ ਹੈ, ਪ੍ਰਕਾਸ਼ ਵਿੱਚ ਹੀ ਹੈ। ਹਾਂਜੀ, ਨਹੀਂ ਕਿਸੇ ਪ੍ਰਕਾਰ ਦਾ ਹਨੇਰਾ ਉੱਥੇ। ਉੱਥੇ ਹਨੇਰੇ ਵਾਲਾ ਕੋਈ ਜਾ ਹੀ ਨਹੀਂ ਸਕਦਾ। ਹੇਠਾਂ ਹੇਠਾਂ ਹੀ ਰਹਿੰਦੇ, ਹਨੇਰਾ ਹੇਠਾਂ ਸੰਸਾਰ 'ਚ ਹਨੇਰਾ ਹੈ।
ਉੱਥੇ ਤੇ ਪ੍ਰਕਾਸ਼ ਹੀ ਪ੍ਰਕਾਸ਼ ਹੈ। ਕਿਉਂ ਪ੍ਰਕਾਸ਼ ਹੈ? ਕਿਉਂਕਿ ਅਕਾਲ ਪੁਰਖ ਆਪ ਜਿਹੜਾ ਹੈ ਸੋ ਤੇ ਪ੍ਰਕਾਸ਼ ਹੈ, ਪ੍ਰਕਾਸ਼ ਰੂਪ ਹੈ, ਉਹਦਾ ਹੀ ਪ੍ਰਕਾਸ਼ ਹੈ ਉੱਥੇ। ਨਾ ਉੱਥੇ ਰਾਤ ਦਾ ਕੰਮ, ਨਾ ਉੱਥੇ ਦਿਨ ਨਾ ਰਾਤ, ਨਾ ਉੱਥੇ ਜਨਮ ਨਾ ਮੌਤ, ਨਾ ਉੱਥੇ ਟੈਕਸ ਕੋਈ ਕਿਸੇ ਪ੍ਰਕਾਰ ਦਾ, ਸਾਰਾ ਹਾਂਜੀ। ਜਿਵ ਜਿਵ ਹੁਕਮ ਤਿਵੈ ਤਿਵਕਾਰ। ਹਾਂ, ਉੱਥੇ ਫਿਰ ਜਿਵੇਂ ਜਿਵੇਂ ਉਹ ਹੁਕਮ ਕਰਦਾ ਉਸ ਖੰਡ 'ਚ ਬੈਠ ਕੇ ਭਾਈ ਤਿਵੇਂ ਤਿਵੇਂ ਹੀ ਜੀਵ ਜਿਹੜੇ ਨੇ ਕਾਰ ਕਰਦੇ ਨੇ, ਇੱਥੇ ਹਾਂ ਕਮਾਈ ਕਰਦੇ ਨੇ। ਉੱਥੋਂ ਹੁਕਮ ਚੱਲ ਰਿਹਾ, ਸੱਚਖੰਡ 'ਚੋਂ ਆ ਰਿਹਾ ਹੁਕਮ। ਅਤੇ ਜਿਹੜੇ ਇੱਥੇ ਵੀ ਸੱਚਖੰਡ ਦੇ ਵਾਸੀ ਨੇ, ਜਿਨ੍ਹਾਂ ਕੋਲ ਸੱਚਖੰਡ ਦੀ ਅਵਸਥਾ ਹੋਇਆ, ਸੱਚਖੰਡ ਪਹੁੰਚ ਚੁੱਕੇ ਨੇ, ਉਹਨਾਂ ਦੇ ਵੀ ਹੁਕਮ ਨਹੀਂ ਕੋਈ ਮੋੜ ਸਕਦਾ। ਉਹ ਵੀ ਜਿਵੇਂ ਕਿਸੇ ਨੂੰ ਹੁਕਮ ਕਰਨਗੇ, ਉਸ ਜੇ ਉਹ ਕਹਿਣ ਬੱਦਲ ਨੂੰ ਹੁਕਮ ਬੱਦਲ ਆ ਕੇ ਮੀਂਹ ਪਾ ਜਾਵੇ ਤੇ ਪਾਵੇਗਾ। ਸੋ ਗੁਰੂ ਅਮਰਦਾਸ ਜੀ ਨੇ ਪਵਾਇਆ ਨਹੀਂ ਸੀ, ਤਪੇ ਤੋਂ ਤਪਿਆ ਕੋਈ ਨਹੀਂ ਸੀ। ਉਹਨਾਂ ਨੇ ਆ ਕੇ ਕਿਹਾ ਪਾ ਮੀਂਹ, ਬਈ ਫਿਰ ਅੱਜ ਪਾ ਦਿੱਤਾ। ਸੋ ਉਹ ਸਾਰੀ ਕਾਇਨਾਤ ਇੱਕ ਬੱਦਲ ਕੀ ਸਮੁੱਚੀ ਸ੍ਰਿਸ਼ਟੀ ਦੀਆਂ ਛਾਇਆ ਵਸਤੂਆਂ ਉਹਨਾਂ ਦੇ ਹੁਕਮ ਵਿੱਚ ਕਾਰ ਕਰਦੀਆਂ ਹੁੰਦੀਆਂ ਨੇ, ਜਿਹੜਾ ਸੱਚਖੰਡ ਦਾ ਅਵਸਥਾ ਦਾ ਮਾਲਕ ਹੁੰਦਾ ਹੈ। ਹਾਂਜੀ। ਵੇਖੈ ਵਿਕਸੈ ਕਰ ਵਿਚਾਰ। ਠੀਕ ਪੜ੍ਹਿਆ ਹੈ, ਵਿਕਸਾ ਸਤਸੁੰਦਰਾਵਾਂ ਠੀਕ ਲੱਗੀਆਂ ਨੇ। ਵਿਕਸਾ ਤੇ ਵਿਸਰਾਮ ਹੋਇਆ, ਵੇਖੈ ਵਿਕਸੈ। ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਸੱਚਖੰਡ ਵਿੱਚ ਬੈਠਾ ਸਾਰਿਆਂ ਨੂੰ ਭਾਈ ਵੇਖਦਾ ਹੈ। ਜਦੋਂ ਜੀਵਾਂ ਨੂੰ ਕਾਰ ਕਰਦਿਆਂ ਨੂੰ ਵੇਖਦਾ, ਬੜਾ ਖਿੜਦਾ, ਖੁਸ਼ ਹੁੰਦਾ ਵੀ ਹੁਕਮ ਠੀਕ ਚੱਲ ਰਿਹਾ ਹੈ, ਸਾਰੇ ਮੇਰੇ ਹੁਕਮ ਨੂੰ ਮੰਨ ਰਹੇ ਨੇ। ਜੇ ਆਪਾਂ ਕਿਸੇ ਨੂੰ ਕੋਈ ਹੁਕਮ ਕਰ ਦਈਏ ਮੰਨੇ ਨਾ, ਉਹ ਗੁੱਸਾ ਹੀ ਕਰਦਾ ਨਾ ਮੂਹਰੋਂ। ਪਰ ਪਰਮੇਸ਼ਰ ਵੇਖ ਰਿਹਾ ਵੀ ਸਾਰੇ ਉਸ ਹੁਕਮ ਦੀ ਕਾਰ ਵਿੱਚ ਠੀਕ ਨਿਭ ਰਹੇ ਨੇ, ਹੁਕਮ ਮੰਨ ਰਹੇ ਨੇ। ਇਸ ਕਰਕੇ ਜਾਂ ਹੁਕਮ ਠੀਕ ਚੱਲ ਰਿਹਾ ਹੈ, ਮੇਰੇ ਹੁਕਮ ਵਿੱਚ ਸ੍ਰਿਸ਼ਟੀ ਸਾਰੀ ਬਣੀ ਹੋਈ ਹੈ, ਇਸ ਕਿਰਤ ਨੂੰ ਵੇਖ ਕੇ ਕਰਤਾ ਵੇਖ ਕੇ ਸਾਧ ਸੰਗਤ ਜੀ ਵਿਕਸਾ ਖੁਸ਼ ਹੋ ਰਿਹਾ ਹੈ। ਇਸ ਵਿੱਚ ਜਿਹੜਾ ਸਤਸੰਗ ਵਾਸੀ ਹੈ ਉਹ ਵੀ ਸਾਧ ਸੰਗਤ ਇਹਨੂੰ ਵੇਖ ਕਰਕੇ ਖੁਸ਼ ਹੋ ਰਿਹਾ ਹੈ। ਅਕਾਲ ਪੁਰਖ ਸੱਚਖੰਡ ਵਾਸੀ ਜਿਹੜਾ ਹੈ, ਸੱਚਖੰਡ ਦਾ ਮਾਲਕ ਜਿਹੜਾ ਬਣ ਗਿਆ ਹੈ, ਉਹਨੇ ਵੇਖ ਲਿਆ ਪਰਮੇਸ਼ਰ ਨੂੰ, ਸੱਚਖੰਡ ਨੂੰ ਵੇਖ ਲਿਆ, ਉਹ ਖੰਡ ਨੂੰ ਵੇਖ ਕੇ ਉਹ ਖੁਸ਼ ਹੁੰਦਾ। ਫਿਰ ਕਰ ਵਿਚਾਰ, ਇਸ ਤਰ੍ਹਾਂ ਦੀ ਵਿਚਾਰ ਦੁਆਰਾ ਜਿਹੜਾ ਸਾਧ ਸੰਗਤ ਉਹ ਫਿਰ ਖਿੜਦਾ ਹੈ। ਹਾਂਜੀ। ਇਹ ਔਂਕੜ ਦਲੌਂਕੜ ਦਾ ਵੀ ਦੱਸ ਦੋਗੇ ਥੋੜ੍ਹਾ ਜਿਹਾ? ਵਿਚਾਰ ਦੇ ਥੱਲੇ ਔਂਕੜ ਲੱਗ ਗਿਆ, ਵਿਚਾਰ ਵਿਚਾਰ ਵਿਚਾਰ, ਹੁਣ ਨਹੀਂ ਲੱਗਿਆ ਵਿਚਾਰ ਵਿਚਾਰ, ਸੌਂਕੜ ਹੋ ਗਿਆ, ਵਿਚਾਰ ਨਹੀਂ ਲੱਗਿਆ, ਲਾ ਕੇ ਦਿਖਾਇਓ ਵਿਚਾਰ। ਹਾਂ, ਸੋ ਬਹੁਤੀ ਤਰੱਕੀ ਨਹੀਂ ਕਰਨੀ, ਕਿਤੇ ਵਿਚਾਰੂ ਕਰ ਦਮੋ ਫਿਰ ਤੇ ਦੁਲੈਂਕੜੂ ਲੱਗ ਜਾਊਗਾ। ਕਈ ਦੁਲੈਂਕੜੂ ਕਹਿੰਦੇ ਨੇ, ਦੱਸੋ ਹੈਗੇ ਦੁਲੈਂਕੜ? ਚਲੋ ਔਂਕੜ ਤੇ ਦੁਲੈਂਕੜ, ਅੱਗੇ ਚਲੋ। ਨਾਨਕ ਕਥਨਾ, ਨਾਨਕ ਤੇ ਕੀ ਹੈ? ਨਾਨਕ ਤੇ ਕੀ? ਜਮ ਕੀ। ਕਥਨਾ ਤੇ ਕੀ ਹੈ? ਕਿਹੜਾ? ਅਰਧ ਵਿਸਰਾਮ। ਦੱਸੋ ਨਾ ਉਹਦਾ ਅਰਧ ਵਿਸਰਾਮ। ਨਾਨਕ ਤੇ ਜਮ ਕਾ। ਨਾਨਕ ਨਾਨਕ ਕਥਨਾ ਕਰੜਾ ਸਾਰ। ਉਹਨਾਂ ਦਾ ਜਿਹੜਾ ਕਥਨ ਕਰਨਾ ਹੈ ਨਾ, ਸੋ ਸਾਰ ਨਾਮ ਹੈ ਤੱਤ ਦਾ, ਜਿਹੜਾ ਤੱਤ ਸਰੂਪ ਪਰਮੇਸ਼ਰ ਹੈ, ਉਹਦਾ ਕਥਨ ਕਰਨਾ ਬੜਾ ਕਰੜਾ ਹੈ, ਬੜਾ ਔਖਾ ਹੈ, ਨਹੀਂ ਹੁੰਦਾ ਉਹਦਾ ਪੂਰਾ ਵਿਖਿਆਨ। ਕਿੰਨਾ ਕੁ ਕਰੜਾ ਹੈ? ਸਿੱਧਾ ਨੇ ਪੁੱਛਿਆ, ਮਰ ਕਹਿੰਦੇ ਸਾਰ। ਸਾਰ ਨਾਮ ਹੈ ਲੋਹੇ ਦਾ, ਲੋਹੇ ਵਾਂਗੂ ਕਰੜਾ ਹੈ। ਸੋ ਸਾਰ ਇੱਥੇ ਦੋ ਅਰਥ ਦੇ ਗਿਆ। ਸੋ ਕਿਹੜਾ ਅਲੰਕਾਰ ਹੋਇਆ ਜੀ ਇਹ? ਹਾਂ, ਸਲੇਸ਼ ਅਲੰਕਾਰ। ਪੁਰਾਣੇ ਵਿੱਚ ਬੈਠੇ ਨੇ ਵਿਦਿਆਰਥੀ, ਪਰ ਝੱਟ ਦੱਸ ਦਿੱਤਾ, ਨਵੇਂ ਨੋਟ ਕਰਨ ਲੱਗੇ ਨੇ। ਜਿਹੜਾ ਕਿਸੇ ਲਾਈਨ ਵਿੱਚ ਇੱਕ ਸ਼ਬਦ ਦੋ ਅਰਥ ਦੇ ਜਾਵੇ ਨਾ, ਉਸ ਰਚਨਾ ਨੂੰ ਕਹਿੰਦੇ ਨੇ ਸਲੇਸ਼ ਅਲੰਕਾਰ। ਚਲੋ। ਜਤ ਪਹਾਰਾ। ਪਹਾਰ ਪੱਪੇ ਨੂੰ ਨਾਲ ਜੱਤ ਨਹੀਂ ਪੜ੍ਹਨਾ ਨਾ, ਇਹ ਜੱਤ ਪੋਲਾ ਪੜ੍ਹਨਾ ਹੈ। ਜੇ ਜੱਤ ਪੜ੍ਹਾਂਗੇ, ਉਹ ਜੱਤ ਤਾਂ ਹੁੰਦੀ ਹੈ, ਕਿਸੇ ਭੇਡ ਦੀ ਜੱਤ ਕਿੰਨੀ ਆ ਬਈ, ਚਲੋ ਕਈਆਂ ਮਨੁੱਖਾਂ 'ਤੇ ਵੀ ਆਈ ਹੁੰਦੀ ਹੋਵੇਗੀ। ਸੋ ਇਸ ਲਈ ਉਹ ਜੱਤ ਹੁੰਦੀ ਹੈ, ਇਹਨੂੰ ਪੋਲਾ ਪੜ੍ਹਨਾ ਜੱਤ। ਜਤ ਪਹਾਰਾ, ਜੱਤ ਦਾ ਵਾਚਕ ਹੈ। ਜਤ ਪਹਾਰਾ। ਠੀਕ, ਪੱਪੇ ਨੂੰ ਕਹਿਣਾ ਠੀਕ ਲਾਇਆ। ਸੁਨਿਆਰ। ਸੁਨਿਆਰ ਨਾਲ ਠੀਕ ਲਾਇਆ। ਪੜ੍ਹਿਓ ਸਾਰੇ, ਕਈ ਸੁਨਿਆਰ ਕਹਿ ਜਾਂਦੇ ਨੇ। ਜਤ ਪਹਾਰਾ ਧੀਰਜ ਸੁਨਿਆਰ। ਹੁਣ ਇਹਦੇ ਵਿੱਚ ਮਹਾਰਾਜ ਜੀ ਪਾਤਸ਼ਾਹ ਜੀ ਰੂਪਕ ਅਲੰਕਾਰ ਰਾਹੀਂ ਉਪਦੇਸ਼ ਦੇ ਰਹੇ ਨੇ। ਰੂਪਕ ਅਲੰਕਾਰ ਇੱਕ ਸੁਨਿਆਰਾ ਹੈ। ਸੁਨਿਆਰਾ ਕੀ ਕਰਦਾ ਹੈ ਜੀ? ਮੰਨਾ ਚੋਂ ਆਇਆ। ਹਾਂਜੀ,
ਗਹਿਣੇ ਘੜਦਾ ਹੈ। ਅਤੇ ਉਹਦੇ ਕੋਲ ਕੀ ਸਾਜੋ ਸਮਾਨ ਹੁੰਦਾ, ਗਹਿਣੇ ਕਰਨ ਵੇਲੇ ਭੱਠੀ ਹੁੰਦੀ ਆ, ਅਤੇ ਆਇਰਨ ਹੁੰਦੀ ਹੈ ਜੋ ਤੇਰਾ ਸੋਨੇ ਨੂੰ ਕੁੱਟਦਾ ਹੈ, ਅਤੇ ਇਸੇ ਤਰ੍ਹਾਂ ਹਥੌੜਾ ਹੁੰਦਾ ਜਿਹਨਾਂ ਕੁੱਟਿਆ ਜਾਂਦਾ ਹੈ। ਫਿਰ ਜਿਹਨੂੰ ਭੱਠੀ ਨੂੰ ਤੇਜ਼ ਕਰਨ ਵਾਸਤੇ, ਅੱਗ ਤੇਜ਼ ਕਰਨ ਵਾਸਤੇ ਇੱਕ ਚਮੜੇ ਦਾ ਬੈਗ ਜਿਹਾ ਹੁੰਦਾ ਹੈ, ਉਹਦੇ ਰਾਹੀਂ ਉਹਨੂੰ ਫੂਕ ਮਾਰ ਦਿੰਦਾ ਅੱਗ ਤੇਜ਼ ਕਰਨ ਵਾਸਤੇ। ਪਿੰਡਾਂ 'ਚ ਤਾਂ ਬੁੜੀਆਂ ਜਿਵੇਂ ਅੱਗ ਨੂੰ ਤੇਜ਼ ਕਰਨ ਪੁਰਾਣੇ ਸਮੇਂ 'ਚ ਫੂਕ ਮਾਰਨੇ, ਭੂਕਣਾ ਹੁੰਦਾ ਸੀ। 3 ਹਥਿਆਰ ਉਸ ਵੇਲੇ ਮਾਈ ਕੋਲ ਹੁੰਦੇ ਨੇ। ਜਦੋਂ ਰੋਟੀ ਪਕਾਉਂਦੀ ਹੋਵੇ, ਉਹਨਾਂ ਸਿਆਣਾ ਦਾ ਕਥਨ ਹੈ, ਕਹਿੰਦੇ ਉਸ ਵੇਲੇ ਨਾ ਇਹਨੂੰ ਛੇੜੀਏ। 3 ਜ਼ਬਰਦਸਤ ਹਥਿਆਰ ਹੁੰਦੇ ਨੇ। ਪਹਿਲਾ ਹਥਿਆਰ ਹੁੰਦਾ ਹੈ ਜਿਹਨਾਂ ਫੂਕ ਮਾਰਦੀ ਆ ਭੂਖਣਾ ਲੋਹੇ ਦਾ, ਜੇ ਕੋਈ ਗੜਬੜ ਕੀਤੀ ਉਹ ਹਥਿਆਰ ਤਿਆਰ ਹੈ। ਦੂਜਾ ਹਥਿਆਰ ਹੁੰਦਾ ਸਾਸਾਂ ਜੀ ਵੇਲਣਾ, ਬਖਸ਼ਦਾ ਉਹ ਵੀ ਨਹੀਂ ਜੇ ਕਿਤੇ ਪੈ ਜਾ ਮੱਥੇ ਮੁੱਥੇ 'ਤੇ। ਤੀਜਾ ਵੱਡਾ ਹਥਿਆਰ ਸਨ ਜਿਹੜੀ ਲੱਕੜ ਅੰਦਰ ਬਲਦੀ ਆ ਚੁੱਲ੍ਹੇ 'ਚ, ਉਹ ਵੱਡਾ ਹਥਿਆਰ ਹੈ। ਇੱਥੇ ਤੱਕ ਕੋਈ ਰਹਿ ਗਿਆ ਸਿਆਣੇ ਦਾ ਕਸਰ ਜੇ ਵੀ ਉਸ ਵੇਲੇ ਨਾ ਕਿਤੇ ਛੇੜ ਲਿਆ ਜੇ ਕੋਈ ਗਲਤ ਵਲਤ, ਫਿਰ ਖੈਰ ਨਹੀਂ ਹੈਗੀ ਉਸ ਵੇਲੇ। ਹਾਂਜੀ, ਇਹ ਉਸ ਜਿਹੜਾ ਸੁਨਿਆਰ ਹੈ ਉਹਦੇ ਕੋਲ ਵੀ ਭਾਈ ਭੱਠੀ ਹੈਗੀ ਹੈ। ਅੱਗ ਨੂੰ ਤੇਜ਼ ਕਰਨ ਵਾਸਤੇ ਭੂਕਣਾ ਨਹੀਂ ਉਹਦੇ ਕੋਲ ਹੁੰਦਾ। ਉਹਦੇ ਕੋਲ ਚਮੜੇ ਦਾ ਇੱਕ ਬੈਗ ਜਿਹਾ ਹੁੰਦਾ, ਜਿਹੜਾ ਇੱਕ ਪਾਈਪ ਦੇ ਨਾਲ ਜੋੜਿਆ ਹੁੰਦਾ ਹੈ। ਉਹ ਐਂ ਖੋਲ੍ਹ ਲੈਂਦਾ ਉਹਨੂੰ, ਬੈਗ ਨੂੰ, ਹਵਾ ਭਰ ਗਈ ਉਹਦੇ 'ਚ, ਅਤੇ ਐਂ ਘੁੱਟ ਲਿਆ ਉਸ ਨੂੰ, ਘੁੱਟ ਕੇ ਬੈਗ ਦੀ ਹਵਾ ਐਂ ਦੱਬ ਦਿੰਦੇ ਨੇ। ਉਹ ਫਿਰ ਫੂਕ ਅੰਦਰ ਜਿਹੜੀ ਹੈ ਪਾਈਪ ਰਾਹੀਂ ਜਿੱਥੇ ਅੱਗ ਬਲਦੀ ਹੈ ਭੱਠੀ 'ਚ, ਉੱਥੇ ਜਾ ਵੱਜਦੀ ਹੈ। ਹਾਂ, ਧੌਂਕੜੀ ਕਹਿੰਦੇ ਨੇ ਇਸ ਬੋਲੀ, ਇੱਥੇ ਵੀ ਆਪਾਂ ਧੌਂਕੜੀ ਅਰਥ ਕਰਾਂਗੇ। ਅਤੇ ਇਸ ਲਈ ਸਾਧ ਸੰਗਤ ਉਹ ਸਾਰਾ ਇਹ ਰੂਪ ਕਲੰਕਾਰ ਜੋ ਸਮਾਨ ਸੁਨਿਆਰ ਕੋਲੇ ਹੈ, ਘਰ ਦਾ ਗਹਿਣੇ ਕਿੱਦਾਂ ਦੇ ਬਣਾਉਂਦਾ ਹੈ, ਉਹ ਹੁਣ ਇਹ ਰੂਪ ਦਿੱਤਾ ਹੈ। ਇਸ ਕਰਕੇ ਉਹਨੂੰ ਕਹਿੰਦੇ ਰੂਪ ਕਲੰਕਾਰ। ਹੁਣ ਪਹਿਲਾਂ ਕਹਿ ਰਹੇ ਨੇ ਮਾਰਚ ਪਾਤਸ਼ਾਹ ਜੀ, ਅਤੇ ਅੰਤਰੀ ਵਰ ਅਰਥ ਟਿਕਾਉਣਗੇ। ਜਿਵੇਂ ਪੜ੍ਹੋ ਜੀ, ਜਤ ਪਾਹਾਰਾ, ਜਤ ਪਾਹਾਰਾ, ਪਹਾਰਾ ਨਾਮ ਭੱਠੀ ਦਾ। ਜਿਹੜੀ ਸੁਨਿਆਰ ਦੀ ਭੱਠੀ ਆ, ਫਿਰ ਉਹ ਕਿਹੜੀ ਬਣਾਉਣੀ ਹੈ, ਜਿਹੜਾ ਜਤ ਰੱਖਣਾ ਹੈ। ਹਾਂਜੀ, ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਵੱਡੀਆਂ ਨੂੰ ਸਾਧ ਸੰਗਤ ਮਾਵਾਂ ਸਮਝਣਾ, ਬਰਾਬਰ ਦੀਆਂ ਨੂੰ ਭੈਣਾਂ, ਛੋਟੀਆਂ ਨੂੰ ਧੀਆਂ ਸਮਝਣਾ। ਇਹ ਜਤ ਹੈ ਸਿੱਖ ਦਾ। ਅਤੇ ਇਸੇ ਤਰ੍ਹਾਂ ਜਿਹੜਾ ਜਤ ਰੱਖਣਾ, ਜਿਵੇਂ ਕਲਗੀਧਰ ਜੀ ਨੇ 10ਵੇਂ ਗ੍ਰੰਥ ਵਿੱਚ ਕਿਹਾ ਹੈ, ਸੁਧ ਜਬ ਤੇ ਹਮ ਧਰੀ ਬਚਨ ਗੁਰਦਏ ਹਮਾਰੇ। ਕਹਿੰਦੇ ਜਦੋਂ ਸਾਡੀ ਸੁਧ ਸੰਭਲੀ ਆ ਨਾ, ਸਾਨੂੰ ਗੁਰੂ ਤੇਗ ਬਹਾਦਰ ਜੀ ਨੇ ਕੁਝ ਬਚਨ ਦਿੱਤੇ ਨੇ। ਕੀ ਦਿੱਤੇ ਨੇ? ਪੂਤ, ਉਹਨਾਂ ਨੇ ਕਿਹਾ ਹੈ, ਪੂਤ ਇਹ ਹੈ ਪ੍ਰਣ ਤੋਂ ਹੈ, ਇਹ ਪੁੱਤਰ ਤੈਨੂੰ ਇੱਕ ਪਰਨ ਕਰਾਉਣੇ ਆ। ਕੀ? ਜਬ ਲਗ ਘਟ ਨਿਜ ਥਾਰੇ, ਜਿੰਨਾ ਚਿਰ ਤੁਹਾਡੇ ਘਟ ਦੇ ਵਿੱਚ ਪ੍ਰਾਣ ਨੇ, ਪ੍ਰਾਣ ਜਬ ਲਗ ਘਟ ਨਿਜ ਥਾਰੇ, ਜਿੰਨਾ ਚਿਰ ਤੇਰੇ ਅੰਦਰ ਪ੍ਰਾਣ ਨੇ। ਅਤੇ ਕੀ ਪਰਨ ਕੀ ਕਰਾਇਆ? ਨਿਜ ਨਾਰੀ ਕੈ ਸਾਥ ਨਿਹੋ ਤੁਮ ਨਿਤ ਬਢਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਾਈਓ। ਪਰਾਈ ਸੇਜਾ ਤੇ ਪ੍ਰਤੱਖ ਤੇ ਕੀ ਜਾਣਾ ਹੈ, ਸੁਪਨੇ ਵਿੱਚ ਕਿਤੇ ਭੁੱਲ ਕੇ ਵੀ ਨਹੀਂ ਜੇ ਜਾਣਾ। ਇਹ ਮੈਨੂੰ ਪਰਨ ਕਰਾਏ ਨੇ, ਉਹ ਹੈ ਜਤ, ਖਾਲਸੇ ਦਾ ਇਹ ਜਤ ਹੈ। ਸੋ ਮਹਾਰਾਜ ਕਹਿੰਦੇ ਜਤ ਦੀ ਬਣਾ ਭੱਠੀ, ਪਹਾਰਾ ਨਾਮ ਹੈ ਭੱਠੀ ਦਾ। ਸੋ ਇਸੇ ਤਰ੍ਹਾਂ ਸਾਧ ਸੰਗਤ 'ਚ ਧੀਰਜ ਸੁਨਿਆਰ, ਸੁਨਿਆਰ ਕਿਹੜਾ ਬਣਾਉਣਾ ਹੈ? ਜਿਹੜਾ ਧੀਰਜ ਰੱਖਣਾ ਹੈ, ਦੁੱਖ ਸੁੱਖ ਵਿੱਚ ਸਮਾਨ ਅਵਸਥਾ ਰੱਖਣੀ ਹੈ। ਬਹੁਤੀ ਮਾਇਆ ਆ ਗਈ ਅਤੇ ਫੁੱਲ ਜਾਣਾ, ਅਤੇ ਚਲੇਗੀ ਚੀਕਾਂ ਮਾਰਨੀਆਂ, ਉਹ ਕਹਿੰਦਾ ਧੀਰਜ ਹੈ। ਜੇ ਆਈ ਨਹੀਂ ਜਦ ਵੀ ਧੀਰਜ ਹੈ। ਚੰਗਾ ਮਹਾਰਾਜ, ਜੇ ਰਾਜ ਦੇ ਹੈ ਤਾਂ ਕਵਨ ਵਡਾਈ, ਭੀਖ ਮੰਗਾਵੇ ਤਾਂ ਕਿਆ ਕੱਟ ਜਾਈ। ਉਹ ਉਹਨੂੰ ਕਹਿੰਦੇ ਨੇ ਧੀਰਜ। ਇਹ ਜਿਹੜਾ ਧੀਰਜ ਵਾਲਾ ਗੁਣ ਹੈ, ਇਹ ਹੈ ਸੁਨਿਆਰਾ। ਹਾਂਜੀ, ਅੱਗੇ ਅਹਰਣ ਮਤ ਵੇਦ ਹਥਿਆਰ। ਹਾਂ, ਹਥਿਆਰ, ਹਥਿਆਰ, ਇਹਨੂੰ ਹਥਿਆਰ ਪੜ੍ਹ ਜਾਂਦੇ ਨੇ ਕਈ। ਹਥਿਆਰ ਤਾਂ ਹੁੰਦਾ ਫਿਰ ਸ਼ਸਤਰ, ਕਿਰਪਾਨ ਕਹਿ ਲਓ, ਖੰਡਾ ਕਹਿ ਲਓ, ਉਹਨਾਂ ਅਰਥਾਂ 'ਚ ਆਜੂ। ਇੱਥੇ ਤਾਂ ਥੱਥੇ ਨੂੰ ਕੀ ਲੱਗੀ ਹੈ? ਥੋੜ੍ਹਿਆਂ ਨੇ ਨਹੀਂ ਕਿਹਾ, ਸਾਰਿਆਂ ਨੇ ਨਹੀਂ ਕਿਹਾ। ਸੋਚਦੇ ਸੀ ਵੀ ਸੱਜੇ ਪਾਸੇ ਆ ਕਿ ਖੱਬੇ ਪਾਸੇ ਆ ਕਿ ਕਿਵੇਂ। ਝੱਟ ਕਹਿ ਦਿਆ ਕਰੋ ਬਿਹਾਰੀ, ਹਥਿਆਰ ਉਹੀ ਬੋਲਣੀ ਹੈ। ਹਥਿਆਰ ਨਾਮ ਹੈ ਹਥੌੜੇ ਦਾ, ਜਿਹਨਾਂ ਸੋਨਾ ਕੁੱਟਦਾ ਹੈ। ਸੋ ਅਹਰਣ ਕਿਹੜੀ ਹੈ? ਜਿਹਦੇ ਉੱਤੇ ਰੱਖ ਕੇ ਕੁੱਟਦਾ ਹੈ, ਜਿਹਦੇ ਉੱਤੇ ਸੋਨਾ ਰੱਖਿਆ ਜਾਂਦਾ। ਲੋਹੇ ਦਾ ਪੀਸ ਹੁੰਦਾ ਨਾ, ਉਹਨੂੰ ਪਿੰਡਾਂ 'ਚ ਕਹਿੰਦੇ ਆਪਾਂ ਅਹਰਣ। ਲੋਹਾਰ ਦੇ ਕੋਲ ਵੀ ਹੁੰਦੀ ਹੈ। ਉਹ ਇੱਕ ਦੱਸਣੀ ਗੱਲ ਭੁੱਲ ਗਏ, ਜਿਹੜੀ ਲੋਹਾਰ ਕੋਲ ਧੌਂਕਣੀ ਹੁੰਦੀਆਂ ਨਾ, ਉਹ 2 ਹੁੰਦੀਆਂ ਨੇ। ਜਿਹੜਾ ਉਹ ਆਊਗਾ ਕਿ ਉੱਥੇ ਬਚਨ ਕਰਾਂਗੇ, ਇਸ ਲਈ ਇੱਥੇ ਇਹਦੇ ਅਰਥਾਂ ਵਿੱਚ ਆਈਏ। ਅਹਰਣ ਮਤ, ਅਹਰਣ ਮਤ ਵੇਦ ਹਥਿਆਰ, ਵੇਦ ਹਥਿਆਰ। ਅਹਰਣ ਕਿਹੜੀ ਹੈ? ਜਿੱਥੇ ਲਾ ਕੇ ਸੋਨਾ ਕੁੱਟਦਾ ਹੈ, ਉਹ ਸਾਧ ਸੰਗਤ ਜੀ ਮਤ, ਬੁੱਧੀ। ਬੁੱਧੀ ਫਿਰ ਕਿਹੜੀ? ਜਿਹੜੀ ਸੰਸਾਰਾਕਾਰ ਬੁੱਧੀ ਨਹੀਂ,
ਜਿਹੜੀ ਬੁੱਧੀ ਹੁਣ ਜਿਹੜੀ ਹੈ ਆਤਮਾਕਾਰ ਹੋ ਗਈ, ਜਿਹੜੀ ਬੁੱਧੀ ਬ੍ਰਹਮਾਕਾਰ ਹੋ ਗਈ, ਸੰਸਾਰ ਤੋਂ ਜਿਹੜਾ ਸੀ ਉੱਪਰ ਉੱਠ ਖੜੀ ਹੈ, ਜਿਹੜੀ ਆਤਮ ਵਿਸ਼ੈਣੀ ਹੋ ਗਈ। ਐਸੀ ਜਿਹੜੀ ਬੁੱਧ ਹੈ, ਐਸੀ ਜਿਹੜੀ ਮੱਤ ਹੈ, ਇਹੀ ਐਲਣ ਹੈ। ਐਲਣ ਕਿਵੇਂ ਹੁੰਦੀ ਹੈ? ਸਥਿਰ ਹੁੰਦੀ ਆ ਨਾ, ਜਿੰਨਾ ਮਰਜ਼ੀ ਜ਼ੋਰ ਦੀ ਸੱਟਾਂ ਥੋੜ੍ਹੇ ਨਾਲ ਮਾਰੀ ਜਾਓ, ਉਹ ਇੱਕ ਥਾਂ 'ਤੇ ਟਿਕੀ ਹੈ, ਉਹਦੀ ਕੋਈ ਸਾਸੇ ਹਿਲਚੁਲ ਨਹੀਂ। ਇਸੇ ਕਰਕੇ ਜਿਹੜੀ ਬੁੱਧੀ ਆਤਮ ਵਸੈਣੀ ਹੈ ਉਹ ਚੱਲ ਹੁੰਦੀ ਹੈ, ਐਲਣ ਦੀ ਤਰ੍ਹਾਂ ਹਿੱਲਣ ਵਾਲੀ ਨਹੀਂ, ਸੋ ਡੋਲਣ ਵਾਲੀ ਨਹੀਂ। ਐਸੀ ਜਿਹੜੀ ਬੁੱਧ ਹੈ ਇਹਨੂੰ ਬਣਾਓ ਐਲਣ। ਫਿਰ ਵੇਦ ਹਥਿਆਰ। ਹੁਣ ਵੇਦ ਦੇ ਦੱਦੇ ਨੂੰ ਔਂਕੜ ਹੈ ਇੱਥੇ। ਜੇ ਚਾਰੇ ਵੇਦਾਂ ਦਾ ਅਰਥ ਹੁੰਦਾ ਫਿਰ ਔਂਕੜ ਨਹੀਂ ਸੀ ਹੋਣਾ, ਬਹੁ ਬਚਨ ਹੋਣਾ ਸੀ। ਇਸ ਕਰਕੇ ਸਿੰਗੂਲਰ ਸ਼ਬਦ ਹੈ ਇਹ। ਇੱਥੇ ਇੱਕ ਦੀ ਕਿਸੇ ਦੀ ਗੱਲ ਹੋ ਰਹੀ ਹੈ, ਇੱਕ ਵੇਦ ਦੀ ਵੀ ਗੱਲ ਨਹੀਂ ਹੋ ਰਹੀ। ਇੱਥੇ ਵੇਦ ਦਾ ਅਰਥ ਹੁੰਦਾ ਗਿਆਨ। ਜੇ ਔਂਕੜ ਨਾ ਹੋਵੇ ਫਿਰ ਵਿਚਾਰੇ ਵੇਦਾਂ ਦਾ ਅਰਥ ਕਰਦੇ। ਸੋ ਵੇਦ ਦੇ ਅਰਥ ਨੇ, ਵੇਦ ਔਂਕੜ ਹੈ, ਇੱਕ ਵਚਨ ਹੈ, ਸਿੰਗੂਲਰ ਨਾਉਨ ਹੈ। ਸੋ ਵੇਦ ਦਾ ਅਰਥ ਇੱਥੇ ਕੀ? ਗਿਆਨ। ਹਥੌੜਾ ਕਾਹਦਾ ਬਣਾਉਣਾ ਜੀ? ਗਿਆਨ ਦਾ ਹਥੌੜਾ। ਇਹਦੇ ਨਾਲ ਘਾੜਤ ਘਾਲਣੀਆਂ ਨਾ, ਸੋ ਗਹਿਣੇ ਬਣਾਉਣੇ ਨੇ, ਕਾਂਠੇ ਮੁੰਦੀਆਂ ਮੰਦੀਆਂ ਬਣਨਗੀਆਂ ਅੱਗੇ। ਹੋਰ ਕੀ ਹੁੰਦਾ? ਭਾਵ ਭਉ ਖਲਾ। ਇੱਥੇ ਅਧ ਲਾਉਣੀ ਹੈ ਕੱਖੇ ਤੇ, ਇੱਥੇ ਖਲਾ ਨਹੀਂ ਕਹਿਣਾ। ਜੇ ਖਲਾ ਪੜ੍ਹਦਾ ਤਾਂ ਖਲਾ ਦਾ ਤਾਂ ਮੂਰਖ ਕਿੰਨਾ ਅਰਥ 'ਚ ਫਰਕ ਪੈ ਜੂ। ਸੋ ਇਸ ਕਰਕੇ ਖੱਖੇ ਦੇ ਅਧ ਲਾ ਕੇ ਭਾਉ ਖੱਲਾ। ਭਉ ਖਲਾ। ਕਈ ਬਣਾ ਕੇ ਕੋਲੋਂ ਲੱਲੇ ਤੇ ਬਿੰਦੀ ਲਾਈ ਜਾਂਦੇ ਨੇ, ਭਾਉ ਖੱਲਾਂ। ਸੁਨਿਆਰ ਕੋਲ ਦੋ ਖੱਲਾਂ ਨਹੀਂ ਹੁੰਦੀਆਂ, ਦੋ ਧੌਂਕਣੀਆਂ ਨਹੀਂ ਹੁੰਦੀਆਂ। ਉਹਦੇ ਕੋਲ ਇੱਕੋ ਧੌਂਕਣੀ ਦੀ, ਇੱਕ ਨਾਲ ਫੂਕ ਮਾਰਦਾ, ਦੂਜੇ ਨਾਲ ਹਥੌੜੇ ਦੀ ਸੱਟ ਮਾਰਦਾ ਜਾਂ ਸੋਨੇ ਦੀ ਘਾੜਤ ਕਰਦਾ ਰਹਿੰਦਾ। ਲੁਹਾਰ ਕੋਲੇ ਦੋ ਹੁੰਦੀਆਂ ਨੇ, ਕਦੇ ਇੱਧਰਲੇ ਹੱਥ ਨਾਲ ਫੂਕ, ਦੂਜੇ ਇੱਧਰਲੇ ਨਾਲ। ਤੁਸੀਂ ਪਿੰਡਾਂ 'ਚੋਂ ਆਪਾਂ ਆਏ ਹਾਂ, ਬਾਗੜੀ ਨਹੀਂ ਆਉਂਦੇ ਪਿੰਡਾਂ 'ਚ ਗੱਡੀਆਂ ਵਾਲੇ ਜਿਹਨੂੰ ਕਹਿੰਦੇ ਸੀ, ਆਏ ਹੁੰਦੇ ਲੁਹਾਰ ਜੋ, ਉਹਨਾਂ ਕੋਲ ਦੋ ਹੁੰਦੀਆਂ ਨੇ ਉਹ ਬੈਗ ਜੇ, ਉਹ ਲੁਹਾਰ ਹੁੰਦੇ ਨੇ। ਇਸ ਲਈ ਪਿੰਡਾਂ ਉਹ ਜਿਹੜੇ ਨੇ ਸੁਨਿਆਰ ਦੇ ਕੋਲ ਇੱਕੋ ਹੀ ਧੌਂਕਣੀ ਹੁੰਦੀ ਹੈ। ਇਸ ਕਰਕੇ ਇੱਕ ਵਚਨ ਹੈ, ਖੱਲਾਂ ਨਹੀਂ ਕਹਿਣਾ। ਕੀ ਕਹਿਣਾ ਹੈ? ਖਲਾ। ਕਾਇ ਤਾਂ ਕਹਿੰਦੇ ਖੱਲਾਂ, ਨੱਕ 'ਚ ਜਾਂਦੀ ਆਵਾਜ਼। ਫਿਰ ਭਾਉ ਖੱਲਾ। ਭਉ ਖਲਾ। ਹਾਂ, ਅਗਨ ਤਪਤਾਓ। ਹਾਂ, ਭਾਉ ਦੀ ਜਿਹੜਾ ਡਰ ਰੱਖਣਾ ਪਰਮੇਸ਼ਰ ਦਾ, ਹਰ ਵੇਲੇ ਡਰਦੇ ਰਹਿਣਾ ਪਾਪਾਂ ਤੋਂ। ਨਰ ਅਚੇਤ ਪਾਪ ਤੇ ਡਰ ਰਹੇ। ਸੋ ਉਹ ਜਿਹੜਾ ਡਰਦਾ ਨਹੀਂ ਉਹ ਚੇਤ ਮੂਰਖ ਹੈ। ਜਿਹੜਾ ਡਰ ਹੈ ਰੱਬ ਦਾ, ਸਾਸਨ ਜਿਹਨੂੰ ਰੱਬ ਦਾ ਪਾਇਆ ਜ਼ਿੰਦਗੀ 'ਚ ਪਾਪ ਨਹੀਂ ਕਦੇ ਕਰੂਗਾ। ਪਾਪ ਉਹੀ ਕਰਦਾ ਹੈ ਜਿਹਨੂੰ ਰੱਬ ਦਾ ਡਰ ਹੈ ਨਹੀਂ। ਸੋ ਇਸ ਕਰਕੇ ਜਿਹੜੀ ਖੱਲਾ ਹੈ ਨਾ, ਜਿਹਨੇ ਫੂਕ ਮਾਰਨੀ ਹੈ, ਉਹ ਬਣਾ ਭੌ ਦੀ, ਡਰ ਦੀ ਬਣਾਈ ਖੱਲ। ਖਲਾ ਜਿਹੜੀ ਸੀ ਧੌਂਕਣੀ ਬਣਾਈ। ਅਗਨ ਤਪਤਾਓ। ਅਗਨੀ ਜਿਹੜੀ ਹੈ ਕਿਵੇਂ ਤਪੀ ਜਿਹੜੀ ਹੈ ਫੂਕ ਮਾਰਨ ਨਾਲ? ਉਹ ਸਾਸੰਗ ਜਿਹੜਾ ਸੀ ਵਾਰ-ਵਾਰ ਨਾਮ ਦਾ ਅਭਿਆਸ ਕਰਨਾ, ਵਾਹਿਗੁਰੂ ਵਾਹਿਗੁਰੂ ਦਾ ਜਾਪ ਵਾਰ-ਵਾਰ ਕਰਨਾ, ਮੂਲ ਮੰਤਰ ਦੇ ਪਾਠ ਵਾਰ-ਵਾਰ ਕਰਨੇ, ਸ੍ਰੀ ਜਪਜੀ ਸਾਹਿਬ ਨੂੰ ਵਾਰ-ਵਾਰ ਪੜ੍ਹਨਾ। ਕਿੰਨੀ ਵਾਰੀ? ਇੱਕ ਦੂਜੀ ਬਹੁ ਲੱਖ ਹੋਏ ਪੜ੍ਹ ਲੈਣਾ। ਇਸ ਤਰ੍ਹਾਂ ਫਿਰ ਇਹ ਜਿਹੜੀ ਹੈ ਵਾਰ-ਵਾਰ ਅਭਿਆਸ ਕਰਨ ਦੀ ਜਿਹੜੀ ਸੀ, ਇਹ ਅਗਨੀ ਜਿਹੜੀ ਸੀ ਪ੍ਰਜਵਲਿਤ ਹੋਈ। ਅਤੇ ਤਪ ਜਿਹੜਾ ਸੀ, ਤਪੱਸਿਆ ਜਿਹੜੀ ਸੀ, ਤਪ ਕੀ ਹੈ? ਗੁਰੂ ਕੇ ਲੰਗਰ 'ਚ ਮਾਂਜਣੇ ਭਾਂਡੇ, ਇਹ ਗੁਰਸਿੱਖੀ ਦਾ ਤਪ ਹੈ ਕਿ ਲੰਗਰਾਂ 'ਚ ਭਾਂਡੇ ਮਾਂਜਣੇ, ਤੱਪੜ ਝਾੜਨੇ, ਜੋੜੇ ਝਾੜਨੇ, ਸਾਧ ਸੰਗਤ ਲਿਖ ਲਿਖ ਕੇ ਸੇਵਾ ਕਰਨੀ, ਨਾਮ ਲਿਖ ਕੇ ਦੇਣਾ, ਸ਼ਬਦ ਲਿਖ ਕੇ ਸੇਵਾ ਕਰਨੀ, ਗੁਟਕੇ ਸਾਹਿਬ ਲਿਖ ਕੇ ਸੇਵਾ ਕਰ ਦੇਣੀਆਂ, ਛਪਾ ਦੇਣੇ। ਇਹ ਗੁਰਸਿੱਖੀ ਦਾ ਤਪ ਹੈ। ਇਹ ਜਿਹੜਾ ਤਪ ਜਿਹੜਾ ਹੈ ਤਪਾਉਣਾ ਹੈ ਇਸ ਤਰ੍ਹਾਂ। ਜਾਂ ਉਸ ਅਗਨੀ ਦੇ ਨਾਲ, ਬ੍ਰਹਮ ਅਗਨੀ ਦੇ ਨਾਲ ਸਾਧ ਸੰਗਤ ਜਿਹੜਾ ਸੀ ਅਭਿਆਸ ਕੀਤਾ ਪਹਿਲਾਂ, ਫਿਰ ਬ੍ਰਹਮ ਅਗਨੀ ਜਿਹੜੀ ਸੀ ਤਪੀ, ਉਹਦੀ ਪ੍ਰਜਵਲਤਾ ਹੋਈ। ਹਾਂਜੀ, ਉਹ ਤਾਂ ਉਹ ਆਇਆ ਅੱਗੇ। ਭਾਂਡਾ ਭਾਉ। ਇੱਥੇ ਨਹੀਂ ਪਾਉਣ, ਦੇਖੋ ਇੱਥੇ ਬੜਾ ਫਰਕ ਪੈਂਦਾ ਹੈ। ਉੱਥੇ ਭੱਬੇ ਦੇ ਕਹਿੰਦੇ ਨੂੰ ਪੱਬਾ ਮੁਕਤਾ ਸੀ, ਉੱਥੇ ਭਾਉ ਪੜਿਆ। ਇੱਥੇ ਹੁਣ ਭੱਬੇ ਦੇ ਨੂੰ ਕੀ ਹੈ? ਕਹਿੰਦੇ ਭੱਬੇ ਨੂੰ ਲੱਗਿਆ, ਉਹ ਕਹਿੰਦੇ ਭਾਉ। ਮੈਂ ਇਹ ਥੋੜ੍ਹਾ ਪੁੱਛਿਆ, ਮੈਂ ਤਾਂ ਪੁੱਛਿਆ ਭੱਬੇ ਨੂੰ ਕੀ ਲੱਗਿਆ ਹੋਇਆ ਹੈ? ਕੰਨਾ ਲੱਗਿਆ। ਉਹ ਦੱਸੋ ਫਿਰ, ਭੱਬੇ ਨੂੰ ਭਾਉ ਨਹੀਂ ਲੱਗਿਆ ਹੋਇਆ। ਉੱਥੇ ਬਿਨਾਂ ਕੰਨੇ ਤੋਂ ਅਸੀਂ ਉੱਥੇ ਭਾਉ ਪੜ੍ਹਿਆ, ਇੱਥੇ ਕੰਨੇ ਸਹਿਤ ਪੜ੍ਹੋ। ਫਿਰ ਭਾਂਡਾ ਭਾਉ। ਭਾਂਡਾ ਭਾਉ। ਅਰਥ ਵਿੱਚ ਢੇਰ ਫਰਕ ਹੈ। ਭਾਉ ਨਾਮ ਹੈ ਡਰਦਾ, ਜੇ ਕੰਨਾ ਹੈ ਨਹੀਂ। ਕੰਨਾ ਲਾ ਕੇ ਪੜ੍ਹਦੇ ਆ, ਭਾਉ ਦਾ ਅਰਥ ਹੈ ਪ੍ਰੇਮ। ਸੋ ਕਿੰਨਾ ਫਰਕ ਪੈ ਗਿਆ, ਉੱਥੇ ਵੀ ਭਾਉ, ਇੱਥੇ ਵੀ ਭਾਉ। ਭਾਂਡਾ ਭਾਉ। ਹਾਂ, ਹੁਣ ਲੱਗਿਆ ਅੰਮ੍ਰਿਤ ਤਿਤ ਢਾਲ। ਹਾਂ, ਇਹਨੂੰ ਵੀ ਅੰਮ੍ਰਿਤ ਨਹੀਂ ਪੜ੍ਹਨਾ, ਅੰਮ੍ਰਿਤ। ਅੰਮ੍ਰਿਤ। ਆੜੇ ਤੋਂ ਟਿੱਪੀ ਹੈ, ਪੈਰ 'ਚ ਰਾਰਾ ਹੈ ਮੰਮੇ ਦੇ। ਜੇ ਪੂਰਾ ਰਾਰਾ ਹੁੰਦਾ ਅੰਮ੍ਰਿਤ ਪੜ੍ਹਦੇ, ਪਰ ਇੱਥੇ ਅੱਧਾ ਹੈ, ਉਹ ਉਵੇਂ ਪ੍ਰੋਨਾਉਂਸ ਕਰਨਾ ਹੈ, ਅੰਮ੍ਰਿਤ। ਅੰਮ੍ਰਿਤ। ਭਾਂਡਾ ਭਾਉ। ਭਾਂਡਾ ਭਾਉ। ਅੰਮ੍ਰਿਤ ਤਿਤ ਢਾਲ। ਅੰਮ੍ਰਿਤ ਤਿਤ ਢਾਲ।
ਭਾਂਡਾ ਕਿਹੜਾ ਬਣਾਇਆ ਜੇ ਸੋਨਾ ਪਿਘਲਾ ਕੇ ਪਾਉਂਦੇ ਆ ਉਹਨੂੰ ਕਹਿੰਦੇ ਨੇ ਕੁਠਾਲੀ। ਸੁਨਿਆਰ ਜੀ ਦੇ ਸੋਨਾ ਪਿਘਲਾ ਕੇ ਪਾ ਦਿੰਦੇ ਆ ਨਾ, ਉਸ ਭਾਂਡੇ ਦਾ ਨਾਂ ਹੈ ਕੁਠਾਲੀ। ਸੋ ਕੁਠਾਲੀ ਕਿਹੜੀ ਹੈ? ਭਾਂਡਾ ਕਿਹੜਾ? ਪ੍ਰੇਮ ਦਾ। ਪ੍ਰੇਮ ਦਾ ਭਾਂਡਾ ਪਾ, ਪ੍ਰੇਮ ਦੇ ਵਿੱਚ ਟਿਕੂਗਾ ਇਹ। ਜਿੱਥੇ ਪ੍ਰੇਮ ਹੈ ਨਹੀਂ ਉੱਥੇ ਕਿਵੇਂ ਟਿਕੇਗਾ? ਫਿਰ ਢਾਲ ਕੇ ਕੀ ਪਾਇਆ? ਸੋਨਾ ਕਿਹੜਾ ਢਾਲਿਆ ਉਹਦੇ 'ਚ? ਜਿਹੜਾ ਪਾਇਆ ਭਾਂਡੇ 'ਚ ਅੰਮ੍ਰਿਤ ਤਿਤ ਢਾਲ। ਅੰਮ੍ਰਿਤ ਨਾਮ। ਸੋਨਾ ਕੀ ਹੈ? ਨਾਮ ਰੂਪੀ ਅੰਮ੍ਰਿਤ ਜਿਹੜਾ ਸੀ, ਇਹ ਸੋਨੇ ਨੂੰ ਢਾਲ ਕੇ ਜਿਹੜਾ ਸੀ ਉਸ ਭਾਂਡੇ ਵਿੱਚ ਪਾਇਆ, ਪ੍ਰੇਮ ਰੂਪੀ ਭਾਂਡੇ 'ਚ ਢਾਲ ਕੇ। ਅੱਗੇ ਘੜੀਐ ਸ਼ਬਦ ਸੱਚੀ ਟਕਸਾਲ। ਹਾਂ, ਜਿਹੜੀ ਟਕਸਾਲ ਹੁੰਦੀ ਹੈ ਸੁਨਿਆਰ ਦੀ, ਉਹਦੇ 'ਚ ਕੀ ਘਾਟ ਹੁੰਦੀ ਹੈ? ਉਸ ਆਸੇ ਮੋਹਰਾਂ ਬਣਾਉਂਦਾ ਹੈ, ਚਾਂਦੀ ਦੇ ਰੁਪਈਏ ਬਣਾਉਂਦਾ ਹੈ, ਸਿੱਕੇ ਬਣਾਉਂਦਾ ਹੈ। ਇਹ ਵੀ ਬਣਾਉਂਦੇ ਸੀ ਨਾ ਅੱਗੇ। ਉਹ ਟਕਸਾਲ 'ਚ ਜਿਹੜੀ ਸੀ ਬਣਾਏ ਜਾਂਦੇ ਸੀ ਰਾਜੇ ਦੀ ਟਕਸਾਲ ਵਿੱਚ। ਇਹ ਜਿਹੜੀ ਰੱਬ ਦੀ ਟਕਸਾਲ ਹੈ ਉਹ ਕਿਹੜੀ ਹੈ? ਗੁਰੂ ਕੀ ਸਾਧ ਸੰਗਤ। ਗੁਰੂ ਕੀ ਸਾਧ ਸੰਗਤ ਜਿਹੜੀ ਸੱਚੀ ਟਕਸਾਲ ਹੈ, ਉਹਦੇ ਵਿੱਚ ਕਿਸ ਚੀਜ਼ ਦੀ ਘਾਟ ਕਰੀ ਜਾਂਦੀ ਹੈ? ਗਹਿਣਾ ਕਿਹੜਾ ਕਿਹੜਾ ਗਿਆ? ਭਾਈ ਗੁਰੂ ਦੇ ਉਪਦੇਸ਼ ਦੁਆਰਾ ਮਨ ਰੂਪੀ ਗਹਿਣੇ ਨੂੰ ਘੜ ਦਿੱਤਾ। ਉਪਦੇਸ਼ ਕਾਹਦੇ ਨਾਲ ਘੜਿਆ? ਗੁਰੂ ਦੇ ਉਪਦੇਸ਼ ਦੁਆਰਾ। ਸ਼ਬਦ ਕੀ ਆ? ਉਪਦੇਸ਼। ਗੁਰੂ ਦੇ ਸ਼ਬਦ ਦੁਆਰਾ ਮਨ ਨੂੰ ਘਾਟ ਜਿਹੜੀ ਸੀ ਘੜ ਦਿੱਤੀ। ਸ਼ੁੱਧ ਗਿਆਨ 12 ਬੰਨੀ ਦਾ ਸੋਨਾ ਬਣਾ ਦਿੱਤਾ ਮਨ। ਹੁਣ ਸਾਰੀ ਖੋਟ ਕੱਢ ਦਿੱਤੀ ਵਿੱਚੋਂ, ਸੋਨਾ ਬਣ ਗਿਆ ਅਸਲੀ। ਜਾਂ ਗੁਰਮਤਿ ਦੀ ਟਕਸਾਲ ਕਲਗੀਧਰ ਜੀ ਨੇ ਚਲਾਈ, ਇਹਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਆ ਗੁਰਮਤਿ ਜਿਹੜੀ ਬ੍ਰਹਮ ਵਿਦਿਆ ਦੀ ਟਕਸਾਲ ਚਲਾ ਦਿੱਤੀ। ਇਹਦੇ ਵਿੱਚ ਇਹ ਜਿਹੜਾ ਸੀ ਸ਼ਬਦ ਦੀ ਘਾਟ ਘੜੀ ਜਾਂਦੀ ਹੈ। ਹੁਣ ਤੁਸੀਂ ਬ੍ਰਹਮ ਵਿਦਿਆ ਪੜ੍ਹ ਰਹੇ ਹੋ ਨਾ, ਇਹ ਘੜਿਆ ਜਾ ਰਿਹਾ ਹੈ। ਇਹ ਟਕਸਾਲ ਹੈ ਗੁਰੂ ਕੀ ਸਾਧ ਸੰਗਤ, ਗੁਰੂ ਦਾ ਦਰ। ਜਾਂ ਜਿਹੜੀ ਕਲਗੀਧਰ ਦੀਆਂ 2 ਟਕਸਾਲਾਂ ਚਲਾਈਆਂ, ਉੱਥੇ ਵੀ ਇਹ ਟਕਸਾਲ ਦੇ ਵਿੱਚ ਸੱਚੇ ਸ਼ਬਦ ਦੀ ਘਾਟ ਜਿਹੜੀ ਹੈ ਬ੍ਰਹਮ ਵਿਦਿਆ ਦੀ ਸ਼ਾਸਨ ਦੀ ਘੜੀ ਜਾਂਦੀ ਹੈ। ਅੱਗੇ ਜਿਨ ਕੋ ਨਦਰ ਕਰਮ ਤਿਨ ਕਾਰ। ਹਾਂ, ਜਿਨ੍ਹਾਂ ਦੇ ਉੱਤੇ ਭਾਈ ਨਦਰ ਦਾ ਅਰਥ ਨਦਰੀ ਪਰਮੇਸ਼ਰ ਦੀ ਕਰਮ ਹੋ ਗਈ ਬਖਸ਼ਿਸ਼। ਜਿਨ੍ਹਾਂ ਤੋਂ ਨਦਰੀ ਵਾਹਿਗੁਰੂ ਦੀ ਬਖਸ਼ਿਸ਼ ਹੋ ਗਈ, ਉਹਨਾਂ ਨੂੰ ਇਹ ਕਾਰ ਪ੍ਰਾਪਤ ਹੁੰਦੀ ਹੈ ਸੱਚਖੰਡ ਵਾਲੀ। ਉਹ ਇਸ ਕਾਰ ਦੇ ਵਿੱਚ ਸਾਧ ਸੰਗਤ ਜੀ ਘੜੇ ਜਾਂਦੇ ਨੇ। ਉਹ ਅਸਲੀ ਜਿਹੜਾ 12 ਬੰਨੀ ਦਾ ਸੋਨਾ ਇਸ ਟਕਸਾਲ ਵਿੱਚ ਗੁਰੂ ਦੀ ਸਾਧ ਸੰਗਤ ਵਿੱਚ ਜਿਹੜਾ ਸੀ ਮਨ ਨੂੰ ਸਾਧ ਸੰਗਤ ਜੀ ਘੜ ਕੇ ਇਉਂ ਬ੍ਰਹਮ ਗਿਆਨ ਰੂਪੀ ਸੋਨਾ ਬਣਾ ਦਿੱਤਾ। ਇਹ ਜੋ ਕਦੋਂ ਹੁੰਦਾ ਇਹ ਪ੍ਰਾਪਤੀ? ਜਦੋਂ ਉਹਦੀ ਨਦਰੀ ਵਾਹਿਗੁਰੂ ਪਰਮੇਸ਼ਰ ਦੀ ਜਿਨ੍ਹਾਂ 'ਤੇ ਬਖਸ਼ਿਸ਼ ਹੋ ਗਈ। ਬਾਕੀ ਤਾਂ ਫਿਰ ਜਿਹੜੀ ਮਾਇਆ ਹੀ ਘੜਦੀ ਆ ਉਹਨੂੰ। ਮਾਇਆ ਫਿਰ ਕਿੱਦਾਂ ਦੀ ਘੜਦੀ ਹੈ? ਮਾਇਆ ਦੀ ਘਾਟ ਵੱਖਰੀ ਹੈ। ਉਹਨੂੰ ਬੁੱਧੂ ਬਣਾ ਲਓ, ਮੂਰਖ ਕਹਿ ਲਓ, ਗਿਆਨੀ ਕਹਿ ਲਓ, ਸਾਖਤ ਕਹਿ ਲਓ, ਉਹ ਘਾਟ ਉਹਦੀ ਹੈ। ਹਾਂਜੀ, ਅੱਗੇ ਜੀ ਨਾਨਕ ਨਦਰੀ ਨਦਰ ਨਿਹਾਲ। ਆ ਨਾਨਕ ਤੇ ਕੀ ਹੈ ਜੀ? ਪੂਰਨ ਵਿਸਰਾਮ ਹੈ, ਜਮਕੀ ਹੈ। ਦੂਜਾ ਦਾ ਕੀ ਨਾਂ ਹੈ? ਨਾਨਕ ਦਾ ਚਮਕੀ ਦਾ ਅਲਪ ਵਿਸਰਾਮ। ਇਹਦਾ ਸਿੰਬਲ ਕੀ ਹੁੰਦਾ ਹੈ? ਕੌਮਾ। ਆ ਨਾਨਕ ਜਿਹੜਾ ਸੀ ਨਦਰੀ ਤੇ ਕਿਹੜਾ ਵਿਸਰਾਮ ਲੱਗਿਆ ਹੈ? ਅਰਧ ਵਿਸਰਾਮ। ਇਹਦਾ ਸਿੰਬਲ ਕੀ ਹੁੰਦਾ ਹੈ? ਸਾਮੀ। ਉਹ ਜਿਹੜੀਆਂ 2 ਡੰਡੀਆਂ ਨੇ ਉਹਨੂੰ ਕੀ ਕਹਿੰਦੇ ਨੇ? 38 ਨੂੰ ਕੀ ਕਹਿੰਦੇ ਨੇ? 36 ਨੂੰ 38। ਇਹ 38 ਇਸ ਗੱਲ ਦਾ ਲਿਖਾ ਹੈ ਕਿ ਸ੍ਰੀ ਜਪਜੀ ਸਾਹਿਬ ਦੀਆਂ 38 ਪੌੜੀਆਂ ਨੇ। ਜੇ ਕੋਈ ਪੁੱਛੇ ਜੀ ਜਪਜੀ ਸਾਹਿਬ ਕਿੰਨੀਆਂ ਪੌੜੀਆਂ ਨੇ, ਕਿੰਨੀਆਂ ਦੱਸੋਗੇ? ਆ ਕੇ 40 ਕਹੀ ਜਾਂਦੇ ਨੇ। 38 ਪੌੜੀਆਂ ਨੇ। 39ਵਾਂ ਕੀ ਹੈ? ਉਹ ਕੱਲ੍ਹ ਨੂੰ ਪੜ੍ਹਾਂਗੇ। ਇਹਦੇ ਇਕੱਠ ਹੋਰ ਕਰਨੇ ਨੇ। ਉੱਥੋਂ ਚਲੋ ਦੁਬਾਰੇ ਜਤ ਪਹਾੜਾ ਤੋਂ ਚਲੋ। ਹਾਂ, ਨਾਨਕ ਮਾਰੀ ਕਹਿੰਦੇ ਨਦਰੀ ਜਿਹੜਾ ਪਰਮੇਸ਼ਰ ਨਦਰ ਜਿਨ੍ਹਾਂ ਦੇ ਉੱਤੇ ਪਾਈ ਨਜ਼ਰ ਕਰ ਦਿੰਦਾ ਹੈ, ਉਹਨੂੰ ਨਿਹਾਲ ਨਿਹਾਲ ਕਰ ਦਿੰਦਾ। ਉਹਨੂੰ 12 ਬੰਨੀ ਦਾ ਸੋਨਾ ਬਣਾ ਕੇ ਖੋਟ ਕੱਢ ਦਿੰਦਾ ਸਾਰੀ। ਫਿਰ ਕਹਿੰਦੇ ਲੈ ਵੀ ਸ਼ੁੱਧ ਸੋਨਾ ਬ੍ਰਹਮ ਗਿਆਨੀ ਹੁਣ ਤੂੰ। ਉਹ ਨਿਹਾਲ ਕਰ ਦਿੰਦਾ। ਇਉਂ ਟਕਸਾਲ 'ਚ ਘੜਿਆ ਜਾਂਦਾ ਹੈ। ਹਾਂਜੀ, ਉੱਥੋਂ ਫਿਰ ਚਲੋ ਜਤ ਪਹਾੜਾ ਤੋਂ ਬੋਲਿਓ। ਉਧਰ ਫੜਾ ਦਿਓ, ਕਰ ਲੈਣਗੇ। ਹੁਣ ਕਰ ਦਿਓ ਤੁਸੀਂ। ਜਤ ਪਹਾਰਾ ਤੀਜ ਸੁਨਿਆਰ। ਜਤਦਾਰ ਸਾਧ ਸੰਗਤ ਜੀ ਵਿਰਾਗ ਵੀ ਹੁੰਦਾ ਹੈ। ਉੱਥੇ ਜਤਦਾਰ ਜਿਹੜਾ ਸੀ ਤਾਂ ਕਰਕੇ ਦੁਬਾਰਾ ਇੱਥੇ ਲਿਆਂਦਾ ਤੁਹਾਨੂੰ। ਜਤ ਦੇ ਅਰਥ ਵਿਰਾਗ ਵੀ ਹੁੰਦੇ ਨੇ। ਤੇ ਵਿਰਾਗ ਅਤੇ ਸਾਧ ਸੰਗਤ ਜੀ ਤੇ ਨਾਲ ਸੰਨਿਆਸ ਹੁੰਦਾ ਹੈ। ਜੇ ਵਿਰਾਗ ਹੈ ਤਾਂ ਸੰਨਿਆਸ ਹੈ, ਜੇ ਸੰਨਿਆਸ ਹੈ ਤਾਂ ਤਿਆਗ ਹੈ। ਜਤਨਾਮ ਤਿਆਗ ਦਾ ਵੀ ਹੁੰਦਾ ਹੈ। ਤਿਆਗ ਤੋਂ ਅਰਥ ਸ਼ੁਰੂ ਕਰ ਲਓ। ਜੇ ਤਿਆਗ ਹੈ ਤਾਂ ਤਿਆਗ ਤੋਂ ਸੰਨਿਆਸ ਹੋ ਜਾਂਦਾ ਹੈ। ਜੇ ਸੰਨਿਆਸ ਹੈ ਤਾਂ ਵਿਰਾਗ ਹੁੰਦਾ ਹੈ। ਜੇ ਵਿਰਾਗ ਤਾਂ ਸੰਨਿਆਸ ਹੋਊਗਾ,
ਜੇ ਸੰਨਿਆਸ ਹੈ ਤਾਂ ਤਿਆਗ ਹੋਊਗਾ, ਜੇ ਤਿਆਗ ਹੈ ਤਾਂ ਸਾਸੀ ਜਤ ਹੋਵੇਗਾ। ਆਪ ਵਿੱਚ ਸਾਂਝ ਹੈ। ਸੋ ਜਿਹੜਾ ਵਿਰਾਗ ਹੈ ਨਾ, ਇਹ ਵੀ 9 ਪ੍ਰਕਾਰ ਦਾ ਹੈ। ਇਹ ਤੁਸੀਂ ਹੁਣ ਜੇ ਲਿਖਣ ਦਾ ਹੈਗਾ ਟਾਈਮ ਤਾਂ ਲਿਖ ਲਓ। ਸਵੇਰ ਵਾਲਾ ਵਿਚਾਰੇ ਰਹਿ ਗਏ, ਉਹਨਾਂ ਦਾ ਟਾਈਮ ਪਹਿਲਾਂ ਹੀ ਹੋ ਗਿਆ। ਉਹ ਕਈ ਵਾਰੀ ਗੱਲਾਂ ਵੀ ਕਰਦੇ ਨੇ, ਸ਼ਾਮ ਵਾਲਿਆਂ ਨੂੰ ਜ਼ਿਆਦਾ ਕੁਝ ਦੱਸ ਦਿੰਦੇ ਹੋ, ਅਤੇ ਸਵੇਰ ਵਾਲਿਆਂ ਨੂੰ ਤੁਸੀਂ ਜਿਹੜਾ ਘੱਟ ਵੱਧ, ਉਹ ਟਾਈਮ ਦੀ ਭੱਜਣ ਵਾਲੀ ਹੁੰਦੀ ਹੈ, ਕਈ ਵਾਰੀ ਉਹਨਾਂ ਕਾਹਲੀ ਕੰਮ 'ਤੇ ਜਾਂਦੇ ਨੇ। 9 ਪ੍ਰਕਾਰ ਦਾ ਵਿਰਾਗ ਹੈ, 3 ਦਾ ਵੱਖਰਾ ਵੀ ਹੈ। ਪਹਿਲਾਂ 9 ਵਾਲਾ ਲਿਖ ਲਓ। ਕਾਰਨ ਵੈਰਾਗ, ਕਾਰਨ ਵੈਰਾਗ, ਕਾਰਨ ਕਿਸੇ ਕਾਰਨ ਕਰਕੇ ਵੈਰਾਗੀ ਬਣਨਾ, ਰੀਜ਼ਨ ਹੋ ਗਿਆ, ਕੋਈ ਕਾਰਨ ਹੈ। ਜਿਵੇਂ ਜਿਹੜਾ ਸੀ ਭਰਥਰੀ ਰਾਜਾ ਸੀ ਪਹਿਲਾਂ, ਫਿਰ ਜੋਗੀ ਬਣਿਆ। ਕਿਉਂ ਬਣਿਆ? ਆਪਣੀ ਘਰਵਾਲੀ ਜਿਹੜੀ ਸੀ ਨਾ, ਉਹਦਾ ਆਚਰਨ, ਉਹਦਾ ਕਰੈਕਟਰ ਢਿੱਲਾ ਦੇਖ ਕੇ ਛੱਡ ਕੇ ਰਾਜ ਭਾਗ ਨੂੰ ਛੱਡੋ ਪਰੇ, ਹਾਂਜੀ। ਸੋ ਰਾਜ ਭਾਗ ਛੱਡ ਕੇ ਜੋਗੀ ਬਣ ਗਿਆ। ਉਹ ਕਿਸੇ ਕਾਰਨ ਨੂੰ ਲੈ ਕੇ ਬਣਿਆ ਵੈਰਾਗੀ, ਤਾਂ ਰਾਜ ਭਾਗ ਤੋਂ ਵੈਰਾਗਮਾਨ ਹੋਇਆ, ਛੱਡ ਦਿੱਤਾ ਸਾਰਾ ਕੁਛ। ਉਹਨੂੰ ਕਹਿੰਦੇ ਨੇ ਕਾਰਨ ਵੈਰਾਗ। ਬਾਣੀ 'ਚ ਵੀ ਲਿਖਿਆ, ਨਾਰ ਮਰੈ ਘਰ ਸੰਪੈ ਨਾਸੀ, ਮੂਨ ਮੁੰਡਾਏ ਭਇਓ ਸੰਨਿਆਸੀ। ਘਰ ਵਾਲੀ ਮਰ ਗਈ ਅਤੇ ਘਰ ਦੀ ਚਲੋ ਚੀਜ਼ਾਂ ਵੀ ਜਿਹੜੀਆਂ ਸੀ ਬਹੁਤੀਆਂ ਚਲੀਆਂ ਗਈਆਂ, ਕਹਿੰਦਾ ਛੱਡੋ, ਘਰ ਤੋਂ ਕੀ ਲੈਣਾ। ਉਹਨੂੰ ਕਹਿੰਦੇ ਕਾਰਨ ਵੈਰਾਗ। ਮੂੰਹ ਸਿਰ ਮੂੰਹ ਮਨਾ ਕੇ ਸੰਨਿਆਸੀ ਬਣ ਗਿਆ, ਉਹ ਕਾਰਨ ਵੈਰਾਗ ਹੈ, ਕਾਰਨ ਵੈਰਾਗ। ਦੂਜਾ ਸਾਸੰਜ ਮੰਦ ਵੈਰਾਗ। ਮੰਦ ਵੈਰਾਗ ਕੀ ਹੈ? ਉਹ ਹੈ ਸਾਸੰਗਤ ਆਇਆ ਬੁੱਲਾ ਪਾਉਣ ਦਾ, ਚੜ੍ਹਿਆ ਕੱਖ ਆਕਾਸ਼। ਸੋਹਣਾ ਲਿਖਿਆ ਕਿਸੇ ਨੇ। ਹਵਾ ਦਾ ਆਪਾਂ ਪਿੰਡਾਂ 'ਚੋਂ ਬਾਰ ਬਰੋਲੇ ਨਹੀਂ ਆਉਂਦੇ, ਬਾਰ ਬਰੋਲੇ ਚੱਲਦੇ ਆ। ਟਰਨਾਂਡੋ ਕਹਿੰਦੇ ਸ਼ਾਇਦ ਇੱਥੇ ਉਹਨਾਂ ਨੂੰ, ਟਰਨਾਂਡੋ ਟਰਨੈਂਡੋ ਕਹਿ ਲਓ, ਚਲੋ ਐਂ ਹੋ ਗਿਆ ਹੁਣ, ਹਾਂਜੀ। ਟਰਨੇਡੋ, ਆ ਛੋਟੇ ਨੇ ਹੋਰ ਉਚਾਰਨ ਦੱਸਿਆ, ਟਰਨੇਡੋ ਟਰਨਾਂਡੋ, ਚਲੋ। ਉਹ ਬਾਰ ਬਰੋਲੇ ਹੁੰਦੇ ਆ। ਉਹ ਇੱਕ ਜਿਹੜਾ ਕੱਖ ਹੈ, ਉਹਦੇ ਵਿੱਚ ਜਿਹੜੀ ਉਹਦੀ ਲਪੇਟ 'ਚ ਆ ਜਾਵੇ, ਉਹ ਫਿਰ ਉਹਨੂੰ ਕਿੰਨਾ ਉੱਚਾ ਲੈ ਜਾਂਦਾ, ਕੱਖ ਨੂੰ ਅਸਮਾਨ ਤੱਕ ਲੈ ਜਾਂਦਾ। ਆਇਆ ਬੁੱਲਾ ਪਾਉਣ ਦਾ, ਚੜ੍ਹਿਆ ਕੱਖ ਆਕਾਸ਼। ਜਦੋਂ ਬਾਰ ਬਰੋਲਾ ਹਟ ਗਿਆ, ਸੋ ਆਇਆ ਬੁੱਲਾ ਪਾਉਣ ਦਾ, ਚੜ੍ਹਿਆ ਕੱਖ ਆਕਾਸ਼। ਟੈਂਦਾ ਟੈਂਦਾ ਟਹਿ ਪਿਆ ਕੱਖ ਕੱਖਾਂ ਦੇ ਪਾਸ। ਜਦੋਂ ਬਾਰ ਬਰੋਲਾ ਹਟ ਗਿਆ, ਮੁੜ ਕੇ ਉਹਨਾਂ ਕੱਖਾਂ ਕੋਲ ਫਿਰ ਆ ਗਿਆ ਜਿੱਥੋਂ ਚੜ੍ਹਿਆ ਸੀ। ਬਰੋਲੇ ਨਾਲ ਤਾਂ ਕਿੰਨਾ ਉੱਚਾ ਚੜ੍ਹ ਗਿਆ, ਕਹਿੰਦਾ ਵਾਹ ਵਾਹ, ਮੈਂ ਆਕਾਸ਼ ਦਾ ਉਡਾਰੀ ਮਾਰ ਲਈ। ਇਸੇ ਤਰ੍ਹਾਂ ਵੈਰਾਗ ਮੰਦ ਵੈਰਾਗ ਇੱਦਾਂ ਦਾ ਹੈ। ਸੋ ਕੁਝ ਵਾਰੀ ਜਿਹੜਾ ਕਥਾ ਸੁਣ ਲਈ, ਮਾੜਾ ਵੈਰਾਗ 'ਚ ਆਇਆ, ਫਿਰ ਤਾਂ ਬਣ ਗਿਆ ਬਾਪ ਰੋਲੇ ਵਾਂਗੂ, ਕਾਸ਼ ਨੂੰ ਚੜ੍ਹਨ ਲੱਗ, ਉਡਾਰੀਆਂ ਉੱਧਰ ਨੂੰ ਮਾਰਨ ਲੱਗ ਗਿਆ। ਮੁੜ ਕੇ ਮਾੜੀ ਸੰਗਤ ਹੋਈ, ਫਿਰ ਸਾਸੰਗ ਜੀ, ਫਿਰ ਪ੍ਰਣਾਲਾ ਉੱਥੇ ਦਾ ਫਿਰ ਉੱਥੇ ਹੀ। ਇਹ ਹੈ ਮੰਦ ਵੈਰਾਗ। ਸੋ ਇਹ ਜਿਹੜਾ ਹੈ ਉਹਨੂੰ ਮੰਦ ਵੈਰਾਗ ਕਹਿੰਦੇ ਨੇ। ਜਿਵੇਂ ਬਾਣੀ 'ਚ ਵੀ ਲਿਖਿਆ ਹੈ, ਫਿਰਦੀ ਫਿਰਦੀ ਡਹਿ ਦਿਸਾ, ਜਲ ਪਰਬਤ ਬਰਨਾਏ ਬਨਰਾਏ, ਜਿੱਥੈ ਡਿੱਠਾ ਮਿਰਤ ਕੋ ਇਲ ਬੈਠੀ ਆਏ। ਇਲ ਜਿਹੜੀ ਹੈ ਨਾ, ਫਿਰਦੀ ਫਿਰਦੀ ਜਿਹੜੀ ਹੈ, ਉਹ ਆਕਾਸ਼ ਵਿੱਚ ਡਾਰਾ ਮਾਰਦੀ ਹੈ। ਉੱਤੇ ਚੜ੍ਹੀ ਹੋਈ, ਜਦ ਹੇਠਾਂ ਕੋਈ ਮੁਰਦਾਰ ਪਿਆ ਦੇਖਦੀ ਹੈ, ਡੰਗਰ ਮਰੇ ਨੂੰ ਵੇਖਦੀ ਹੈ, ਕੁੱਤਾ ਬਿੱਲਾ ਮਰਿਆ ਦੇਖਦੀ ਹੈ, ਇੰਨੇ ਆਕਾਸ਼ ਉੱਤੋਂ ਚੜ੍ਹੀ ਹੋਈ, ਮੁੜ ਕੇ ਆ ਕੇ ਫਿਰ ਮੁਰਦਾਰ 'ਤੇ ਬਹਿ ਗਈ। ਐਵੇਂ ਜੀਵ ਕਈ ਵਾਰ ਜਿਹੜਾ ਸੰਗਤ ਕਰਕੇ ਉੱਚੀ ਡਾਰੀ ਤਾਂ ਮਾਰ ਬਹਿੰਦਾ ਹੈ, ਫਿਰ ਸਾਸੰਗ ਕੋ ਸੰਗਤ ਵਸ ਹੋ ਕੇ ਫਿਰ ਵਿਕਾਰਾਂ ਰੂਪੀ ਮੁਰਦਾਰ 'ਤੇ ਆ ਕੇ ਫਿਰ ਡਿੱਗ ਜਾਂਦਾ ਹੈ। ਘਰ ਬਾਰ ਤਾਂ ਛੱਡ ਬੈਠੇ ਆ, ਸਾਸੰਗ ਤੋਂ ਘਰ ਵਾਲੀ ਇਸਤਰੀ ਛੱਡ ਦਿੱਤੀ, ਬੱਚੇ ਛੱਡ ਦਿੱਤੇ, ਬਾਹਰ ਆ ਕੇ ਜੀ ਮੈਂ ਚਲੋ ਸਾਧ ਬਣ ਗਿਆ, ਵਿਰਾਗੀ ਬਣ ਗਿਆ, ਅਤੇ ਮੁੜ ਕੇ 100 ਚੇਲੀ ਬਣਾ ਲਈ, ਘਰ ਵਾਲੀ ਛੱਡ ਦਿੱਤੀ, ਅਤੇ ਫਾਇਦਾ ਕੀ ਹੋਇਆ? ਇਹ ਮੰਦ ਵੈਰਾਗ ਹੈ। ਅੱਗੇ ਜੀ ਦੂਜਾ ਹੈ ਜੀ, ਤੀਸਰਾ ਉਹ ਹੈ ਜੀ ਇੱਕ ਇੰਦਰੀ ਵੈਰਾਗ। ਇੱਕ ਇੰਦਰੀ ਵੈਰਾਗ, ਇੱਕ ਇੰਦਰੀ ਵੈਰਾਗ। ਉਦੋਂ ਸਾਥ ਹੁੰਦਾ ਵੀ ਮਨ ਅਤੇ ਇੰਦਰੀ ਜਿਹੜੇ ਨੇ ਵਿਕਾਰਾਂ ਵੱਲ ਨੂੰ ਦੌੜ ਤਾਂ ਕਰਦੇ ਨੇ, ਪਰ ਸਰੀਰ ਕਰਕੇ ਜੇ ਬਚਿਆ ਹੋਇਆ, ਪਰ ਮਨ ਸਥਿਰ ਨਹੀਂ ਅਜੇ, ਕਿਸੇ ਵੇਲੇ ਵੀ ਡੋਲ ਸਕਦਾ ਹੈ। ਇੰਦਰੀ ਕਿਸੇ ਵੇਲੇ ਵੀ ਜਿਹੜੇ ਨੇ ਉੱਧਰ ਨੂੰ ਜਾ ਸਕਦੇ ਨੇ, ਅਜੇ ਪੂਰਨ ਅਵਸਥਾ ਨਹੀਂ। ਉਹ ਹੈ ਵੀ ਇੰਦਰੀ ਤਾਂ ਭੱਜੇ ਫਿਰਦੇ ਨੇ, ਅਜੇ ਸਰੀਰ ਕਰਕੇ ਬਚਿਆ ਹੋਇਆ, ਇਸ ਕਰਕੇ ਕਹਿੰਦੇ ਇੱਕ ਇੰਦਰੀ ਵੈਰਾਗ। ਅਜੇ ਗਰਕ ਨਹੀਂ ਹੋਇਆ, ਡਿੱਗਿਆ ਨਹੀਂ, ਸੋ ਅਜੇ ਕੁਝ ਬਚਿਆ ਹੈ, ਉਹ ਇੱਕ ਇੰਦਰੀ ਵੈਰਾਗ। ਅੱਗੇ ਸਾਸੰਗ ਜੀ ਜਤਮਾਨ ਵੈਰਾਗ। ਜਤਮਾਨ ਵੈਰਾਗ ਹੈ ਸੇ ਸੱਚ ਕੀ ਹੈ ਅਤੇ ਝੂਠ ਕੀ ਹੈ, ਇਹਦਾ ਨਿਰਣਾ ਕਰਨਾ।
ਇਹਨੂੰ ਜਤਮਾਨ ਬਾਰ ਕਹਿੰਦੇ ਨੇ। ਜਿਵੇਂ ਕਹਿੰਦੇ ਨੇ ਵੀ ਸਤਿਨਾਮ ਝੂਠ ਸਭ ਤੰਦਾ, ਕਬੀਰ ਸਾਹਿਬ ਨੇ ਕਿਹਾ ਨਾ, ਸਭ ਕੁਝ ਝੂਠ ਹੈ, ਤੰਦਾ ਝੂਠ ਹੈ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾ। ਇਹ ਜਤਮਾਨ ਵੈਰਾਗ ਹੈ। ਅੱਗੇ ਸਾਧ ਸੰਗ ਜੀ ਵਿਤਰੇਕ ਵੈਰਾਗ। ਵਿਤਰੇਕ ਵਵੇ ਨੂੰ ਸਿਆਰੀ, ਤੱਤੇ ਉੱਤੇ ਲਾਂ ਪੈਰ 'ਚ ਅਧਾਰਾ ਰਾ ਕੱਕਾ। ਵਿਤਰੇਕ ਵੈਰਾਗ ਕੀ ਹੈ? ਇਹ ਸਾਧ ਸੰਗ ਵਿਤਰੇਕ ਕਰਨਾ ਬਈ ਮੈਂ ਰੋਜ਼ ਹਿਸਾਬ ਲਾਉਣਾ ਵੀ ਮੈਂ ਕਿੰਨੇ ਕੁ ਔਗਣ ਛੱਡੇ ਨੇ, ਕਿੰਨੇ ਕੁ ਗੁਣਾਂ ਨੂੰ ਮੈਂ ਗ੍ਰਹਿਣ ਕਰ ਲਿਆ। ਸੋ ਇਹ ਵਿਤਰੇਕ ਵੈਰਾਗ ਹੈ। ਮੈਂ ਰੋਜ਼ ਜਿਹੜਾ ਕੋਈ ਹੁਣ ਜਿਹੜੇ ਪਾਪ ਕਰਨ ਨੂੰ ਹਟ ਗਿਆ, ਇੰਨਾ ਕੁ ਝੂਠ ਬੋਲਣ ਨੂੰ ਹਟ ਗਿਆ, ਇੰਨੇ ਮੈਂ ਜਿਹੜੇ ਨੇ ਗੁਣ ਸ਼ੁਭ ਗੁਣਾਂ ਵੱਲ ਤੁਰ ਪਿਆ ਵਾਂ, ਸੰਗਤ ਕਰਨ ਲੱਗ ਪਿਆ। ਇਹ ਜਿਹੜਾ ਲੇਖਾ ਜੋਖਾ ਕਰਨ ਨੂੰ ਕਹਿੰਦੇ ਨੇ ਵਿਤਰੇਕ ਵੈਰਾਗ। ਉੱਥੇ ਖਰਾ ਉੱਥੇ ਖੋਟੇ ਸੱਟੀ ਹੈ, ਖਰੇ ਕੀਚੈ ਸਾਬਾਸ। ਗੁਰਬਾਣੀ ਵੀ ਨੇ ਵੀ ਕਿਹਾ, ਇਹ ਵਿਤਰੇਕ ਵੈਰਾਗ ਕਿਹਾ ਗੁਰਬਾਣੀ ਵਿੱਚ। ਅੱਗੇ ਸਾਧ ਸੰਗਤ ਜੀ ਵਸ਼ੀਕਾਰ ਵੈਰਾਗ। ਵਸ਼ੀਕਾਰ ਆਪਣੇ ਵਸ਼ੀਕਾਰ ਵਾਵਾ ਸੱਸੇ ਨੂੰ ਵਿਹਾਰੀ ਕੱਕੇ ਨੂੰ ਕਿਨਾਰਾ ਰਾ। ਵਸ਼ੀਕਾਰ ਵੈਰਾਗ ਸਾਰੀਆਂ ਇੰਦਰੀਆਂ ਨੂੰ ਆਪਣੇ ਵਸ ਵਿੱਚ ਕੀਤਾ ਹੁੰਦਾ। ਮਜਾਲ ਹੈ ਕੋਈ ਕਿਸੇ ਗਲਤ ਪਾਸੇ ਚੱਲ ਜਾਣ, ਅੱਖਾਂ ਹੱਥ ਕੋਈ ਗਲਤ ਕੰਮ ਕਰ ਲੈਣ, ਪੈਰ ਕਿਤੇ ਗਲਤ ਪਾਸੇ ਚੱਲ ਜਾਣ, ਜੀਵ ਕਿਤੇ ਕੋਈ ਮਾੜੀ ਗੱਲ ਬੋਲ ਜਾਵੇ, ਕਿਤੇ ਝੂਠੀ ਗਵਾਹੀ ਦੇ ਦੇਵੇ। ਨਹੀਂ, ਸਾਰੇ ਇੰਦਰੀਆਂ ਨੂੰ ਵਸ਼ੀਕਾਰ ਵਿੱਚ ਕੀਤਾ ਹੁੰਦਾ। ਸੇ ਗੁਰਮੁਖ ਆਪਣਾ ਮਨ ਮਾਰਿਆ। ਗੁਰਬਾਣੀ ਵਿੱਚ ਇਸ ਵੈਰਾਗ ਦੀ ਗੱਲ ਕੀਤੀ ਹੈ। ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ। ਸ਼ਬਦ ਦੀ ਕਸਵੱਟੀ ਲਾ ਕੇ ਮਨ ਨੂੰ ਕੰਟਰੋਲ ਵਿੱਚ ਕੀਤਾ ਹੁੰਦਾ। ਇਹ ਹੈ ਵਸ਼ੀਕਾਰ ਵੈਰਾਗ। ਅੱਗੇ ਸਾਧ ਸੰਗ ਜਿਹੜਾ ਹੈ ਤੀਬਰ ਵੈਰਾਗ। ਤੀਬਰ ਤੱਤੇ ਨੂੰ ਬਿਹਾਰੀ ਬੱਬਾਰਾ ਤੀਬਰ ਵੈਰਾਗ ਕੀ ਹੈ? ਸਾਧ ਸੰਗ ਮੈਨੂੰ ਨਹੀਂ ਲੋੜ ਆ ਝੂਠੇ ਰਾਜ ਦੀ, ਮੈਨੂੰ ਨਹੀਂ ਸੰਸਾਰ ਦੇ ਹੁਣ ਬਹੁਤੇ ਪਦਾਰਥਾਂ ਦੀ ਲੋੜ, ਮੈਨੂੰ ਤੇ ਕੇਵਲ ਜਿਹੜਾ ਹੈ ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ, ਬਸ ਇਹੀ ਭੁੱਖ ਲੱਗਣੀ। ਇਹ ਤੀਬਰ ਵੈਰਾਗ ਹੈ। ਅੱਗੇ ਸਾਧ ਸੰਗਤ ਜੀ ਤਰ ਤੀਬਰ ਵੈਰਾਗ। ਤਰ ਤਾਰਾ ਦਾ ਨਾਲ ਲਾ ਕੇ ਤੀਬਰ ਨਾਲ ਲਾਏ ਦੇਣੇ। ਤਰ ਤੀਬਰ ਵੈਰਾਗ। ਤਰ ਤੀਬਰ ਵੈਰਾਗ ਕਿਹੜਾ ਹੁੰਦਾ ਹੈ? ਸਾਧ ਸੰਗਤ ਸਵਰਗ ਲੋਕ ਦੇ ਪਦਾਰਥਾਂ ਦੀ ਵਿਛਾ ਨਾ ਰਹਿਣੀ। ਕਬੀਰ ਸੁਰਗ ਨਰਕ ਤੇ ਮੈਂ ਰਹੇ ਹੋ ਸਤਿਗੁਰ ਕੈ ਪ੍ਰਸਾਦ। ਸੁਰਗ 'ਚ ਮੈਂ ਜਾ ਕੇ ਕੀ ਕਰਨਾ? ਉੱਥੇ ਹੋਰਾਂ ਹੀ ਨੇ, ਉੱਥੇ ਪਾਣੀ ਵੀ ਨਹੀਂ ਮਿਲਦਾ ਪੀਣ ਨੂੰ, ਸ਼ਰਾਬ ਹੀ ਮਿਲਦੀ ਹੈ ਅੰਗੂਰਾਂ ਦੀ, ਕੀ ਜਾ ਕੇ ਉੱਥੇ ਕਰਨਾ ਸੀ। ਸੋ ਇਸ ਲਈ ਉੱਥੇ ਦੇ ਪਦਾਰਥਾਂ ਦੀ ਵਿਛਾ ਨਾ ਰਹਿਣੀ ਸੁਰਗਦਿਆਂ ਦੀ। ਇਹ ਤਰ ਤੀਬਰ ਵੈਰਾਗ ਹੈ। ਅੱਗੇ ਸਾਧ ਸੰਗਤ ਜੀ ਨੌਵਾਂ ਜਿਹੜਾ ਹੈ ਤਰ ਤਮ ਤੀਬਰ ਵੈਰਾਗ। ਤਰ ਤਮ ਤੀਬਰ ਵੈਰਾਗ। ਉੱਥੇ ਤਾਂ ਫਿਰ ਬ੍ਰਹਮ ਲੋਕ ਦੇ ਪਦਾਰਥਾਂ ਨੂੰ ਵੀ ਇਉਂ ਸਮਝ ਲੈਣਾ, ਕਾਗ ਦੀ ਵਿਸ਼ਟਾ ਵਾਂਗੂ ਸਾਧ ਸੰਗਤ ਜੀ ਗੰਦਾ ਜਾਣ ਕੇ ਛੱਡ ਦੇਣਾ। ਕਾਗ ਦੀ ਗੰਦਗੀ ਪਤਾ ਕਿਵੇਂ ਬਣਦੀ ਹੈ? ਕਾਗ ਗੰਦਗੀ ਖਾਂਦਾ ਹੈ, ਗੰਦਗੀ ਤੋਂ ਗੰਦਗੀ ਬਣਨੀ, ਉਹਨੂੰ ਕਾਂ ਦੀ ਵਿਸ਼ਟਾ ਕਹਿੰਦੇ ਨੇ। ਗੰਦਗੀ ਉਹ ਹੈ। ਸੋ ਕਾਗ ਵਿਸ਼ਟ ਲਓ ਜਿਹੜਾ ਹੈ ਨਾ, ਇਹ ਜਿਹੜੇ ਪਦਾਰਥ ਨੇ ਕਾਗ ਦੀ ਵਿਸ਼ਟਾ ਦੀ ਨਿਆਈ, ਉਹਨਾਂ ਨੂੰ ਗੰਦਾ ਸਮਝ ਕੇ, ਇਹਨਾਂ ਤੋਂ ਮਿੱਥਿਆ ਸਮਝ ਕੇ ਤਿਆਗ ਕਰ ਦੇਣਾ। ਉੱਥੇ ਦੇ ਪਦਾਰਥਾਂ ਤੱਕ ਜਿਹੜਾ ਸੀ ਨਹੀਂ ਕੋਈ ਇੱਛਾ ਬਣਨੀ। ਇਹ ਉਹ ਵੈਰਾਗ ਹੈ। ਇਹ 9 ਪ੍ਰਕਾਰ ਦਾ ਵੈਰਾਗ ਹੈ। ਸੋ ਮਹਾਰਾਜ ਜੀ ਕਹਿੰਦੇ ਨੇ 3 ਤਰ੍ਹਾਂ ਦਾ ਭਾਈ ਹੋਰ ਵੀ ਵੈਰਾਗ ਹੈ। ਜਿਹੜਾ ਉਹ ਝਟਕਾ ਜਿਹਾ ਵੈਰਾਗ ਹੈ, ਉਹ ਬੜਾ ਸੋਹਣਾ ਹੈ ਨਾਲੇ। ਇੱਕ ਹੁੰਦਾ ਗਧਾ ਵੈਰਾਗ। ਇੱਕ ਘੋੜਾ ਵੈਰਾਗ, ਇੱਕ ਹੁੰਦਾ ਸ਼ੇਰ ਵੈਰਾਗ। ਸੋ ਗਧਾ ਵੈਰਾਗ ਕੀ ਹੈ? ਗਧੇ ਦਾ ਕੀ ਪ੍ਰਕਿਰਤੀ ਹੈ? ਘੁਮਿਆਰ ਗਧੇ ਨੂੰ ਘਰੋਂ ਖੋਲ ਲੈਂਦਾ ਹੈ। ਪੱਠੇ ਕਦੇ ਗਧਿਆਂ ਵਾਸਤੇ ਵੱਢ ਕੇ ਲਿਆਉਂਦਾ ਵੇਖਿਆ ਘੁਮਿਆਰ? ਘਰੋਂ ਕੁੰਡੀ ਖੋਲ ਲੈਂਦਾ ਹੈ। ਉਹਦੀ ਪ੍ਰਕਿਰਤੀ ਆ ਰੂੜੀਆਂ ਤੇ ਘਾਹ ਫੂਸ ਖਾ ਕੇ ਵਿਚਾਰਾ ਆਪਣੇ ਆਪ ਘੁਮਿਆਰ ਨੂੰ ਲਿਆਉਣ ਦੀ ਲੋੜ ਨਹੀਂ ਕਰੇ, ਢਿੱਡ ਭਰ ਕੇ ਗੰਦਮੰਦ ਦੇ ਨਾਲ ਵਾਪਸ ਆ ਜਾਂਦਾ ਹੈ, ਘਰੇ ਆ ਜਾਂਦਾ ਹੈ। ਇਉਂ ਜਿਹੜਾ ਸੀ ਘਰ ਤੋਂ ਇੱਕ ਵਾਰੀ ਤਾਂ ਚੱਲ ਗਿਆ, ਚਲੋ ਛੱਡੋ ਬਈ ਕੀ ਕਰਨਾ, ਬੰਦਗੀ ਕਰਦੇ ਹਾਂ, ਬਾਹਰ ਜਾ ਕੇ ਚਲਿਆ ਗਿਆ ਬਾਹਰ, ਥੋੜ੍ਹਾ ਬਹੁਤਾ ਕੋਈ ਸੰਗਤ ਕਰ ਲਈ, ਕਿਸੇ ਮਹਾਤਮਾ ਦੇ ਡੇਰੇ ਚੱਲ ਗਿਆ ਜਾਂ ਕਿਤੇ ਉੱਧਰ ਚੱਲ ਗਿਆ। ਘਰਦਿਆਂ ਨੇ ਵੀ ਸੋਚਿਆ ਚਲੋ ਦਫਾ ਹੋਇਆ, ਪਰਾਂ ਹੋਇਆ ਕਿ ਵੱਡੀ ਗਈ ਫਾਹੀ, ਚੱਲ ਗਿਆ, ਤੁਰ ਗਿਆ, ਲੜਦਾ ਹੀ ਸੀ, ਕਲੇਸ਼ ਪਾਉਂਦਾ ਸੀ, ਲੈਣ ਵੀ ਨਹੀਂ ਕੋਈ ਗਿਆ। ਉੱਥੇ ਜਿਵੇਂ ਗਧਾ ਜਿਹੜਾ ਸੀ ਆਪਣੀ ਮਰਜ਼ੀ ਨਾਲ ਮੁੜ ਆਇਆ ਨਾ, ਫਿਰ ਮਨ 'ਚ ਮੋਹ ਜਾਗ ਪਿਆ, ਚਲੋ ਚੱਲਦੇ ਹਾਂ ਜੀ ਘਰ ਨੂੰ, ਫਿਰ ਆ ਗਿਆ ਘਰੇ। ਉਹ ਹੈ ਗਧਾ ਵੈਰਾਗ। ਤੇ ਘੋੜਾ ਵੈਰਾਗ। ਘੋੜਾ ਵੈਰਾਗ ਸਤਸੰਗ ਜੀ, ਘੋੜੇ ਦਾ ਸੁਭਾਅ ਇੱਕ ਵਾਰੀ ਛੱਡਦੀ ਹੈ ਨਾ ਘਰੋਂ, ਜਿੰਨਾ ਚਿਰ ਮਾਲਕ ਲੈ ਕੇ ਨਹੀਂ ਨਾ ਆਉਂਦਾ ਘਰੇ ਨਹੀਂ ਆਉਂਦਾ। ਉਹ ਘੋੜਾ ਵੈਰਾਗ। ਘਰੋਂ ਚੱਲ ਗਿਆ, ਚਲੋ ਜੀ ਛੱਡੋ ਕੀ ਹੈ, ਜਾ ਕੇ ਬੰਦਗੀ ਕਰਦੇ ਹਾਂ, ਬਥੇਰਾ ਘਰ ਵਿੱਚ ਰਹਿ ਲਏ ਹਾਂ, ਹੁਣ ਅੱਗਾ ਵੀ ਸਵਾਰੀਏ। ਵੈਰਾਗ ਜਾਗ ਪਿਆ, ਚੱਲ ਗਿਆ ਕਿਸੇ ਸਥਾਨ 'ਤੇ ਚੱਲ ਗਿਆ, ਮੰਨ ਲਓ ਚਲੋ ਟਕਸਾਲ 'ਚ ਹੀ ਆ ਗਿਆ ਜਾਂ ਕਿਤੇ ਹੋਰ ਚੱਲ ਗਿਆ ਸਥਾਨ 'ਤੇ।
ਕੁਛ ਸਮਾਂ ਉੱਥੇ ਬਿਤਾਇਆ, ਮੁੜ ਕੇ ਘਰ ਦੇ ਫਿਰ ਲੈਣ ਆ ਗਏ, ਚਲੇ ਗਏ ਲੈਣ ਵਾਸਤੇ। ਉਹ ਤੂੰ ਕੀ ਗਾ ਬੰਦਗੀ ਘਰੇ ਨਹੀਂ ਕਰ ਸਕਦਾ, ਇੱਥੇ ਬੈਠਾ ਕਰਦਾ, ਨਾਲੇ ਨਿਆਣੇ ਪਾਲ, ਨਾਲੇ ਘਰ ਵਾਲੀ ਨੂੰ ਤੰਗ ਨਾ ਕਰ। ਅਤੇ ਜਿਹੜਾ ਸੀ ਉੱਥੇ ਚੱਲ ਘਰ ਨੂੰ ਚੱਲਦੇ ਹਾਂ। ਫਿਰ ਉਹਨਾਂ ਦੀ ਮਰਜ਼ੀ ਅਨੁਸਾਰ ਫਿਰ ਅਨੁਸਾਰ ਹੀ ਹੋ ਗਿਆ, ਮੋਹ ਫਿਰ ਜਾਗ ਪਿਆ। ਚਲੋ ਜੀ ਚਲੋ ਚੱਲਦੇ ਹਾਂ, ਗੱਲ ਤਾਂ ਤੁਹਾਡੀ ਠੀਕ ਹੈ, ਇੱਥੇ ਤਾਂ ਮੈਂ ਮੂੰਗੀ ਦੀ ਦਾਲ ਮਿਲਦੀ ਆ ਖਾਣ ਨੂੰ ਰੋਜ਼, ਅਤੇ ਜਾਂ ਮਾਂ ਦੀ ਉਹ ਮਿਲਦੀ ਹੈ। ਮੁੜ ਕੇ ਵਾਪਸ ਫਿਰ ਆ ਗਿਆ, ਘੋੜਾ ਵਰਾ ਗਿਆ ਅਤੇ ਸ਼ੇਰ ਵਰਾ ਗਿਆ। ਸਾਧ ਸੰਗਤ ਜੀ, ਸ਼ੇਰ ਇੱਕ ਵਾਰੀ ਪਿੰਜਰੇ 'ਚ ਜਿਹੜਾ ਨਾ ਨਿਕਲ ਜਾਏ ਨਾ, ਮਜਾਲ ਕੀ ਪਿੰਜਰੇ 'ਚ ਆ ਜਾਵੇ ਨਾ, ਫਿਰ ਤਾਂ ਜੰਗਲ ਦਾ ਬਾਦਸ਼ਾਹ ਬਣ ਜਾਂਦਾ ਹੈ। ਉਹ ਜਿਹੜਾ ਇਹ ਵਿਰਾਗ, ਉਸ ਵਿਰਾਗ ਦੀ ਮਾਰੇ ਗੱਲ ਕਰ ਰਹੇ ਨੇ। ਜਤ ਪਹਾਰਾ, ਉਹ ਵਿਰਾਗ ਧਾਰ, ਸ਼ੇਰ ਵਿਰਾਗ ਜਿਹੜਾ 9 ਪ੍ਰਕਾਰ ਦਾ ਵਿਰਾਗ ਦੱਸਿਆ, ਜਿਹੜਾ ਉਹਦੇ ਸ਼ੁਭ ਵਿਰਾਗ ਹੈ, ਇਹਨੂੰ ਧਾਰ ਕੇ ਬਣਾ ਪੱਠੀ ਅਤੇ ਧੀਜ ਨੂੰ ਬਣਾ ਸੁਨਿਆਰ। ਬਾਕੀ ਦੇ ਅਰਥ ਤਾਂ ਫਿਰ ਸਾਰੇ ਉਹੀ ਨੇ। ਇੱਥੇ ਜਿਹੜੇ ਸੀ ਉਹ ਜਤ ਵਾਲਾ ਜਿਹੜਾ ਸੀ ਵਿਰਾਗ ਦੇ ਅਰਥਾਂ ਵਿੱਚ ਚੋਣ ਕਰਕੇ ਇਸ ਪੰਕਤੀ ਦੇ ਦੁਬਾਰੇ ਅਰਥ ਜਿਹੜੇ ਨੇ ਢੁਕਾ ਲਏ ਨੇ। ਕੱਲ੍ਹ ਨੂੰ 9 ਪ੍ਰਕਾਰ ਦਾ ਵਿਰਾਗ ਅਤੇ 3 ਪ੍ਰਕਾਰ ਦਾ ਵਿਰਾਗ ਜਿਹੜਾ ਹੈ ਸਾਰੇ ਆ ਕੇ ਸੁਣਾ ਦਿਓ ਤੁਸੀਂ ਸੰਥਿਆ ਤੋਂ ਪਹਿਲਾਂ, ਇਹ ਤੁਹਾਡਾ ਹੋਮਵਰਕ ਹੈ। ਹੁਣ ਇਹ ਪੌੜੀ ਪੜ੍ਹੋ ਜੀ ਸਾਰੇ। ਕੱਲ੍ਹ ਨੂੰ ਮਾਰੀ ਕਿਰਪਾ ਕਰੇ ਸ਼ਲੋਕ ਦੇ ਅਰਥ ਫਿਰ ਸਤਿਗੁਰੂ ਦੀ ਬਖਸ਼ ਦੇ ਨਾਲ ਸ਼ਲੋਕ ਰਹਿ ਗਿਆ ਨਾ ਜੇ, ਉਹਦੇ ਕੱਲ੍ਹ ਨੂੰ ਕਰਾਂਗੇ। ਫਿਰ ਨਾਲ ਹੀ ਜਾਪ ਸਾਹਿਬ ਵੀ ਸ਼ੁਰੂ ਹੋਵੇਗਾ, ਅਤੇ ਕਰੋ ਕਿਰਪਾ, ਪੜ੍ਹੋ ਇਹ ਪੌੜੀ ਸਾਰੇ ਇਕੱਠੇ ਹੋ ਕੇ। ਜਤ ਪਹਾਰਾ, ਜਤ ਭਾਰਾ ਨਹੀਂ ਕਰਨਾ। ਤੀਰ ਸੁਨਿਆਰ ਐਰਨ ਮਤ ਵੇਦ ਹਥਿਆਰ ਪਉ ਖਲਾ ਅਗਨ ਤਪਤਾ। ਹਾਂ 1 ਮਿੰਟ ਰੁਕਿਓ, ਕਈ ਖੱਲਾ ਪੜ੍ਹ ਕੇ ਪਿੱਛੋਂ ਮਾਈ ਨੇ ਦਿੱਤੀ ਆਵਾਜ਼ ਸਾਰਿਆਂ ਨੂੰ, ਖੱਲਾ ਪੜ੍ਹੋ ਵੇ। ਉਹਨਾਂ ਨੇ ਪੜ੍ਹ ਕੇ ਸੁਣਾਇਆ, ਪਿੱਛੋਂ ਮਾਈ ਨੇ ਜ਼ੋਰ ਦੀ ਆਖਿਆ ਖੱਲਾ, ਉੱਦਾਂ ਹੀ ਪੜ੍ਹੋ ਫਿਰ। ਚਲੋ ਪਤਾ ਨਹੀਂ ਕੀ ਖਲਾ ਅਗਨ ਤਪਤਾਓ। 1 ਮਿੰਟ ਰੁਕੋ, ਇਹਨੂੰ ਕੀ ਪੜ੍ਹਨਾ ਵੇ ਕੀ ਨਹੀਂ ਪੜ੍ਹਨਾ? ਖਲਾ ਨੂੰ ਖੱਲਾ ਪੜ੍ਹਨਾ ਕੀ ਹੈ? ਖੱਲਾ ਖੱਖੇ ਦੇ ਹੱਥ ਲਾ ਕੇ, ਹਾਂਜੀ। ਪੜ੍ਹਨਾ ਕੀ ਨਹੀਂ? ਖਲਾ। ਹਾਂ ਫਿਰ ਪੜ੍ਹ ਦਿਓ ਉੱਦਾਂ ਫਿਰ ਦੁਬਾਰੇ। ਪਉ ਖੱਲਾ ਅਗਨ ਤਪਤਾਓ। ਹਾਂ ਪਾਂਡਾ ਭਾਉ ਅੰਮ੍ਰਿਤ ਢਾਲ ਘੜੀਆ ਸ਼ਬਦ ਸਚੀ ਟਕਸਾਲ। ਠੀਕ ਜਨ ਕੋ ਨਦਰ ਆ ਕਰਤੀ ਗੜਬੜ ਗਈਆਂ ਨੇ ਪੁਰਾਣੇ ਮੁਤਾਬਕ, ਪੱਕਿਆ ਸੀ ਨਾ ਪੁਰਾਣਾ। ਜਿਨ ਕੋ ਨਦਰ ਕਰਮ ਤੇ ਇਨਕਾਰ, ਕੀ ਅਰਥ ਬਣਾਓਗੇ ਇੱਦਾਂ? ਜਨ ਕੋ ਨਦਰ ਕਰਮ ਤੇ ਇਨਕਾਰ। ਉਹ ਗੁਰੂ ਮੇਰੋ ਨਦਰ ਤੇ ਨਾ ਰੁਕੋ, ਕਰਮ ਤੇ ਰੁਕੋ। ਜਨ ਕੋ ਨਦਰ ਕਰਮ ਤੇ ਇਨਕਾਰ, ਨਾਨਕ ਨਦਰੀ ਨਦਰ ਨਿਹਾਲ। ਦੁਬਾਰੇ ਪੜੋ ਦੋ ਤੁਕਾਂ ਇਹ। ਜਿਨ ਕੋ ਨਦਰ ਕਰਮ ਤੇ ਇਨਕਾਰ, ਨਾਨਕ ਨਦਰੀ ਨਦਰ ਨਿਹਾਲ। ਹੁਣ ਠੀਕ ਹੋਇਆ। ਹੁਣ ਖਾਲਸਾ ਵਾਹਿਗੁਰੂ ਜੀ ਕੀ ਫਤਿਹ।